ਲਰਨਿੰਗ ਉਸ ਪਰਿਭਾਸ਼ਾ ਨੂੰ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਆਪਣੇ ਬਿਹੇਵੀਅਰ ਦੇ ਵਿੱਚ ਜੋ ਚੇਂਜਸ ਲੈ ਕੇ ਆਉਂਦੇ ਹਾਂ ਤਾਂ ਕਿ ਆਪਾਂ ਕੋਈ ਨਵੀਂ ਚੀਜ਼ ਨੂੰ ਸਿੱਖ ਸਕੀਏ ਤੇ ਉਸ ਚੀਜ਼ ਨੂੰ ਆਪਣੇ ਐਕਸਪੀਰੀਅੰਸਿਸ ਦੇ ਵਿੱਚ ਜੋੜ ਸਕੀਏ। ਜੋ ਆਪਣੀ ਲਰਨਿੰਗ ਹੈ ਉਹ ਆਪਣੇ ਬਚਪਨ ਤੋਂ ਲੈ ਕੇ ਹੁਣ ਤੱਕ ਜੋ ਵੀ ਆਪਾਂ ਸਿੱਖ ਰਹੇ ਹਾਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜੋ ਵੀ ਸਿਚੁਏਸ਼ਨਸ ਆਪਣੇ ਅੱਗੇ ਆਉਣਗੀਆਂ ਉਸ ਚੀਜ਼ ਨੂੰ ਲਰਨਿੰਗ ਦਾ ਇੱਕ ਮਹੱਤਵ ਦਿੱਤਾ ਜਾਂਦਾ ਹੈ। ਜਦੋਂ ਇੱਕ ਬੱਚਾ ਆਪਣੀ ਮੰਮਾ ਦੇ ਪੇਟ ਦੇ ਵਿੱਚ ਹੁੰਦਾ ਹੈ ਤੇ ਉਸ ਤੋਂ ਸਟਾਰਟ ਹੋ ਜਾਂਦੀ ਹੈ ਉਸਦੀ ਲਰਨਿੰਗ। ਜੋ ਵੀ ਬੱਚਾ ਆਪਣੇ ਆਸ-ਪਾਸ ਸਿੱਖਦਾ ਹੈ, ਸੁਣਦਾ ਹੈ ਤੇ ਉਸਦੀ ਮਦਰ ਉਸਦੇ ਨਾਲ ਜੋ ਵੀ ਵਰਬਲ ਕਮਿਊਨੀਕੇਸ਼ਨ ਕਰਦੀ ਹੈ ਉਹ ਸਭ ਬੱਚਾ ਸੁਣਦਾ ਹੈ ਤੇ ਉਸ ਚੀਜ਼ ਨੂੰ ਬੱਚਾ ਕਿਤੇ ਨਾ ਕਿਤੇ ਆਪਣੇ ਸਬਕੌਂਸ਼ੀਅਸ ਲੈਵਲ ਤੇ ਯਾਦ ਰੱਖਦਾ ਹੈ ਤੇ ਉਸ ਚੀਜ਼ ਨੂੰ ਉਸ ਤਰੀਕੇ ਦੇ ਨਾਲ ਹੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤਰੀਕੇ ਨਾਲ ਉਸਨੇ ਉਸ ਚੀਜ਼ ਨੂੰ ਸਿੱਖਿਆ ਹੁੰਦਾ ਹੈ, ਸੁਣਿਆ ਹੁੰਦਾ ਹੈ, ਸਮਝਿਆ ਹੁੰਦਾ ਹੈ ਤੇ ਉਸਦੇ ਆਸ-ਪਾਸ ਦੇ ਵਾਤਾਵਰਨ ਦੇ ਵਿੱਚ ਜੋ ਵੀ ਚੇਂਜਸ ਆਉਂਦੇ ਹਨ ਉਹ ਉਸਦੀ ਲਰਨਿੰਗ ਦਾ ਇੱਕ ਪਾਰਟ ਬਣ ਜਾਂਦੇ ਹਨ। ਜੋ ਇੱਕ ਲਰਨਿੰਗ ਹੈ ਚਾਹੇ ਉਹ ਇਨਵਾਇਰਮੈਂਟਲ ਲੈਵਲ ਤੇ ਹੋਵੇ ਜਾਂ ਫਿਰ ਉਹ ਇੱਕ ਜੈਨੇਟਿਕ ਲੈਵਲ ਤੇ ਹੋਵੇ, ਇਹ ਦੋਨਾਂ ਦਾ ਬਹੁਤ ਹੀ ਮਹੱਤਵਪੂਰਨ ਰੋਲ ਮੰਨਿਆ ਜਾਂਦਾ ਹੈ ਕਿਉਂਕਿ ਜੋ ਵੀ ਆਪਾਂ ਇਨਵਾਇਰਮੈਂਟ ਦੇ ਵਿੱਚ ਨਵੀਆਂ ਚੀਜ਼ਾਂ ਨੂੰ ਸਿੱਖਦੇ ਹਾਂ ਤੇ ਜੋ ਵੀ ਆਪਾਂ ਮਹਿਸੂਸ ਕਰ ਪਾਉਂਦੇ ਹਾਂ ਆਪਣੇ ਆਸ-ਪਾਸ ਜਿੰਨੇ ਵੀ ਲੋਕ ਹਨ ਉਹਨਾਂ ਦੇ ਥਰੂ ਆਪਾਂ ਹਰ ਰੋਜ਼ ਨਵੀਂ-ਨਵੀਂ ਚੀਜ਼ ਨੂੰ ਸਿੱਖਦੇ ਹਾਂ ਤੇ ਉਸ ਚੀਜ਼ ਦੇ ਅਕੋਰਡਿੰਗ ਹੀ ਆਪਣਾ ਐਕਸਪੀਰੀਅੰਸ ਬਣਦਾ ਹੈ ਤੇ ਆਪਣਾ ਜੋ ਬਿਹੇਵੀਅਰ ਹੈ ਆਪਣੀ ਲਰਨਿੰਗ ਦੇ ਅਕੋਰਡਿੰਗ ਹੀ ਬਣਦਾ ਹੈ। ਇਸ ਕਰਕੇ ਕਿਹਾ ਜਾਂਦਾ ਹੈ ਕਿ ਜੋ ਲਰਨਿੰਗ ਹੈ ਆਪਣੀ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਤੱਤ ਹੈ ਤੇ ਜੋ ਵੀ ਆਪਾਂ ਲਰਨ ਕੀਤਾ ਹੈ ਉਸ ਚੀਜ਼ ਨੂੰ ਆਪਾਂ ਕਿਤੇ ਨਾ ਕਿਤੇ ਜੇ ਆਪਾਂ ਬਚਪਨ ਦੇ ਫਸਟ ਕਲਾਸ ਦੇ ਵਿੱਚ ਕੋਈ ਇੱਕ ਚੀਜ਼ ਨੂੰ ਸਿੱਖਿਆ ਹੁੰਦਾ ਉਹ ਕਿਤੇ ਨਾ ਕਿਤੇ ਆਪਣੇ ਆਉਣ ਵਾਲੇ 20 ਸਾਲ ਦੇ ਵਿੱਚ ਜਾਂ ਫਿਰ 30 ਸਾਲ ਦੇ ਵਿੱਚ ਉਹ ਕਿਤੇ ਨਾ ਕਿਤੇ ਉਹ ਲਰਨਿੰਗ ਜੋ ਆਪਣੀ ਟੀਚਰ ਨੇ ਆਪਾਂ ਨੂੰ ਦੇ ਰੱਖੀ ਹੁੰਦੀ ਹੈ ਉਹ ਆਪਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜ਼ਰੂਰ ਯਾਦ ਆਉਂਦੀ ਹੈ ਤੇ ਜ਼ਰੂਰ ਆਪਾਂ ਉਸ ਚੀਜ਼ ਨੂੰ ਕਿਤੇ ਨਾ ਕਿਤੇ ਇਨਡਾਇਰੈਕਟ ਵੇਜ਼ ਦੇ ਵਿੱਚ ਉਸ ਚੀਜ਼ ਨੂੰ ਆਪਾਂ ਯੂਟਿਲਾਈਜ਼ ਕਰਦੇ ਹਾਂ। ਇੱਕ ਲਰਨਿੰਗ ਹਮੇਸ਼ਾ ਕੰਟੀਨਿਊਅਸ ਰਹਿੰਦੀ ਹੈ, ਇਸਨੂੰ ਕਦੇ ਆਪਾਂ ਇਹ ਨਹੀਂ ਸੋਚ ਸਕਦੇ ਕਿ ਅੱਜ ਆਪਾਂ ਸਿੱਖ ਰਹੇ ਹਾਂ ਜਾਂ ਆਪਾਂ ਅੱਜ ਸਕੂਲ ਦੇ ਵਿੱਚ ਇੱਕ ਬੱਚਾ ਪੜ੍ਹ ਰਿਹਾ ਹੈ 12ਵੀਂ ਕਲਾਸ ਤੱਕ ਹੀ ਬੱਚਾ ਸਿੱਖ ਸਕਦਾ ਹੈ ਉਸ ਤੋਂ ਬਾਅਦ ਉਸਦੀ ਜਿਹੜੀ ਇੱਕ ਲਰਨਿੰਗ ਦੀ ਪਾਵਰ ਹੈ ਉਹ ਖਤਮ ਹੋ ਜਾਂਦੀ ਹੈ ਜਾਂ ਫਿਰ ਉਸਦੀ ਜਿਹੜੀ ਪੜ੍ਹਾਈ ਹੈ ਉਹ ਸਿਰਫ ਕਾਲਜ ਲਾਈਫ ਤੱਕ ਹੀ ਹੁੰਦੀ ਹੈ ਜਾਂ ਯੂਨੀਵਰਸਿਟੀ ਲੈਵਲ ਤੱਕ ਹੀ ਹੁੰਦੀ ਹੈ। ਬਲਕਿ ਜੋ ਵੀ ਬੱਚਾ ਇੱਕ ਚੀਜ਼ ਨੂੰ ਸਿੱਖਦਾ ਹੈ ਉਸ ਚੀਜ਼ ਨੂੰ ਉਹ ਹਮੇਸ਼ਾ ਲਰਨਿੰਗ ਐਵਰਗ੍ਰੀਨ ਰਹਿੰਦੀ ਹੈ। ਜਦੋਂ ਤੱਕ ਇੱਕ ਇਨਸਾਨ ਦੀ ਡੈਥ ਨਹੀਂ ਹੋ ਜਾਂਦੀ ਹਰ ਰੋਜ਼ ਹਰ ਪਲ ਹਰ ਸੈਕਿੰਡ ਬੰਦਾ ਕੁਝ ਨਾ ਕੁਝ ਨਵਾਂ ਸਿੱਖਦਾ ਹੈ ਤੇ ਜਿਹੜਾ ਆਪਣੀ ਸਿੱਖ ਹੈ ਇਹ ਦੋ ਚੀਜ਼ਾਂ ਦੇ ਨਾਲ ਬਣੀ ਹੋਈ ਹੁੰਦੀ ਹੈ ਜੋ ਆਪਾਂ ਨੂੰ ਆਪਣੇ ਪੇਰੈਂਟਸ ਆਪਾਂ ਨੂੰ ਜੀਨਸ ਮਿਲੇ ਹੁੰਦੇ ਹਨ ਜਿੰਨੇ ਵੀ ਜੈਨੇਟਿਕ ਲੈਵਲ ਤੇ ਆਪਾਂ ਨੇ ਜੋ ਵੀ ਚੀਜ਼ਾਂ ਸਿੱਖੀਆਂ ਹੋਈਆਂ ਹੁੰਦੀਆਂ ਹਨ ਉਹ ਆਪਣੇ ਜੋ ਲਰਨਿੰਗ ਹੈ ਉਸ ਚੀਜ਼ ਨੂੰ ਮੋਡੀਫਾਈ ਕਰਦਾ ਹੈ ਐਂਡ ਉਸਦੇ ਨਾਲ ਨਾਲ ਜੋ ਵੀ ਆਪਾਂ ਇਨਵਾਇਰਮੈਂਟ ਦੇ ਵਿੱਚ ਜਿੰਨੇ ਵੀ ਨਵੀਂ ਸਿਚੁਏਸ਼ਨ ਐਕਸਪੀਰੀਐਂਸਿਸ ਲੋਕ ਜਾਂ ਕੋਈ ਵੀ ਇਹੋ ਜਿਹੀ ਸਿਚੁਏਸ਼ਨ ਨੂੰ ਆਪਾਂ ਨੇ ਫੇਸ ਕੀਤਾ ਹੁੰਦਾ ਆਪਣੇ ਆਸ-ਪਾਸ ਉਹ ਹਰ ਇੱਕ ਚੀਜ਼ ਆਪਣੀ ਲਰਨਿੰਗ ਦੇ ਨਾਲ ਇੱਕ ਮਹੱਤਵਪੂਰਨ ਰੋਲ ਪਲੇ ਕਰਦਾ ਹੈ ਤੇ ਜੋ ਵੀ ਆਪਾਂ ਲਰਨ ਕਰਦੇ ਹਾਂ ਉਹ ਕਿਤੇ ਨਾ ਕਿਤੇ ਆਪਾਂ ਨੂੰ ਕਿਸੇ ਨਾ ਕਿਸੇ ਪ੍ਰੋਬਲਮ ਦੇ ਵਿੱਚੋਂ ਕੱਢਣ ਦੇ ਲਈ ਹੈਲਪਫੁਲ ਰਹਿੰਦੀ ਹੈ, ਨਵੇਂ ਸੋਲਿਊਸ਼ਨਸ ਨੂੰ ਕ੍ਰੀਏਟ ਕਰਨ ਦੇ ਲਈ ਹੈਲਪਫੁਲ ਰਹਿੰਦੀ ਹੈ ਤੇ ਉਹ ਲਰਨਿੰਗ ਆਪਾਂ ਨੂੰ ਰੈਪੀਟੇਟਿਵ ਲੈਵਲ ਤੇ ਵੀ ਆਪਣੇ ਨਾਲ ਰਹਿੰਦੀ ਹੈ ਜਾਂ ਫਿਰ ਕਈ ਵਾਰ ਜੇ ਆਪਾਂ ਨੇ ਉਹ ਚੀਜ਼ ਨੂੰ ਨਹੀਂ ਸਿੱਖਿਆ ਹੋਇਆ ਹੁੰਦਾ ਹੈਗਾ ਤਾਂ ਆਪਣੀ ਲਾਈਫ ਦੇ ਵਿੱਚ ਕੁਝ ਨਵੇਂ ਚੇਂਜਸ ਆਉਂਦੇ ਹਨ ਜੋ ਉਹ ਆਪਣੀ ਲਰਨਿੰਗ ਦਾ ਪਾਰਟ ਬਣ ਜਾਂਦੇ ਹਨ ਤੇ ਆਪਣੀ ਰੋਜ਼ ਦੀ ਜ਼ਿੰਦਗੀ ਦਾ ਇੱਕ ਪਾਰਟ ਬਣ ਕੇ ਆਪਣੇ ਨਾਲ ਹਮੇਸ਼ਾ ਰਹਿੰਦੀ ਹੈ ਤੇ ਜੋ ਵੀ ਆਪਾਂ ਰੋਜ਼ ਦਾ ਸਿੱਖਦੇ ਹਾਂ ਉਹ ਰੋਜ਼ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਾਂ ਨੂੰ ਜ਼ਰੂਰ ਕੰਮ ਆਉਂਦੀ ਹੈ। ਤਾਂ ਇੱਕ ਜੋ ਆਪਣੇ ਜੀਨਸ ਹਨ ਤੇ ਆਪਣੀ ਇਨਵਾਇਰਮੈਂਟ ਹੈ ਇਹ ਬਹੁਤ ਇੰਪੋਰਟੈਂਟ ਬਹੁਤ ਖਾਸ ਰੋਲ ਪਲੇ ਕਰਦੀ ਹੈ ਆਪਣੀ ਜਿਹੜੀ ਲਰਨਿੰਗ ਹੈ ਉਸ ਚੀਜ਼ ਨੂੰ ਮੋਡੀਫਾਈ ਕਰਨ ਦੇ ਲਈ। ਸਿੱਖਣ ਦੀ ਕਿੰਨੀਆਂ-ਕਿੰਨੀਆਂ ਟਾਈਪਸ ਹੁੰਦੀਆਂ ਹਨ, ਆਪਾਂ ਕਿਸ-ਕਿਸ ਤਰੀਕੇ ਦੇ ਨਾਲ ਸਿੱਖ ਸਕਦੇ ਹਾਂ ਤੇ ਉਸ ਸਿੱਖਣ ਤੋਂ ਆਪਾਂ ਨੂੰ ਕਿੱਦਾਂ-ਕਿੱਦਾਂ ਆਪਣੀ ਲਾਈਫ ਦੇ ਵਿੱਚ ਅੱਗੇ ਆਪਾਂ ਨੂੰ ਇੱਕ ਹੈਲਪ ਮਿਲਦੀ ਹੈ। ਜੇ ਆਪਾਂ ਕਿਸੇ ਦੀ ਗੱਲ ਕਰੀਏ ਕਿ ਆਪਾਂ ਸਿੱਖ ਕਿੱਦਾਂ ਜਾਂਦੇ ਹਾਂ ਤੇ ਆਪਾਂ ਨੂੰ ਜੋ ਵੀ ਆਪਾਂ ਸਿੱਖਿਆ ਹੈ ਉਹ ਆਪਾਂ ਨੂੰ ਕਿੱਦਾਂ ਹੈਲਪਫੁਲ ਰਹਿੰਦੀ ਹੈ। ਸੋ ਫਸਟ ਆਉਂਦਾ ਹੈ ਮੋਟਰ ਲਰਨਿੰਗ, ਫਿਰ ਆਉਂਦਾ ਹੈ ਵਰਬਲ ਲਰਨਿੰਗ, ਫਿਰ ਕੰਸੈਪਟ ਲਰਨਿੰਗ, ਦੈਨ ਡਿਸਕ੍ਰਿਮੀਨੇਸ਼ਨ ਲਰਨਿੰਗ। ਸੋ ਜੋ ਆਪਾਂ ਪਹਿਲੀ ਟਾਈਪ ਦੀ ਜੇ ਆਪਾਂ ਗੱਲ ਕਰੀਏ ਦੈਟ ਇਜ਼ ਮੋਟਰ ਲਰਨਿੰਗ। ਮੋਟਰ ਲਰਨਿੰਗ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਦੋਂ ਇੱਕ ਛੋਟਾ ਬੱਚਾ ਬਿਲਕੁਲ ਕ੍ਰੋਲ ਕਰ ਰਿਹਾ ਹੁੰਦਾ ਹੈ ਜਾਂ ਬਿਲਕੁਲ ਸਿਰਫ ਕਿਸੇ ਦੀ ਗੋਦੀ ਦੇ ਵਿੱਚ ਹੀ ਆਉਂਦਾ ਹੈ ਜਾਂ ਮੰਮਾ ਉਸਨੂੰ ਆਪਣੀ ਗੋਦੀ ਦੇ ਵਿੱਚ ਹੀ ਲੈ ਕੇ ਰੱਖਦੇ ਹਨ ਜਾਂ ਇੱਕ ਇਨਸਾਨ ਤੋਂ ਦੂਜੇ ਇਨਸਾਨ ਦੀ ਗੋਦੀ ਦੇ ਵਿੱਚ ਆਉਂਦਾ ਹੈ। ਬੱਚਾ ਹੌਲੀ ਹੌਲੀ ਆਪਣੇ ਹੱਥ ਤੇ ਆਪਣੇ ਪੈਰ ਹਿਲਾਉਣਾ ਸਿੱਖਦਾ ਹੈ, ਫਿਰ ਉਸ ਤੋਂ ਬਾਅਦ ਉਹ ਹੌਲੀ ਹੌਲੀ ਥੋੜ੍ਹਾ ਜਿਹਾ ਕ੍ਰੋਲ ਕਰਨਾ ਸਿੱਖਦਾ ਹੈ ਤੇ ਫਿਰ ਉਸ ਤੋਂ ਬਾਅਦ ਜਦੋਂ ਬੱਚਾ ਹੌਲੀ ਹੌਲੀ ਕ੍ਰੋਲ ਕਰਦਾ ਕਰਦਾ ਕਿਸੇ ਚੀਜ਼ ਦੀ ਮਦਦ ਲੈ ਕੇ ਜਾਂ ਕਿਸੇ ਚੀਜ਼ ਨੂੰ ਪਕੜ ਕੇ ਉਸ ਚੀਜ਼ ਦੀ ਹੈਲਪ ਲੈ ਕੇ ਫਿਰ ਉਸ ਚੀਜ਼ ਤੋਂ ਖੜਨਾ ਸਿੱਖਦਾ ਹੈ, ਚੱਲਣਾ ਸਿੱਖਦਾ ਹੈ, ਬੋਲਣਾ ਸਿੱਖਦਾ ਹੈ ਤੇ ਉਸ ਚੀਜ਼ ਨੂੰ ਦੌੜਨਾ ਸਿੱਖਦਾ ਹੈ।
ਇਹ ਸਟੈਪ ਬਾਏ ਸਟੈਪ ਜਦੋਂ ਬੱਚਾ ਕ੍ਰੋਲ ਕਰਨ ਤੋਂ ਲੈ ਕੇ ਚੱਲਣ ਤੋਂ ਲੈ ਕੇ ਚੱਲਦੇ ਭੱਜਣ ਤੋਂ ਲੈ ਕੇ ਜਦ ਇਹ ਸਾਰੀਆਂ ਮੋਟਰ ਐਕਟੀਵਿਟੀਜ਼ ਜਦੋਂ ਬੱਚਾ ਕਰਨਾ ਸਟਾਰਟ ਕਰ ਦਿੰਦਾ ਹੈ, ਉਸ ਚੀਜ਼ ਨੂੰ ਮੋਟਰ ਲਰਨਿੰਗ ਕਿਹਾ ਜਾਂਦਾ ਹੈ। ਬੱਚਾ ਇਸ ਚੀਜ਼ ਨੂੰ ਟਰਾਇਲ ਐਂਡ ਐਰਰ ਦੇ ਨਾਲ ਲਰਨ ਕਰਦਾ ਹੈ। ਕਿਉਂਕਿ ਇਹ ਚੀਜ਼ ਆਮ ਤੌਰ 'ਤੇ ਦੇਖੀ ਜਾਂਦੀ ਹੈ ਕਿ ਜਦੋਂ ਬੱਚਾ ਆਪਣੇ ਆਸ-ਪਾਸ ਜਿੰਨੀਆਂ ਵੀ ਚੀਜ਼ਾਂ ਦੀ ਮਦਦ ਮਿਲ ਸਕਦੀ ਹੈ, ਉਸ ਚੀਜ਼ ਨੂੰ ਉਹ ਹਮੇਸ਼ਾ ਹੱਥ ਪੈਰ ਮਾਰਦਾ ਹੈ, ਉਸ ਚੀਜ਼ ਨੂੰ ਚੱਕਦਾ ਹੈ, ਫੜਦਾ ਹੈ, ਹੈਲਪ ਲੈਣ ਦੀ ਕੋਸ਼ਿਸ਼ ਕਰਦਾ ਹੈ, ਆਪਣੇ ਨਜ਼ਰ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹੈ, ਸਮਝਣ ਦੀ ਕੋਸ਼ਿਸ਼ ਕਰਦਾ ਹੈ, ਚੱਲਣ ਦੀ, ਤੁਰਨ ਦੀ, ਫਿਰਨ ਦੀ, ਤੇ ਫਿਰ ਉਸ ਚੀਜ਼ ਨੂੰ ਯੂਟੀਲਾਈਜ਼ ਕਰਨ ਦੀ ਜਦੋਂ ਉਹ ਇੱਕ ਤਾਕਤ ਰੱਖਦਾ ਹੈ, ਤਾਂ ਫਿਰ ਉਸ ਚੀਜ਼ ਤੋਂ ਉਹ ਅੱਗੇ-ਅੱਗੇ ਐਡਵਾਂਸਮੈਂਟ ਦੇ ਤੱਕ ਜਾ ਪਾਉਂਦਾ ਹੈ। ਇਸ ਲਈ ਜਿਹੜੀ ਆਪਣੀ ਪਹਿਲੀ ਟਾਈਪ ਹੈ ਲਰਨਿੰਗ ਦੀ, ਉਸਦੇ ਵਿੱਚ ਆਉਂਦਾ ਹੈ ਮੋਟਰ ਲਰਨਿੰਗ, ਜੋ ਬੱਚਾ ਕਿਸੇ ਤੋਂ ਸਿੱਖਦਾ ਨਹੀਂ ਹੈ, ਬਲਕਿ ਉਹ ਖੁਦ ਆਪਣੇ ਹੱਥ ਪੈਰ ਮਾਰ ਕੇ ਤੇ ਆਪਣੇ ਆਪ ਨੂੰ ਰੋਜ਼ ਨਵੀਂ ਚੀਜ਼ਾਂ ਹੌਲੀ ਕਰਕੇ ਕ੍ਰੋਲ ਤੋਂ ਚੱਲਣਾ, ਚੱਲਣ ਤੋਂ ਫਿਰ ਦੌੜਨਾ, ਇਹ ਚੀਜ਼ਾਂ ਸਭ ਉਹ ਆਪਣੇ ਮੋਟਰ ਐਕਟੀਵਿਟੀਜ਼ ਦੇ ਨਾਲ ਆਪਣੀ ਏਜ ਵਾਈਜ਼, ਜਦੋਂ ਆਪਣੇ ਡੇਜ਼ ਵਾਈਜ਼, ਮੰਥ ਵਾਈਜ਼ ਜਦੋਂ ਹੀ ਬੱਚਾ ਹੌਲੀ ਸਿੱਖਦਾ ਹੈ, ਤੇ ਫਿਰ ਉਸਦੇ ਵਿੱਚ ਆਉਂਦੀ ਹੈ ਮੋਟਰ ਲਰਨਿੰਗ, ਜਦੋਂ ਉਹ ਬੱਚਾ ਖੁਦ ਹੀ ਆਪਣੇ ਹੱਥ ਪੈਰ ਦੇ ਨਾਲ ਹੀ ਸਿੱਖਦਾ ਹੈ, ਨਾ ਕਿ ਉਸ ਤੋਂ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਜਾਂ ਉਸ ਤੋਂ ਇਹ ਸਿਖਾਇਆ ਨਹੀਂ ਜਾਂਦਾ, ਬਲਕਿ ਉਹ ਖੁਦ ਇਸ ਚੀਜ਼ ਨੂੰ ਸਿੱਖਦਾ ਹੈ। ਫਿਰ ਆਉਂਦੀ ਹੈ ਵਰਬਲ ਲਰਨਿੰਗ। ਹੁਣ ਵਰਬਲ ਲਰਨਿੰਗ ਕਿਸ ਨੂੰ ਕਿਹਾ ਜਾਂਦਾ ਹੈ? ਜਦੋਂ ਆਪਾਂ ਕਿਸੇ ਚੀਜ਼ ਨੂੰ ਦੇਖਣਾ, ਲਰਨ ਕਰਨਾ ਤੇ ਉਸ ਚੀਜ਼ ਨੂੰ ਮੈਮੋਰਾਈਜ਼ ਕਰਨਾ, ਉਸ ਚੀਜ਼ ਨੂੰ ਮੈਮੋਰਾਈਜ਼ ਕਰਨ ਤੋਂ ਬਾਅਦ ਉਸ ਚੀਜ਼ ਨੂੰ ਦੁਬਾਰਾ ਰੀਫਰੇਸ ਕਰਕੇ ਬੋਲਣਾ, ਇਹ ਸਭ ਆਉਂਦਾ ਹੈ ਆਪਣੇ ਵਰਬਲ ਲਰਨਿੰਗ ਦਾ ਪਾਰਟ। ਵਰਬਲ ਲਰਨਿੰਗ ਦੇ ਵਿੱਚ ਇਹ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਦੇਖਿਆ ਗਿਆ ਸੀਗਾ ਕਿ ਵਰਬਲ ਲਰਨਿੰਗ ਦੇ ਵਿੱਚ ਬੰਦਾ ਕਿਆ ਚੀਜ਼ਾਂ ਲਰਨ ਕਰ ਪਾਉਂਦਾ ਹੈ। ਜੋ ਵੀ ਆਪਾਂ ਜਦੋਂ ਆਪਾਂ ਬਿਲਕੁਲ ਹੀ ਪਹਿਲੀ ਕਲਾਸ ਦੇ ਵਿੱਚ ਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਟੀਚਰ A ਐਪਲ, B ਬਾਲ, C ਕੈਟ, D ਡੌਗ, E ਐਲੀਫੈਂਟ ਤੋਂ ਆਪਾਂ ਨੂੰ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਲਰਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਤੇ ਜਦੋਂ ਆਪਾਂ ABCD ਅੱਛੀ ਤਰ੍ਹਾਂ ਸਿੱਖ ਜਾਂਦੇ ਹਾਂ ਕਿ ਐਲਫਾਬੈਟਸ ਕਿੰਨੇ ਹੁੰਦੇ ਹਨ, ਫਿਰ ਉਸ ਤੋਂ ਬਾਅਦ ਉਸਨੂੰ ਜੋੜਨਾ ਸਿੱਖਦੇ ਹਾਂ ਕਿ A ਤੋਂ ਐਪਲ ਬਣਦਾ ਹੈ, B ਤੋਂ ਬਾਲ ਹੁੰਦਾ ਹੈ, C ਤੋਂ ਕੈਟ ਹੁੰਦਾ ਹੈ। ਐਪਲ ਦੇ ਵਿੱਚ ਕਿੰਨੇ ਵਰਡਸ ਯੂਜ਼ ਹੁੰਦੇ ਹਨ, ਬਾਲ ਦੇ ਵਿੱਚ ਕਿੰਨੇ ਵਰਡਸ ਯੂਜ਼ ਹੁੰਦੇ ਹਨ। ਤੇ ਜਦੋਂ ਆਪਾਂ ਕਿਸੇ ਚੀਜ਼ ਦੀ ਪਿਕਚਰ ਦੇਖਦੇ ਹਾਂ ਜਾਂ ਆਪਾਂ ਕਿਸੇ ਚੀਜ਼ ਦੇ ਐਲਫਾਬੈਟਸ ਨੂੰ ਦੇਖਦੇ ਹਾਂ, ਤਾਂ ਆਪਾਂ ਉਸ ਚੀਜ਼ ਤੋਂ ਆਈਡੀਆ ਲਗਾ ਲੈਂਦੇ ਹਾਂ ਕਿ A ਤੋਂ ਐਪਲ ਬਣਦਾ ਹੈ। ਤੇ ਜਦੋਂ ਬੱਚਾ ਇੱਕ ਉਸ ਚੀਜ਼ ਦੀ ਫਿਗਰ ਦੇਖਦਾ ਹੈ, ਉਸ ਫਿਗਰ ਨੂੰ ਦੇਖ ਕੇ ਉਹ ਆਈਡੀਆ ਲਗਾ ਲੈਂਦਾ ਹੈ ਕਿ ਇਸ ਚੀਜ਼ ਨੂੰ ਐਪਲ ਬੋਲਿਆ ਜਾਂਦਾ ਹੈ ਜਾਂ ਇਸ ਚੀਜ਼ ਨੂੰ ਬੈਟ ਬੋਲਿਆ ਜਾਂਦਾ ਹੈ। ਤੇ ਇਹ ਵਰਬਲ ਲਰਨਿੰਗ ਦਾ ਪਾਰਟ ਬਣ ਜਾਂਦੇ ਹਨ। ਜੋ ਵੀ ਚੀਜ਼ ਆਪਾਂ ਦੇਖ ਕੇ, ਸਮਝ ਕੇ ਉਸ ਚੀਜ਼ ਨੂੰ ਰਿਪਲਾਈ ਕਰ ਸਕੀਏ, ਜਿਸ ਦੇ ਵਿੱਚ ਆਪਾਂ ਨੂੰ ਪੜ੍ਹਨ ਤੇ ਲਿਖਣ ਦੀ ਜ਼ਰੂਰਤ ਪੈਂਦੀ ਹੈ, ਉਸ ਚੀਜ਼ ਨੂੰ ਵਰਬਲ ਲਰਨਿੰਗ ਕਿਹਾ ਜਾਂਦਾ ਹੈ। ਤੇ ਬੱਚਾ ਇਸ ਚੀਜ਼ ਨੂੰ ਆਪਣੇ ਬਚਪਨ ਤੋਂ ਪਹਿਲਾਂ ABCD ਤੋਂ ਸਿੱਖਦਾ ਹੈ, ਫਿਰ ਉਸ ਚੀਜ਼ ਨੂੰ ਸੈਂਟੈਂਸ ਬਣਾਉਣ ਤੋਂ ਸਿੱਖਦਾ ਹੈ, ਫਿਰ ਉਸ ਚੀਜ਼ ਦੇ ਮੀਨਿੰਗ ਬਣਾਉਣ ਤੋਂ ਸਿੱਖਦਾ ਹੈ। ਤੇ ਹੌਲੀ ਬੱਚਾ ਆਪਣੇ ਫਸਟ ਕਲਾਸ ਤੋਂ ਲੈ ਕੇ 12th ਕਲਾਸ ਤੱਕ ਦੀ ਜਿਹੜੀ ਸਟੱਡੀ ਹੈ, ਉਹ ਹੌਲੀ ਆਪਣੀ ਏਜ ਦੇ ਨਾਲ ਉਸ ਚੀਜ਼ ਨੂੰ ਲਰਨ ਕਰਨਾ ਸਿੱਖ ਜਾਂਦਾ ਹੈ। ਫਿਰ ਆਉਂਦਾ ਹੈ ਕਨਸੈਪਟ ਲਰਨਿੰਗ। ਹੁਣ ਕਨਸੈਪਟ ਲਰਨਿੰਗ ਦੇ ਵਿੱਚ ਜਿਹੜਾ ਵਰਬਲ ਲਰਨਿੰਗ ਹੈ, ਉਹਦਾ ਇੱਕ ਕਾਫੀ ਅਨਮੋਲ ਹਿੱਸਾ ਮੰਨਿਆ ਜਾਂਦਾ ਹੈ, ਕਿਉਂਕਿ ਜੋ ਵੀ ਆਪਾਂ ਕਨਸੈਪਟ ਦੇ ਅਕੋਰਡਿੰਗ ਆਪਾਂ ਜੋ ਵੀ ਚੀਜ਼ ਨੂੰ ਸਿੱਖਦੇ ਹਾਂ, ਉਹੀ ਕਨਸੈਪਟ ਆਪਣਾ ਜੋ ਵਰਬਲ ਲੈਵਲ ਤੇ ਆਪਾਂ ਨੇ ਸਿੱਖਿਆ ਹੁੰਦਾ ਹੈ, ਉਸ ਚੀਜ਼ ਦਾ ਆਪਾਂ ਜਦੋਂ ਮੀਨਿੰਗ ਕੱਢ ਲੈਂਦੇ ਹਾਂ, ਉਸ ਚੀਜ਼ ਦੇ ਕਨਸੈਪਟ ਨੂੰ ਸਮਝ ਜਾਂਦੇ ਹਾਂ, ਉਸ ਚੀਜ਼ ਦੇ ਪਿੱਛੇ ਦੀ ਬਣਾਈ ਹੋਈ ਇੱਕ ਥਿਊਰੀ ਨੂੰ ਸਮਝ ਪਾਉਂਦੇ ਹਾਂ, ਤਾਂ ਉਹ ਕਨਸੈਪਟ ਲਰਨਿੰਗ ਦਾ ਪਾਰਟ ਬਣ ਜਾਂਦਾ ਹੈ। ਜਦੋਂ ਆਪਾਂ ਕਿਸੇ ਚੀਜ਼ ਨੂੰ ਸਮਝ ਕੇ, ਉਸ ਚੀਜ਼ ਦੇ ਕਨਸੈਪਟ ਨੂੰ ਸਮਝ ਕੇ ਉਸ ਚੀਜ਼ ਨੂੰ ਆਪਾਂ ਲਰਨ ਕਰਦੇ ਹਾਂ। ਜੋ ਵੀ ਆਪਣਾ ਕੰਸੈਪਚੁਅਲ ਲੈਵਲ ਤੇ ਜੋ ਵੀ ਆਪਣੀ ਲਰਨਿੰਗ ਹੁੰਦੀ ਹੈ, ਉਸ ਚੀਜ਼ ਦਾ ਹਮੇਸ਼ਾ ਇੱਕ ਮੀਨਿੰਗ ਹੁੰਦਾ, ਚਾਹੇ ਉਹ ਸਿਲੇਬਲ ਵਰਡਸ ਹੋਣ, ਨਾਨ ਸਿਲੇਬਲਸ ਹੋਣ, ਯਾਨੀ ਕਿ ਉਸਦਾ ਮਤਲਬ ਹੋਵੇ ਜਾਂ ਨਾ ਹੋਵੇ। ਪਰ ਜਦੋਂ ਆਪਾਂ ਕਿਸੇ ਚੀਜ਼ ਦੇ ਕੰਸੈਪਟ ਨੂੰ ਸਮਝ ਜਾਂਦੇ ਹਾਂ, ਉਸ ਕੰਸੈਪਟ ਦੇ ਅਕੋਰਡਿੰਗ ਆਪਾਂ ਉਸ ਚੀਜ਼ ਨੂੰ ਸਮਝ ਕੇ ਆਪਾਂ ਉਸ ਚੀਜ਼ ਨੂੰ ਯੂਟੀਲਾਈਜ਼ ਕਰ ਪਾਉਂਦੇ ਹਾਂ, ਉਸ ਚੀਜ਼ ਨੂੰ ਆਪਣੇ ਐਕਸਪੀਰੀਅੰਸ ਦੇ ਵਿੱਚ ਯੂਟੀਲਾਈਜ਼ ਕਰ ਪਾਉਂਦੇ ਹਾਂ। ਫਿਰ ਆਉਂਦਾ ਹੈ ਡਿਸਕ੍ਰਿਮੀਨੇਸ਼ਨ ਲਰਨਿੰਗ। ਹੁਣ ਡਿਸਕ੍ਰਿਮੀਨੇਸ਼ਨ ਲਰਨਿੰਗ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਦੋਂ ਆਪਾਂ ਦੋ ਚੀਜ਼ਾਂ ਦੇ ਵਿੱਚ ਇੱਕ ਅੰਤਰ ਸਮਝ ਸਕੀਏ, ਜਦੋਂ ਆਪਾਂ ਡਿਸਕ੍ਰਿਮੀਨੇਟ ਕਰ ਸਕੀਏ ਕਿ ਇਸ ਇੱਕ ਚੀਜ਼ ਤੇ ਦੂਸਰੀ ਚੀਜ਼ ਦੇ ਵਿੱਚ ਕਿੰਨਾ ਕੁ ਫਰਕ ਹੈ। ਤੇ ਉਸ ਫਰਕ ਦੇ ਅਕੋਰਡਿੰਗ ਹੀ ਜਦੋਂ ਆਪਾਂ ਕਿਸੇ ਚੀਜ਼ ਨੂੰ ਲਰਨ ਕਰਦੇ ਹਾਂ, ਸਮਝਦੇ ਹਾਂ, ਤੇ ਉਸ ਚੀਜ਼ ਦੇ ਡਿਫਰੈਂਸ ਤੋਂ ਆਪਾਂ ਉਸ ਚੀਜ਼ ਨੂੰ ਅਲੱਗ-ਅਲੱਗ ਤਰੀਕੇ ਦੇ ਨਾਲ ਯੂਜ਼ ਕਰ ਪਾਉਂਦੇ ਹਾਂ। ਡਿਸਕ੍ਰਿਮੀਨੇਸ਼ਨ ਲਰਨਿੰਗ ਆਪਾਂ ਅੱਗੇ ਆਉਣ ਵਾਲੇ ਥਿਊਰੀਜ਼ ਦੇ ਵਿੱਚ ਵੀ ਸਮਝੋਗੇ ਕਿ ਡਿਸਕ੍ਰਿਮੀਨੇਸ਼ਨ ਲਰਨਿੰਗ
ਲਰਨਿੰਗ ਉਹ ਹੁੰਦੀ ਹੈ ਜਿਹੜੀ ਇੱਕ ਚੀਜ਼ ਦੇ ਮਤਲਬ ਤੋਂ ਆਪਾਂ ਨੂੰ ਅਲੱਗ ਕਰ ਸਕੇ। ਜੇ ਆਪਾਂ ਦੋ ਚੀਜ਼ ਹੈ, ਇੱਕ ਹੈ ਕਾਰ ਤੇ ਇੱਕ ਹੈ ਬਾਈਕ। ਹੁਣ ਇਹ ਦੋਨੋਂ ਹੀ ਰੋਡ ਤੇ ਚੱਲਣ ਵਾਲੇ ਇੱਕ ਵਹੀਕਲ ਹਨ, ਪਰ ਇਹ ਦੋਨਾਂ ਦੇ ਵਿੱਚ ਫਰਕ ਕਿਆ ਹੈ, ਉਸ ਫਰਕ ਨੂੰ ਸਮਝਣ ਦੇ ਲਈ ਆਪਾਂ ਨੂੰ ਡਿਸਕ੍ਰਿਮੀਨੇਸ਼ਨ ਲਰਨਿੰਗ ਦਾ ਸਮਝ ਹੋਣੀ ਚਾਹੀਦੀ ਹੈ। ਹੁਣ ਇੱਕ ਆਪਣੇ ਮਦਰ ਹੈ ਤੇ ਇੱਕ ਆਪਣੇ ਮਾਸੀ ਹਨ। ਹੁਣ ਇਹ ਦੋਨਾਂ ਦੀ ਸ਼ਕਲ ਦੇ ਵਿੱਚ ਕਾਫੀ ਜ਼ਿਆਦਾ ਇੱਕ ਸਿਮਿਲੈਰਿਟੀਜ਼ ਦੇਖੀ ਜਾਂਦੀ ਹੈ, ਪਰ ਇੱਕ ਛੋਟੇ ਬੱਚੇ ਦੇ ਲਈ ਕਈ ਵਾਰੀ ਉਹ ਸਿਮਿਲੈਰਿਟੀ ਨੂੰ ਸਮਝਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਉਸਦੇ ਕੋਲ ਇੰਨੀ ਜ਼ਿਆਦਾ ਡਿਸਕ੍ਰਿਮੀਨੇਸ਼ਨ ਲਰਨਿੰਗ ਜਾਂ ਇੰਨੀ ਕੁ ਜ਼ਿਆਦਾ ਡਿਸਕ੍ਰਿਮੀਨੇਸ਼ਨ ਪਾਵਰ ਨਹੀਂ ਹੁੰਦੀ ਹੈਗੀ ਕਿ ਉਹ ਸਮਝ ਸਕੇ ਕਿ ਇੱਕ ਮਾਂ ਤੇ ਮਾਸੀ ਦੇ ਵਿੱਚ ਫਰਕ ਕਿਆ ਹੈ। ਤੇ ਉਹ ਕਈ ਵਾਰ ਭੁਲੇਖਾ ਖਾ ਜਾਂਦਾ ਹੈ ਕਿ ਉਸਦੀ ਜਿਹੜੀ ਮਾਂ ਹੈ ਉਹ ਉਸਦੀ ਮਾਸੀ ਹੈ ਤੇ ਮਾਸੀ ਨੂੰ ਉਹ ਮਾਂ ਸਮਝ ਜਾਂਦਾ ਹੈ। ਤਾਂ ਜਿਹੜੀ ਇਹ ਡਿਸਕ੍ਰਿਮੀਨੇਸ਼ਨ ਲਰਨਿੰਗ ਹੈ ਉਹ ਜਦੋਂ ਇੱਕ ਚੀਜ਼ ਤੋਂ ਦੂਸਰੀ ਚੀਜ਼ ਦੇ ਵਿੱਚ ਇੱਕ ਡਿਫਰੈਂਸ਼ੀਏਟ ਕਰਵਾਉਣ ਲਈ ਆਪਾਂ ਨੂੰ ਜੋ ਸਿਖਾਉਂਦਾ ਹੈ ਉਸ ਚੀਜ਼ ਨੂੰ ਡਿਸਕ੍ਰਿਮੀਨੇਟ ਕੀਤਾ ਜਾਂਦਾ ਹੈ, ਉਸ ਚੀਜ਼ ਨੂੰ ਡਿਸਕ੍ਰਿਮੀਨੇਸ਼ਨ ਲਰਨਿੰਗ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਆਪਣੀ ਜੋ ਵੀ ਲਰਨਿੰਗ ਹੈ, ਜਦੋਂ ਆਪਾਂ ਨੇ ਸਟਾਰਟਿੰਗ ਦੇ ਵਿੱਚ ਲਰਨਿੰਗ ਦੇ ਬਾਰੇ ਡਿਸਕਸ ਕੀਤਾ ਸੀਗਾ, ਤਾਂ ਆਪਾਂ ਇਹ ਚੀਜ਼ ਨੂੰ ਸਮਝ ਪਾਏ ਸੀਗੇ ਕਿ ਜੋ ਵੀ ਆਪਣੀ ਜੈਨੇਟਿਕਸ ਹੁੰਦੇ ਹਨ ਤੇ ਜੋ ਵੀ ਆਪਣਾ ਇਨਵਾਇਰਨਮੈਂਟ ਹੈ ਉਹ ਆਪਾਂ ਨੂੰ ਹੈਲਪ ਕਰਦਾ ਹੈ ਡਿਫਰੈਂਸ਼ੀਏਟ ਕਰਨ ਦੇ ਵਿੱਚ ਕਿ ਕਿਆ ਚੀਜ਼ ਸਹੀ ਹੈ ਗਲਤ ਹੈ, ਤੇ ਆਪਾਂ ਉੱਥੋਂ ਹੀ ਲਰਨ ਕਰਦੇ ਹਾਂ। ਕਈ ਵਾਰੀ ਇੱਕ ਬੱਚਾ ਗਲਤ ਚੀਜ਼ਾਂ ਨੂੰ ਸਿੱਖ ਜਾਂਦਾ ਹੈ, ਚੰਗੀਆਂ ਚੀਜ਼ਾਂ ਨੂੰ ਸਿੱਖਦਾ ਹੈ, ਇਹ ਸਭ ਆਪਣੇ ਲਰਨਿੰਗ ਦਾ ਪਾਰਟ ਬਣ ਜਾਂਦੇ ਆ। ਤੇ ਜੋ ਇੱਕ ਲਰਨਿੰਗ ਐਕਸਪੀਰੀਅੰਸ ਆਪਣਾ ਥਰੂ ਆਊਟ ਚੱਲਦਾ ਹੀ ਰਹਿੰਦਾ ਹੈ। ਤੇ ਲਰਨ ਕਰਨ ਦੀਆਂ ਟਾਈਪਸ ਨੂੰ ਆਪਾਂ ਨੇ ਜਦੋਂ ਜਾਣਿਆ ਕਿ ਮੋਟਰ ਲਰਨਿੰਗ ਦੇ ਵਿੱਚ ਕਿਆ ਹੁੰਦਾ ਹੈ, ਵਰਬਲ ਲਰਨਿੰਗ ਦੇ ਵਿੱਚ ਕਿਆ ਹੁੰਦਾ ਹੈ, ਕੰਸੈਪਟ ਲਰਨਿੰਗ ਤੇ ਡਿਸਕ੍ਰਿਮੀਨੇਸ਼ਨ ਲਰਨਿੰਗ, ਤੇ ਇਹ ਜਿਹੜਾ ਇੱਕ ਲਰਨਿੰਗ ਦਾ ਇੱਕ ਤੱਤ ਹੈ ਉਹ ਆਪਣੀ ਜ਼ਿੰਦਗੀ ਭਰ ਚੱਲਦਾ ਰਹਿੰਦਾ ਹੈ। ਤੇ ਇਸੀ ਦੇ ਲਰਨਿੰਗ ਦੇ ਅਕੋਰਡਿੰਗ ਹੀ ਆਪਾਂ ਆਪਣੀ ਚੀਜ਼ਾਂ ਦੇ ਵਿੱਚ ਆਪਣੇ ਇਨਵਾਇਰਨਮੈਂਟ ਦੇ ਵਿੱਚ ਚੇਂਜਸ ਕ੍ਰੀਏਟ ਕਰ ਪਾਉਂਦੇ ਹਾਂ ਤੇ ਆਪਣੀ ਜੋ ਵੀ ਆਪਾਂ ਨੇ ਸਿੱਖਿਆ ਹੋਇਆ ਹੈ ਉਸ ਸਿੱਖ ਨੂੰ ਆਪਾਂ ਅੱਗੇ ਵਧਾ ਕੇ ਚੱਲ ਪਾਉਂਦੇ ਹਾਂ। ਫਿਰ ਆ ਜਾਂਦੀਆਂ ਹਨ ਥਿਊਰੀਜ਼ ਆਫ ਲਰਨਿੰਗ। ਹੁਣ ਥਿਊਰੀਜ਼ ਲਰਨਿੰਗ ਨੂੰ ਸਮਝਣ ਦੇ ਲਈ ਆਪਣੇ ਜਿੰਨੇ ਵੀ ਸਾਈਕੋਲੋਜਿਸਟ ਰਹੇ ਸੀਗੇ, ਥਿਊਰਿਸਟਸ ਰਹੇ ਸੀਗੇ, ਉਹਨਾਂ ਨੇ ਕਾਫੀ ਲਰਨਿੰਗ ਦੇ ਵਿੱਚ ਯੋਗਦਾਨ ਪਾਇਆ ਸੀਗਾ। ਤੇ ਲਰਨਿੰਗ ਨੂੰ ਐਕਸਪਲੇਨ ਕਰਨ ਦੇ ਲਈ ਉਹਨਾਂ ਨੇ ਕਾਫੀ ਸਾਰੀਆਂ ਥਿਊਰੀਜ਼ ਨੂੰ ਆਪਣੇ ਲੈਵਲ ਤੇ ਡਿਫਰੈਂਸ਼ੀਏਟ ਕਰਕੇ ਆਪਾਂ ਨੂੰ ਸਮਝਾਇਆ, ਜਿਸ ਦੇ ਵਿੱਚ ਇੱਕ ਦੂਜੇ ਨੂੰ ਲੈ ਕੇ ਕਾਫੀ ਜ਼ਿਆਦਾ ਕੌਂਟਰਡਿਕਸ਼ਨਸ ਵੀ ਰਹੀਆਂ ਸੀਗੀਆਂ, ਕਾਫੀ ਜ਼ਿਆਦਾ ਸਿਮਿਲੈਰਿਟੀਜ਼ ਵੀ ਰਹੀਆਂ ਸੀਗੀਆਂ। ਤੇ ਇਹਨਾਂ ਦੀ ਜਿੰਨੀਆਂ ਵੀ ਥਿਊਰੀਜ਼ ਨੇ ਲਰਨਿੰਗ ਦੇ ਲਈ, ਉਹ ਅੱਜ ਵੀ ਕਾਫੀ ਜ਼ਿਆਦਾ ਕਾਉਂਸਲਿੰਗ ਸਟ੍ਰੈਟਜੀਜ਼ ਦੇ ਵਿੱਚ, ਥੈਰੇਪੀਜ਼ ਦੇ ਵਿੱਚ ਤੇ ਆਪਣੀ ਜਿੰਨੀ ਵੀ ਸਾਈਕੋਲੋਜੀ ਦੀ ਰਿਸਰਚ ਹੈ ਕਲੀਨਿਸ਼ੀਅਨਸ ਦੇ ਅਕੋਰਡਿੰਗ ਕਰੀ ਜਾਂਦੀ ਹੈ। ਤੇ ਜਿੰਨੇ ਵੀ ਸਕੋਲਰਸ ਹਨ ਉਹ ਅੱਜ ਵੀ ਇਹਨਾਂ ਹੀ ਸਟੱਡੀਜ਼ ਦੇ ਅਕੋਰਡਿੰਗ ਹੀ ਆਪਣੀ ਜਿੰਨੇ ਵੀ ਆਉਣ ਵਾਲੀ ਫਿਊਚਰਿਸਟਿਕ ਥਿਊਰੀਜ਼ ਹਨ ਤੇ ਸਟੱਡੀਜ਼ ਹਨ ਉਸ ਚੀਜ਼ ਨੂੰ ਉਹ ਪਰਖਦੇ ਹਨ ਤੇ ਉਸ ਚੀਜ਼ ਨੂੰ ਸਮਝ ਪਾਉਂਦੇ ਹਨ। ਇਸ ਕਰਕੇ ਜਿੰਨੀਆਂ ਵੀ ਆਪਾਂ ਨੇ ਥਿਊਰੀਜ਼ ਅੱਜ ਤੱਕ ਪੜ੍ਹੀਆਂ ਹਨ ਲਰਨਿੰਗ ਦੇ ਵਿੱਚ, ਤੇ ਆਉਣ ਵਾਲੀਆਂ ਜਿੰਨੀਆਂ ਵੀ ਥਿਊਰੀਜ਼ ਹਨ ਲਰਨਿੰਗ ਦੇ ਵਿੱਚ ਕਾਫੀ ਜ਼ਿਆਦਾ ਵੱਡਾ ਰੋਲ ਪ੍ਰੋਵਾਈਡ ਕੀਤਾ। ਤੇ ਇਹ ਜਿੰਨੀਆਂ ਵੀ ਥਿਊਰੀਜ਼ ਨੇ ਇਹਨਾਂ ਨੇ ਆਪਾਂ ਨੂੰ ਲਰਨਿੰਗ ਨੂੰ ਸਮਝਣ ਦੇ ਲਈ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ। ਸੋ ਸਭ ਤੋਂ ਇੰਪੋਰਟੈਂਟ ਥਿਊਰੀ ਜੋ ਅੱਜ ਵੀ ਆਪਣੀ ਹਿਸਟਰੀ ਦੇ ਵਿੱਚੋਂ ਲੈ ਕੇ ਆਈ ਗਈ ਹੈ ਤੇ ਅੱਜ ਵੀ ਇਸ ਚੀਜ਼ ਦਾ ਬਹੁਤ ਵੱਡਾ ਰੋਲ ਪਲੇ ਕੀਤਾ ਜਾਂਦਾ ਹੈ ਇੱਕ ਛੋਟੇ ਬੱਚੇ ਨੂੰ ਸਿਖਾਉਣ ਦੇ ਲਈ, ਸਮਝਣ ਦੇ ਲਈ, ਪਰਖਣ ਦੇ ਲਈ, ਉਸਦੀ ਜਿੰਨਾ ਵੀ ਲਰਨਿੰਗ ਦਾ ਲੈਵਲ ਹੈ। ਤਾਂ ਸਭ ਤੋਂ ਪਹਿਲਾਂ ਇਵਾਨ ਪੀ ਪੈਵਲੋਵ ਨੇ ਆਪਣੀ ਥਿਊਰੀ ਕਲਾਸੀਕਲ ਕੰਡੀਸ਼ਨਿੰਗ ਦੇ ਨਾਮ ਤੋਂ ਇੱਕ ਸਟਾਰਟ ਕੀਤੀ ਸੀਗੀ, ਜਿਸ ਦੇ ਵਿੱਚ ਕਲਾਸੀਕਲ ਲੈਵਲ ਤੇ ਉਹਨਾਂ ਨੇ ਆਪਣੀ ਥਿਊਰੀ ਨੂੰ ਜਦੋਂ ਲਰਨਿੰਗ ਦੇ ਵਿੱਚ ਇੱਕ ਤਬਦੀਲੀ ਲਿਆਂਦੀ ਗਈ, ਤਾਂ ਇਹ ਚੀਜ਼ ਸਭ ਤੋਂ ਪਹਿਲਾਂ ਇਸਦੀ ਹਿਸਟਰੀ ਦੇ ਵਿੱਚ ਜੇ ਆਪਾਂ ਧਿਆਨ ਦੇਈਏ ਤਾਂ ਆਪਾਂ ਨੂੰ ਇਹ ਚੀਜ਼ ਸਮਝ ਆਉਂਦੀ ਹੈ ਕਿ ਜਿਹੜੀ ਆਪਣੀ ਲਰਨਿੰਗ ਦੀ ਥਿਊਰੀ ਸੀਗੀ ਕਲਾਸੀਕਲ ਕੰਡੀਸ਼ਨਿੰਗ, ਸੋ ਜੋ ਪੈਵਲੋਵ ਸੀਗੇ ਹੀ ਵਾਸ ਨਾਟ ਅ ਸਾਈਕੋਲੋਜਿਸਟ ਬਟ ਹੀ ਵਾਸ ਅ ਫਿਜ਼ੀਓਲੋਜਿਸਟ। ਸੋ ਇਹਨਾਂ ਦੀ ਜਿਹੜੀ ਇੱਕ ਸਟੱਡੀ ਸੀਗੀ ਉਹ ਇੱਕ ਡੌਗ ਦੇ ਉੱਤੇ ਕੀਤੀ ਗਈ ਸੀਗੀ। ਜੋ ਵੀ ਉਹ ਰਿਸਰਚ ਕਰ ਰਹੇ ਸੀਗੇ ਫਿਜ਼ੀਓਲੋਜੀਕਲ ਲੈਵਲ ਤੇ ਇੱਕ ਡੌਗ ਦੇ ਸਲਾਈਵਾ ਨੂੰ ਸਮਝ ਪਾ ਰਹੇ ਸੀਗੇ ਤੇ ਉਸ ਚੀਜ਼ ਦੇ ਉੱਤੇ ਉਹ ਐਕਸਪੈਰੀਮੈਂਟ ਕ੍ਰੀਏਟ ਕਰ ਰਹੇ ਸੀਗੇ ਆਪਣੇ ਐਕਸਪੈਰੀਮੈਂਟਲ ਇੱਕ ਲੈਬ ਦੇ ਵਿੱਚ, ਇੱਕ ਲੈਬੋਰੇਟਰੀ ਦੇ ਵਿੱਚ ਆਪਣਾ ਐਕਸਪੈਰੀਮੈਂਟ ਜਦੋਂ ਕੰਡਕਟ ਕਰ ਰਹੇ ਸੀਗੇ ਆਪਣੇ ਪਾਇਨੀਅਰਸ ਦੇ ਨਾਲ, ਤਦੋਂ ਇਹ ਚੀਜ਼ ਸਮਝਣ ਦੇ ਵਿੱਚ ਆਈ ਕਿ ਇਹ ਇੱਕ ਐਕਸੀਡੈਂਟਲ ਸਟੱਡੀ ਸੀਗੀ। ਜਿਹੜੀ ਇਹ ਥਿਊਰੀ ਆਪਾਂ ਨੇ ਜੋ ਆਪਾਂ ਅੱਜ ਪੜ੍ਹਦੇ ਹਾਂ ਔਨ ਦ ਬੇਸਿਸ ਆਫ ਲਰਨਿੰਗ, ਕਲਾਸੀਕਲ ਕੰਡੀਸ਼ਨਿੰਗ ਦਾ ਮਤਲਬ ਹੈ ਜਿਹੜੀ ਚੀਜ਼ ਆਪਾਂ ਬਾਰ-ਬਾਰ ਸਿੱਖ ਕੇ ਜਿਸ ਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਐਜ਼ ਅ ਪਰਮਾਨੈਂਟ ਚੇਂਜਸ ਲੈ ਕੇ ਆ ਪਾਉਂਦੇ ਹਾਂ। ਸੋ ਲਰਨਿੰਗ ਕੰਡੀਸ਼ਨਿੰਗ ਨੂੰ ਲਰਨਿੰਗ ਕਿਹਾ ਜਾਂਦਾ ਹੈ। ਸੋ ਇਸ ਥਿਊਰੀ ਦੇ ਵਿੱਚ ਕਿਆ ਹੋਇਆ ਸੀਗਾ ਕਿ ਪੈਵਲੋਵ ਨੇ ਆਪਣੇ ਐਕਸਪੈਰੀਮੈਂਟਲ ਰੂਮ ਦੇ ਵਿੱਚ, ਜਿੱਥੇ ਉਹ ਆਪਣੀ ਲੈਬੋਰੇਟਰੀ ਦੇ ਵਿੱਚ ਆਪਣਾ ਇੱਕ ਟੈਸਟ ਕੰਡਕਟ ਕਰ ਰਹੇ ਸੀਗੇ ਇੱਕ ਡੌਗ ਦੇ ਨਾਲ, ਤਾਂ ਉਹਨਾਂ ਦੀ ਜਦੋਂ ਐਕਸੀਡੈਂਟਲ ਸਟੱਡੀ ਦੇ ਵਿੱਚ ਕਿਆ ਹੋਇਆ ਸੀਗਾ ਕਿ ਇੱਕ ਡੌਗ ਨੂੰ ਉਹਨਾਂ ਨੇ ਇੱਕ
ਚੈਂਬਰ ਦੇ ਵਿੱਚ ਇੱਕ ਡੌਗ ਨੂੰ ਰੱਖਿਆ ਗਿਆ ਸੀਗਾ ਤੇ ਉਸ ਚੈਂਬਰ ਦੇ ਬਾਹਰ ਬਿਲਕੁਲ ਉਸਦੇ ਜਿਹੜਾ ਫੇਸ ਸੀਗਾ, ਡੌਗ ਦੇ ਜਿਹੜਾ ਮਾਊਥ ਸੀਗਾ, ਉਸਦੇ ਬਿਲਕੁਲ ਨੀਚੇ ਇੱਕ ਸਲਾਈਵਾ ਨੂੰ ਕਲੈਕਟ ਕਰਨ ਦੇ ਲਈ ਇੱਕ ਬਾਉਲ ਰੱਖਿਆ ਗਿਆ ਸੀਗਾ, ਤਾਂ ਕਿ ਉਸਦੇ ਸਲਾਈਵਾ ਨੂੰ ਸਿਕਰੀਟ ਕਰਕੇ ਉਸ ਚੀਜ਼ ਨੂੰ ਅੰਡਰਸਟੈਂਡ ਕਰ ਪਾਉਣ ਕਿ ਉਸਦਾ ਕਿੰਨਾ ਜ਼ਿਆਦਾ ਸਲਾਈਵਾ ਪ੍ਰੋਡਿਊਸ ਹੁੰਦਾ ਹੈ ਜਦੋਂ ਖਾਣਾ ਉਸਦੇ ਅੱਗੇ ਉਸਨੂੰ ਦਿੱਤਾ ਜਾਂਦਾ ਹੈ। ਸੋ ਇੱਕ ਡੌਗ ਦੇ ਅੱਗੇ ਇੱਕ ਬਾਉਲ ਰੱਖਿਆ ਗਿਆ ਤੇ ਡੌਗ ਨੂੰ ਉਸ ਚੈਂਬਰ ਦੇ ਵਿੱਚ ਬੰਦ ਸੀਗਾ ਤੇ ਉਸਦਾ ਜਿਹੜਾ ਫੇਸ ਸੀਗਾ ਉਹ ਬਾਹਰ ਸੀਗਾ, ਸੋ ਦੈਟ ਜਦ ਵੀ ਉਸਨੂੰ ਖਾਣਾ ਮਿਲੇ ਤਾਂ ਉਹ ਆਰਾਮ ਨਾਲ ਉਸ ਖਾਣੇ ਨੂੰ ਇਨਟੇਕ ਕਰ ਸਕੇ। ਤੇ ਉਸਦੇ ਨਾਲ ਜਦੋਂ ਵੀ ਉਸਨੂੰ ਖਾਣਾ ਦਿੱਤਾ ਜਾਂਦਾ ਸੀਗਾ ਤਾਂ ਇਹ ਦੇਖਿਆ ਜਾਂਦਾ ਸੀਗਾ ਕਿ ਜੋ ਡੌਗ ਹੈ ਉਸ ਖਾਣੇ ਨੂੰ ਬਹੁਤ ਉਸ ਖਾਣੇ ਦੇ ਲਈ ਉਸਦੇ ਮਾਊਥ ਦੇ ਵਿੱਚ ਸਲਾਈਵਾ ਪ੍ਰੋਡਿਊਸ ਹੁੰਦਾ ਹੈ। ਤਾਂ ਫਿਰ ਇਸ ਚੀਜ਼ ਐਕਸਪੈਰੀਮੈਂਟ ਦੇ ਵਿੱਚ ਕਿਆ ਹੋਇਆ ਕਿ ਜਦੋਂ ਵੀ ਖਾਣਾ ਮਿਲਦਾ ਸੀਗਾ ਤਾਂ ਉਸਨੂੰ ਪੈਰਾਂ ਦੀ ਆਵਾਜ਼ ਆਉਂਦੀ ਸੀਗੀ ਕਿ ਜੋ ਉਸਨੂੰ ਖਾਣਾ ਦੇ ਰਿਹਾ ਹੈ ਉਹ ਖਾਣਾ ਜਦੋਂ ਦੇਖ ਕੇ ਆ ਰਿਹਾ ਹੈ ਉਸਨੂੰ ਨਾਲ ਦੀ ਨਾਲ ਸਲਾਈਵਾ ਪ੍ਰੋਡਿਊਸ ਕਰਨ ਲੱਗ ਜਾਂਦਾ ਸੀਗਾ ਡੌਗ। ਤਾਂ ਜਦੋਂ ਉਹ ਖਾਣਾ ਦੇਣ ਲੱਗਦੇ ਸੀਗੇ, ਬਟ ਉਸਨੂੰ ਪੈਰਾਂ ਦੀ ਆਵਾਜ਼ ਤੋਂ ਹੀ ਪਤਾ ਚੱਲ ਜਾਂਦਾ ਸੀਗਾ ਕਿ ਉਸਨੂੰ ਖਾਣਾ ਮਿਲਣ ਵਾਲਾ ਹੈ ਤੇ ਉਸਦੇ ਆਵਾਜ਼ ਤੋਂ ਹੀ ਉਸਨੂੰ ਸਲਾਈਵਾ ਪ੍ਰੋਡਿਊਸ ਹੋਣ ਲੱਗ ਗਿਆ ਸੀਗਾ। ਤਾਂ ਹੌਲੀ ਹੌਲੀ ਇਹ ਦੇਖਿਆ ਗਿਆ ਕਿ ਖਾਣਾ ਆਵੇ ਜਾਂ ਨਾ ਆਵੇ, ਪਰ ਪੈਰਾਂ ਦੀ ਆਵਾਜ਼ ਤੋਂ ਹੀ ਡੌਗ ਪਹਿਲਾਂ ਹੀ ਪਹਿਚਾਣ ਜਾਂਦਾ ਸੀਗਾ ਕਿ ਹੁਣ ਉਸਨੂੰ ਖਾਣਾ ਮਿਲਣ ਵਾਲਾ ਹੈ। ਤਾਂ ਫਿਰ ਇਸ ਐਕਸਪੈਰੀਮੈਂਟ ਨੂੰ ਪੈਵਲੋਵ ਜਦ ਆਬਜ਼ਰਵ ਕਰ ਰਿਹਾ ਸੀਗਾ ਤਾਂ ਉਸਨੇ ਕਿਆ ਸੋਚਿਆ ਕਿ ਜੇ ਉਸਦੀ ਖਾਣੇ ਤੋਂ ਪਹਿਲਾਂ ਜੇ ਉਸਨੂੰ ਬੈਲ ਪ੍ਰੋਡਿਊਸ ਕੀਤੀ ਜਾਵੇ ਤੇ ਉਸ ਤੋਂ ਬਾਅਦ ਖਾਣਾ ਮਿਲੇ ਤਾਂ ਸ਼ਾਇਦ ਆਪਾਂ ਡੌਗ ਦੇ ਬਿਹੇਵੀਅਰ ਦੇ ਵਿੱਚ ਇੱਕ ਚੇਂਜ ਦੇਖ ਸਕਦੇ ਹਾਂ ਕਿ ਜਦੋਂ ਵੀ ਉਹ ਬੈਲ ਦੀ ਆਵਾਜ਼ ਸੁਣੇਗਾ ਤਾਂ ਉਸਨੂੰ ਖਾਣਾ ਮਿਲੇਗਾ ਤੇ ਖਾਣੇ ਦੀ ਆਵਾਜ਼ ਬੈਲ ਦੀ ਆਵਾਜ਼ ਤੇ ਖਾਣਾ ਜਦੋਂ ਦੋਨਾਂ ਨੂੰ ਐਸੋਸੀਏਟ ਕੀਤਾ ਜਾਏਗਾ ਤਾਂ ਆਟੋਮੈਟਿਕਲੀ ਡੌਗ ਦੇ ਮਾਊਥ ਦੇ ਵਿੱਚ ਸਲਾਈਵਾ ਪ੍ਰੋਡਿਊਸ ਹੋਣਾ ਸਟਾਰਟ ਹੋ ਜਾਏਗਾ। ਸੋ ਵਾਟ ਪੈਵਲੋਵ ਡਿਡ ਵਾਸ, ਸਭ ਤੋਂ ਪਹਿਲਾਂ ਇੱਕ ਆਵਾਜ਼ ਇੱਕ ਘੰਟੀ ਵਜਾਈ ਗਈ। ਘੰਟੀ ਵਜਾਉਣ ਤੋਂ ਬਾਅਦ ਬੈਲ ਰਿੰਗ ਕਰਨ ਤੋਂ ਬਾਅਦ ਉਸਨੂੰ ਖਾਣਾ ਦਿੱਤਾ ਗਿਆ ਤੇ ਡੌਗ ਨੇ ਖਾਣੇ ਨੂੰ ਇਨਟੇਕ ਕੀਤਾ। ਤੇ ਇਹ ਚੀਜ਼ 3-4 ਵਾਰ ਹੋਈ ਤੇ ਜਦੋਂ 5ਵੀਂ ਵਾਰ ਦੇਖਿਆ ਗਿਆ ਕਿ ਜਦੋਂ ਵੀ ਬੈਲ ਦੀ ਆਵਾਜ਼ ਆਉਂਦੀ ਹੈ ਤਾਂ ਡੌਗ ਆਟੋਮੈਟਿਕਲੀ ਸਲਾਈਵਾ ਪ੍ਰੋਡਿਊਸ ਕਰਨ ਲੱਗ ਜਾਂਦਾ ਹੈ। ਉਹ ਇਹ ਵੀ ਨਹੀਂ ਦੇਖਦਾ ਹੈਗਾ ਕਿ ਖਾਣਾ ਆਇਆ ਕਿ ਨਹੀਂ ਆਇਆ, ਪਰ ਉਹ ਆਟੋਮੈਟਿਕਲੀ ਆਪਣਾ ਸਲਾਈਵਾ ਪ੍ਰੋਡਿਊਸ ਕਰਨਾ ਸਟਾਰਟ ਕਰ ਦਿੰਦਾ ਹੈ। ਤਾਂ ਹੁਣ ਕਿਆ ਹੁੰਦਾ ਹੈ, ਸਭ ਤੋਂ ਪਹਿਲਾਂ ਖਾਣੇ ਦੀ ਘੰਟੀ ਵੱਜਦੀ ਹੈ, ਡੌਗ ਸਲਾਈਵਾ ਪ੍ਰੋਡਿਊਸ ਕਰਦਾ ਹੈ ਤੇ ਉਸ ਤੋਂ ਬਾਅਦ ਹੁਣ ਉਸਨੂੰ ਖਾਣਾ ਮਿਲਣਾ ਸਟਾਰਟ ਹੋ ਜਾਂਦਾ ਹੈ। ਸੋ ਇਸ ਐਕਸਪੈਰੀਮੈਂਟ ਦੇ ਵਿੱਚ ਸਭ ਤੋਂ ਪਹਿਲਾਂ ਜਦੋਂ ਕੰਡੀਸ਼ਨਿੰਗ ਨਹੀਂ ਹੋਈ ਸੀਗੀ ਤਾਂ ਡੌਗ ਕਿਆ ਕਰਦਾ ਹੈ ਕਿ ਉਸਨੂੰ ਖਾਣਾ ਦਿੰਦਾ ਹੈ ਤਦੋਂ ਉਹ ਸਲਾਈਵਾ ਪ੍ਰੋਡਿਊਸ ਕਰਦਾ ਹੈ। ਤੇ ਹੁਣ ਇਸੇ ਚੀਜ਼ ਨੂੰ ਕਿਆ ਕੀਤਾ ਗਿਆ ਕਿ ਜਦੋਂ ਘੰਟੀ ਵੱਜੀ ਉਸਨੂੰ ਕੋਈ ਫਰਕ ਨਹੀਂ ਪਿਆ। ਜਿਵੇਂ ਆਪਾਂ ਡਾਇਗ੍ਰਾਮ ਦੇ ਵਿੱਚ ਦੇਖ ਸਕਦੇ ਹਾਂ ਕਿ ਪਹਿਲਾਂ ਖਾਣਾ ਮਿਲਿਆ ਸਿਰਫ ਉਹਨੂੰ ਤਦੋਂ ਹੀ ਸਲਾਈਵਾ ਪ੍ਰੋਡਿਊਸ ਹੋਇਆ ਖਾਣੇ ਨੂੰ ਦੇਖ ਕੇ। ਤੇ ਫਿਰ ਉਸ ਤੋਂ ਬਾਅਦ ਜਦੋਂ ਉਸਨੂੰ ਸੈਕਿੰਡ ਟਾਈਮ ਜਦੋਂ ਬੈਲ ਰਿੰਗ ਕੀਤੀ ਗਈ ਤੇ ਖਾਣਾ ਨਹੀਂ ਪ੍ਰੋਡਿਊਸ ਕੀਤਾ ਗਿਆ ਤਾਂ ਡੌਗ ਨੂੰ ਕੋਈ ਫਰਕ ਹੀ ਨਹੀਂ ਪਿਆ, ਕਿਉਂਕਿ ਉਸ ਚੀਜ਼ ਦਾ ਕੋਈ ਐਸੋਸੀਏਸ਼ਨ ਨਹੀਂ ਸੀਗਾ ਬੈਲ ਤੇ ਖਾਣੇ ਦੇ ਨਾਲ। ਜਦੋਂ ਇਸ ਚੀਜ਼ ਦੀ ਕੰਡੀਸ਼ਨਿੰਗ ਕਰਵਾਈ ਗਈ 4-5 ਵਾਰ ਜਦੋਂ ਬੈਲ ਰਿੰਗ ਕੀਤੀ ਗਈ ਤੇ ਖਾਣਾ ਦਿੱਤਾ ਗਿਆ ਤਾਂ ਸਲਾਈਵਾ ਪ੍ਰੋਡਿਊਸ ਹੁੰਦਾ ਸੀਗਾ। ਸੋ ਹੁਣ ਕਿਆ ਦੇਖਣ ਨੂੰ ਮਿਲਿਆ ਕਿ ਜਦੋਂ ਕੰਡੀਸ਼ਨਿੰਗ ਕਰਵਾਈ ਜਾ ਰਹੀ ਸੀਗੀ ਤਾਂ ਬੈਲ ਰਿੰਗ ਕੀਤੀ ਗਈ, ਖਾਣਾ ਦਿੱਤਾ ਗਿਆ, ਫਿਰ ਸਲਾਈਵਾ ਆਇਆ। ਬੈਲ ਦਿੱਤੀ ਗਈ, ਖਾਣਾ ਆਇਆ, ਫਿਰ ਸਲਾਈਵਾ ਨਿਕਲਿਆ। ਇਹੀ ਚੀਜ਼ ਹੁਣ ਰੈਪੀਟੀਸ਼ਨ ਦੇ ਵਿੱਚ ਹੋਇਆ ਤਾਂ ਡੌਗ ਦਾ ਜਿਹੜਾ ਮਾਈਂਡ ਹੈ ਉਸ ਚੀਜ਼ ਦੇ ਨਾਲ ਕੰਡੀਸ਼ਨ ਹੋ ਗਿਆ, ਯਾਨੀ ਕਿ ਡੌਗ ਨੇ ਇਸ ਚੀਜ਼ ਨੂੰ ਲਰਨ ਕਰ ਲਿਆ ਕਿ ਜਦੋਂ ਵੀ ਬੈਲ ਰਿੰਗ ਕੀਤੀ ਜਾਂਦੀ ਹੈ ਨਾਲ ਦੀ ਨਾਲ ਮੈਨੂੰ ਫੂਡ ਮਿਲ ਜਾਂਦਾ ਹੈ, ਵਿਚ ਮੀਨਸ ਜਦੋਂ ਵੀ ਬੈਲ ਵੱਜੇਗੀ ਤਾਂ ਖਾਣਾ ਮਿਲੇਗਾ। ਤਾਂ ਹੁਣ ਆਫਟਰ ਕੰਡੀਸ਼ਨਿੰਗ ਇਹ ਦੇਖਿਆ ਗਿਆ, ਜਦੋਂ ਉਸ ਚੀਜ਼ ਨੂੰ ਸਿਖਾ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਇਹ ਚੀਜ਼ ਆਪਣੀ ਨਜ਼ਰ ਦੇ ਵਿੱਚ ਮਤਲਬ ਇਵਾਨ ਪਾਵਲੋਵ ਦੀ ਨਜ਼ਰ ਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਜਦੋਂ ਬੈਲ ਰਿੰਗ ਕੀਤੀ ਗਈ ਤਾਂ ਆਟੋਮੈਟਿਕਲੀ ਜਿਹੜਾ ਡੌਗ ਹੈ ਉਸਨੇ ਸਲਾਈਵਾ ਪ੍ਰੋਡਿਊਸ ਕਰਨ ਲੱਗ ਜਾਂਦਾ ਹੈ ਇਨ ਦਿਸ ਆਈਡੀਆ ਦੈਟ ਸੂਨ ਇੱਕ ਖਾਣੇ ਦੀ ਪਲੇਟ ਉਹਦੇ ਅੱਗੇ ਆ ਕੇ ਰੱਖ ਦਿੱਤੀ ਜਾਵੇਗੀ। So this is how before conditioning and during conditioning and then after conditioning take place, and these were the steps which were involved in the classical conditioning of a dog. So is conditioning ਦੇ ਵਿੱਚ ਆਪਣੇ ਜਿਹੜੇ important terms ਸੀਗੀਆਂ they were unconditioned stimulus, conditioned stimulus, unconditioned response and then conditioned response. ਹੁਣ ਜਿਹੜਾ unconditioned response ਹੈ, unconditioned response ਆਪਾਂ ਕਿੱਦਾਂ ਦੇਖ ਸਕਦੇ ਹਾਂ, ਜਦੋਂ ਆਪਾਂ ਨੂੰ ਸਭ ਤੋਂ ਪਹਿਲਾਂ
ਖਾਣਾ ਮਿਲਿਆ, ਠੀਕ ਹੈ। ਹੁਣ ਉਸ ਚੀਜ਼ ਨੂੰ ਆਪਾਂ ਕਿੱਦਾਂ ਦੇਖੋਗੇ, ਅਨਕੰਡੀਸ਼ਨ ਰਿਸਪੌਂਸ ਨਾਲ। ਉਸ ਚੀਜ਼ ਨਾਲ ਆਪਣੀ ਕੋਈ ਕੰਡੀਸ਼ਨਿੰਗ ਨਹੀਂ ਹੋ ਰੱਖੀ ਸੀਗੀ। ਸੋ ਅਨਕੰਡੀਸ਼ਨਡ ਸਟਿਮੂਲਸ ਵਾਸ ਜਦੋਂ ਆਪਾਂ ਨੂੰ ਖਾਣਾ ਮਿਲਿਆ। ਕੰਡੀਸ਼ਨਡ ਸਟਿਮੂਲਸ, ਫਿਰ ਉਸ ਤੋਂ ਬਾਅਦ ਉਹ ਕੰਡੀਸ਼ਨਡ ਸਟਿਮੂਲਸ ਕਿੱਦਾਂ ਬਣਿਆ, ਜਦੋਂ ਆਪਾਂ ਨੂੰ ਖਾਣੇ ਦੇ ਨਾਲ ਆਪਣੀ ਬੈਲ ਦੇ ਨਾਲ ਉਸਨੂੰ ਐਸੋਸੀਏਟ ਕੀਤਾ ਗਿਆ। ਤਾਂ ਹੁਣ ਉਹ ਕੰਡੀਸ਼ਨ ਕਰਵਾਇਆ ਗਿਆ ਕਿ ਜਦੋਂ ਵੀ ਬੈਲ ਵੱਜੇਗੀ ਤਦ ਹੀ ਖਾਣਾ ਆਏਗਾ, ਬੈਲ ਵੱਜੇਗੀ ਖਾਣਾ ਆਏਗਾ, ਤੇ ਫਿਰ ਖਾਣੇ ਤੋਂ ਬਾਅਦ ਸਲਾਈਵਾ ਪ੍ਰੋਡਿਊਸ ਹੋਏਗਾ। ਅਨਕੰਡੀਸ਼ਨਡ ਰਿਸਪੌਂਸ ਵਾਸ ਜਦੋਂ ਉਸ ਚੀਜ਼ ਦਾ ਇੱਕ ਰਿਸਪੌਂਸ ਆਟੋਮੈਟਿਕਲੀ ਨਿਕਲ ਕੇ ਆਇਆ, ਦੈਟ ਵਾਸ ਸਲਾਈਵਾ। ਕੰਡੀਸ਼ਨਡ ਰਿਸਪੌਂਸ ਕਿਆ ਸੀਗਾ, ਉਸ ਚੀਜ਼ ਦਾ ਜੋ ਵੀ ਉਸਨੇ ਰਿਸਪੌਂਸ ਦਿੱਤਾ ਖਾਣੇ ਨੂੰ ਦੇਖ ਕੇ, ਜੋ ਉਸਦੇ ਲਾਈਕ ਇੱਕ ਅਲਰਟਨੈਸ ਆਈ ਤੇ ਖਾਣੇ ਨੂੰ ਦੇਖ ਕੇ ਉਸਦੀ ਦੁਬਾਰਾ ਸੈਲੀਵੇਸ਼ਨ ਹੋਣੀ ਸਟਾਰਟ ਹੋਈ। ਸੋ ਅਨਕੰਡੀਸ਼ਨਡ ਸਟਿਮੂਲਸ, ਸਭ ਤੋਂ ਪਹਿਲਾਂ ਜੇ ਆਪਾਂ ਬਿਫੋਰ ਕੰਡੀਸ਼ਨਿੰਗ ਦੇਖੀਏ, ਦੈਟ ਵਾਸ ਫੂਡ। ਫਿਰ ਜਦੋਂ ਕੰਡੀਸ਼ਨ ਸਟਿਮੂਲਸ ਕਿਆ ਸੀਗਾ, ਜਦੋਂ ਉਸਨੂੰ ਸਿਖਾ ਦਿੱਤਾ ਗਿਆ, ਕੰਡੀਸ਼ਨ ਮਤਲਬ ਉਸਨੂੰ ਲਰਨ ਕਰਵਾ ਦਿੱਤਾ ਗਿਆ, ਦੈਟ ਵਾਸ ਬੈਲ। ਫਿਰ ਕੰਡੀਸ਼ਨ ਅਨਕੰਡੀਸ਼ਨਡ ਰਿਸਪੌਂਸ ਕਿਆ ਸੀਗਾ, ਉਸਦਾ ਸਲਾਈਵਾ। ਐਂਡ ਦੈਨ ਕੰਡੀਸ਼ਨਡ ਰਿਸਪੌਂਸ ਜਦੋਂ ਰੈਪੀਟੀਸ਼ਨ ਦੇ ਵਿੱਚ ਹੋਇਆ ਤਾਂ ਬੈਲ ਤੋਂ ਆਉਣ ਵਾਲਾ ਹੀ ਜਿਹੜਾ ਇੱਕ ਸੈਲੀਵੇਸ਼ਨ ਸੀਗਾ, ਉਸ ਚੀਜ਼ ਨੂੰ ਕੰਡੀਸ਼ਨਡ ਰਿਸਪੌਂਸ ਦੇ ਰੂਪ ਦੇ ਵਿੱਚ ਦੇਖਿਆ ਗਿਆ। ਸੋ ਪਹਿਲਾ ਸੀਗਾ ਅਨਕੰਡੀਸ਼ਨਡ ਸਟਿਮੂਲਸ, ਦੈਨ ਕੰਡੀਸ਼ਨ ਸਟਿਮੂਲਸ, ਅਨਕੰਡੀਸ਼ਨਡ ਰਿਸਪੌਂਸ ਐਂਡ ਦੈਨ ਕੰਡੀਸ਼ਨਡ ਰਿਸਪੌਂਸ, ਜੋ ਕਿ ਆਪਾਂ ਬਿਫੋਰ ਕੰਡੀਸ਼ਨਿੰਗ, ਡਿਊਰਿੰਗ ਕੰਡੀਸ਼ਨਿੰਗ ਐਂਡ ਆਫਟਰ ਕੰਡੀਸ਼ਨਿੰਗ ਆਬਜ਼ਰਵ ਕਰ ਸਕਦੇ ਹਾਂ। ਸੋ ਥੀਸ ਵਰ ਦ ਸਟੈਪਸ ਜੋ ਇਸ ਪੂਰੇ ਐਕਸਪੈਰੀਮੈਂਟ ਦੇ ਵਿੱਚ ਇਨਵੋਲਵ ਸੀਗਾ, ਤੇ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕੀਤਾ ਇਸ ਕੰਡੀਸ਼ਨਿੰਗ, ਇਸ ਕਲਾਸੀਕਲ ਕੰਡੀਸ਼ਨਿੰਗ ਨੇ, ਜੋ ਇਵਾਨ ਪਾਵਲੋਵ ਨੇ ਐਕਸੀਡੈਂਟਲੀ ਡਿਸਕਵਰ ਕੀਤਾ ਸੀਗਾ ਆਪਣੇ ਫਿਜ਼ੀਓਲੋਜੀ ਦੇ ਹੀ ਐਕਸਪੈਰੀਮੈਂਟ ਨੂੰ ਕੰਡਕਟ ਕਰਦੇ ਹੋਏ। ਸੋ these are the principles of classical conditioning। ਆਪਾਂ ਕਿਹੜੇ ਕਿਹੜੇ ਪ੍ਰਿੰਸੀਪਲਸ ਦੇ ਅਕੋਰਡਿੰਗ ਕਲਾਸੀਕਲ ਕੰਡੀਸ਼ਨਿੰਗ ਨੂੰ ਜੱਜ ਕਰ ਸਕਦੇ ਹਾਂ, ਆਈਡੈਂਟੀਫਾਈ ਕਰ ਸਕਦੇ ਹਾਂ। ਸੋ these are the principles: acquisition, extension, generalization, discrimination and higher order conditioning। ਸੋ ਸਭ ਤੋਂ ਪਹਿਲਾਂ ਆਂਦਾ ਹੈ acquisition। acquisition is to acquire, ਕਿਸੇ ਚੀਜ਼ ਨੂੰ ਲਰਨ ਕਰਨਾ। ਸੋ ਆਪਾਂ ਜਿਵੇਂ ਇੱਥੇ ਦੇਖ ਸਕਦੇ ਹਾਂ ਕਿ ਬਿਫੋਰ ਕੰਡੀਸ਼ਨਿੰਗ ਡੌਗ ਨੂੰ ਸਿਰਫ ਲੈਣਾ ਦੇਣਾ ਕਿਸ ਚੀਜ਼ ਤੋਂ ਸੀਗਾ, ਖਾਣੇ ਤੋਂ, ਠੀਕ ਹੈ। ਤੇ ਉਸਨੂੰ ਖਾਣਾ ਮਿਲੇ ਤੇ ਉਹ ਖਾਣੇ ਨੂੰ ਇਨਟੇਕ ਕਰੇ। ਪਰ ਹੌਲੀ ਹੌਲੀ ਜਦੋਂ ਇਹ ਕੰਡੀਸ਼ਨਿੰਗ, ਜਦੋਂ ਇਹ ਐਕਸਪੈਰੀਮੈਂਟ ਕੰਡਕਟ ਕੀਤਾ ਗਿਆ, ਤਾਂ ਹੁਣ ਉਸਨੂੰ ਕਿਸ ਚੀਜ਼ ਤੋਂ ਫਰਕ ਪੈਣ ਲੱਗ ਗਿਆ, ਇੱਕ ਬੈਲ ਦੀ ਆਵਾਜ਼ ਤੋਂ। ਹੁਣ ਉਹ ਬੈਲ ਦੀ ਆਵਾਜ਼ ਉਹਦੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਨ ਲੱਗ ਗਈ ਕਿ ਉਸਨੂੰ ਇਹ ਚੀਜ਼ ਦਾ ਆਈਡੀਆ ਲੱਗ ਗਿਆ ਕਿ ਜਦ ਵੀ ਬੈਲ ਵੱਜੂਗੀ ਤਾਂ ਉਸਨੂੰ ਖਾਣਾ ਮਿਲੇਗਾ ਤੇ ਉਸਨੇ ਖਾਣੇ ਨੂੰ ਟੇਕ ਕਰਨਾ ਹੈ। ਸੋ ਐਕਿਊਜ਼ੇਸ਼ਨ ਕਿਸ ਚੀਜ਼ ਨੂੰ ਬੋਲਿਆ ਗਿਆ ਹੈ ਕਿ ਕਿਸੇ ਚੀਜ਼ ਨੂੰ ਸਿੱਖਣਾ, ਸਿੱਖ ਕੇ ਉਸ ਚੀਜ਼ ਨੂੰ ਆਪਣੇ ਮਨ ਦੇ ਵਿੱਚ ਲਰਨ ਕਰਕੇ ਉਸ ਚੀਜ਼ ਨੂੰ ਕੱਢ ਲੈਣਾ ਕਿ ਇਹ ਚੀਜ਼ ਐਦਾਂ ਹੀ ਹੋਏਗੀ। ਫਿਰ ਆਉਂਦਾ ਹੈ ਐਕਸਟੈਂਸ਼ਨ। ਵਨਸ ਕੰਡੀਸ਼ਨਡ ਆਲਵੇਜ਼ ਕੰਡੀਸ਼ਨਡ। ਹੁਣ ਐਕਸਟੈਂਸ਼ਨ ਦੇ ਵਿੱਚ ਜੇ ਆਪਾਂ ਦੇਖੀਏ, ਬਿਫੋਰ ਕੰਡੀਸ਼ਨਿੰਗ ਕਿਆ ਹੋਇਆ ਸੀਗਾ, ਖਾਣਾ ਮਿਲਿਆ ਸਲਾਈਵਾ ਆਇਆ, ਖਾਣਾ ਮਿਲਿਆ ਸਲਾਈਵਾ ਆਇਆ, ਠੀਕ ਹੈ। ਫਿਰ ਉਸ ਤੋਂ ਬਾਅਦ ਕਿਆ ਹੋਇਆ, ਬੈਲ ਵੱਜੀ ਖਾਣਾ ਆਇਆ, ਉਸ ਤੋਂ ਬਾਅਦ ਸਲਾਈਵਾ ਆਇਆ, ਬੈਲ ਵੱਜੀ ਖਾਣਾ ਆਇਆ, ਸਲਾਈਵਾ ਆਇਆ, ਠੀਕ ਹੈ। ਹੁਣ ਆਫਟਰ ਕੰਡੀਸ਼ਨਿੰਗ ਕੀ ਦੇਖ ਸਕਦੇ ਹਾਂ ਆਪਾਂ ਕਿ ਬੈਲ ਵੱਜੀ ਤੇ ਆਟੋਮੈਟਿਕਲੀ ਸਲਾਈਵਾ ਆਉਣ ਲੱਗ ਗਿਆ। ਹੁਣ ਜੇ ਆਪਣੇ ਐਕਸਪੈਰੀਮੈਂਟ ਦੇ ਵਿੱਚ ਐਕਸਟੈਂਸ਼ਨ ਕ੍ਰੀਏਟ ਕਰਨ ਦੇ ਲਈ ਜੇ ਆਪਾਂ ਇਹ ਚੀਜ਼ ਨੂੰ ਦੇਖੀਏ ਕਿ ਜੇ ਬੈਲ ਵੱਜਦੀ ਤੇ ਖਾਣਾ ਨਾ ਆਉਂਦਾ ਤਾਂ ਕਿਆ ਇਹ ਇੱਕ ਕੁਐਸਚਨ ਬਣ ਸਕਦਾ ਹੈ ਕਿ ਕਿਆ ਡੌਗ ਬਾਰ ਬਾਰ ਸਲਾਈਵਾ ਹੀ ਪ੍ਰੋਡਿਊਸ ਕਰਦਾ ਰਹੇਗਾ ਜਦ ਵੀ ਬੈਲ ਵੱਜੇਗੀ, ਚਾਹੇ ਖਾਣਾ ਮਿਲੇ ਜਾਂ ਨਾ ਮਿਲੇ। ਇਹ ਜ਼ਰੂਰੀ ਨਹੀਂ ਹੈ ਕਿ ਡੌਗ ਦਾ ਸਲਾਈਵਾ ਪ੍ਰੋਡਿਊਸ ਹੁੰਦਾ ਹੀ ਰਹੇ, ਬਲਕਿ ਜੇ ਉਸਨੂੰ ਬੈਲ ਵੱਜਣ ਤੇ ਖਾਣਾ ਨਹੀਂ ਮਿਲਦਾ ਤਾਂ 4, 5, 7 ਔਰ ਵੀ ਕੈਨ ਸੇ 20 ਟਾਈਮ ਤੱਕ ਜਾਂਦੇ ਜਾਂਦੇ ਹੁਣ ਡੌਗ ਉਸ ਚੀਜ਼ ਤੋਂ ਉਸਨੂੰ ਫਰਕ ਪੈਣਾ ਬੰਦ ਹੋ ਜਾਏਗਾ ਕਿ ਚਾਹੇ ਬੈਲ ਵੱਜੇ ਜਾਂ ਨਾ ਵੱਜੇ, ਪਰ ਉਸ ਬੈਲ ਤੋਂ ਹੁਣ ਡੌਗ ਨੂੰ ਕੋਈ ਫਰਕ ਨਹੀਂ ਪਏਗਾ ਕਿਉਂਕਿ ਉਹਨੇ ਉਸ ਚੀਜ਼ ਨੂੰ ਲਰਨ ਕਰ ਲਿਆ ਹੈ ਕਿ ਸਿਰਫ ਬੈਲ ਹੀ ਵੱਜ ਰਹੀ ਹੈ ਪਰ ਮੈਨੂੰ ਖਾਣਾ ਨਹੀਂ ਮਿਲ ਰਿਹਾ ਹੈਗਾ। ਤਾਂ ਹੋ ਸਕਦਾ ਹੈ ਕਿ ਹੁਣ ਬੈਲ ਤੋਂ ਬਾਅਦ ਮੈਨੂੰ ਖਾਣਾ ਨਹੀਂ ਮਿਲੇਗਾ। ਤਾਂ ਇਸ ਚੀਜ਼ ਨੂੰ ਆਪਾਂ ਹੁਣ ਦੇਖ ਸਕਦੇ ਹਾਂ ਕਿ ਡੌਗ ਦੀ ਐਕਸਟੈਂਸ਼ਨ ਹੋ ਜਾਂਦੀ ਹੈ ਕਿ ਜਦੋਂ ਪਹਿਲਾਂ ਇੱਕ ਚੀਜ਼ ਨੂੰ ਜੋ ਉਸਨੇ ਸਿੱਖਿਆ ਹੁੰਦਾ ਹੈ, ਹੁਣ ਹੌਲੀ ਹੌਲੀ ਜੇ ਉਹ ਚੀਜ਼ ਆਪਣੀ ਪ੍ਰੈਕਟਿਸ ਦੇ ਵਿੱਚ ਨਹੀਂ ਰਹਿੰਦੀ ਹੈਗੀ ਤਾਂ ਜ਼ਰੂਰੀ ਨਹੀਂ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਚੀਜ਼ ਆਪਾਂ ਨੂੰ ਯਾਦ ਰਹੇਗੀ, ਬਲਕਿ ਹੌਲੀ ਹੌਲੀ ਡੌਗ ਉਸ ਚੀਜ਼ ਨੂੰ ਭੁੱਲਣਾ ਸਟਾਰਟ ਕਰ ਦਿੰਦਾ ਹੈ। ਤੇ ਇੱਦਾਂ ਹੀ ਆਪਣੇ ਹਿਊਮਨਸ ਦੇ ਨਾਲ ਵੀ ਹੁੰਦਾ ਹੈ। ਕੋਈ ਚੀਜ਼ ਜਦੋਂ ਆਪਾਂ ਰੋਜ਼ਾਨਾ ਕਰਦੇ ਆ ਰਹੇ ਹੁੰਦੇ ਹਾਂ ਤੇ ਉਸ ਚੀਜ਼ ਦਾ ਆਪਾਂ ਨੂੰ ਫਲ ਮਿਲ ਰਿਹਾ ਹੁੰਦਾ ਹੈ ਜਾਂ ਆਪਾਂ ਕਿਸੇ ਚੀਜ਼ ਦੇ ਸਟਿਮੂਲਸ ਤੋਂ ਆਪਾਂ ਨੂੰ ਰਿਸਪੌਂਸ ਮਿਲ ਰਿਹਾ ਹੁੰਦਾ ਹੈ, ਤਾਂ ਇੱਕ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਜਦੋਂ ਆਪਾਂ ਨੂੰ ਉਹੀ ਚੀਜ਼ ਆਪਾਂ ਨੂੰ ਨਹੀਂ ਮਿਲਦੀ ਹੈਗੀ ਤਾਂ ਆਪਾਂ ਉਸ ਚੀਜ਼ ਨੂੰ ਕਰਨਾ ਬੰਦ ਕਰ ਦਿੰਦੇ ਹਾਂ। ਸੋ ਇੱਦਾਂ ਹੀ ਆਪਣੀ ਉਹ ਐਕਸਟੈਂਸ਼ਨ ਹੋਣੀ ਸਟਾਰਟ ਹੋ ਜਾਂਦੀ ਹੈ। Then comes generalization and discrimination। ਹੁਣ generalization and discrimination ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ, ਜਦੋਂ
ਮੰਨ ਲਓ ਜਨਰਲਾਈਜ਼ੇਸ਼ਨ ਦੇ ਵਿੱਚ ਜੇ ਬੈਲ ਦੀ ਜਗ੍ਹਾ ਇੱਕ ਸਿਮਿਲਰ ਆਵਾਜ਼ ਜੇ ਡੌਗ ਨੂੰ ਸੁਣਾਈ ਜਾਵੇ ਤਾਂ ਸ਼ਾਇਦ ਉਸਦਾ ਰਿਸਪੌਂਸ ਫਿਰ ਵੀ ਸੇਮ ਹੀ ਰਹੇਗਾ, ਕਿਉਂਕਿ ਡੌਗ ਉਸ ਚੀਜ਼ ਦੇ ਡਿਫਰੈਂਸ ਨੂੰ ਇੰਨਾ ਜ਼ਿਆਦਾ ਸਮਝ ਨਹੀਂ ਪਾਏਗਾ। ਇਸ ਕਰਕੇ ਉਸਦੇ ਬੈਲ ਜਾਂ ਫਿਰ ਕਿਸੇ ਹੋਰ ਸਿਮਿਲਰ ਬੈਲ ਵਰਗੀ ਆਵਾਜ਼ ਤੋਂ ਡੌਗ ਦਾ ਜਿਹੜਾ ਰਿਸਪੌਂਸ ਹੈ ਉਹ ਦੇਖਿਆ ਗਿਆ ਕਿ ਉਹ ਸੇਮ ਹੀ ਰਿਸਪੌਂਸ ਨੂੰ ਪ੍ਰੋਡਿਊਸ ਕਰਦਾ ਹੈ। ਫਿਰ ਆਉਂਦਾ ਹੈ ਡਿਸਕ੍ਰਿਮੀਨੇਸ਼ਨ। ਮੰਨ ਲਓ ਆਪਾਂ ਡੌਗ ਨੂੰ ਬੈਲ ਦੀ ਆਵਾਜ਼ ਦੀ ਬਜਾਏ ਆਪਾਂ ਰੈੱਡ ਕਲਰ ਦੀ ਇੱਕ ਲਾਈਟ ਨੂੰ ਚਲਾਈਏ ਤਾਂ ਸ਼ਾਇਦ ਹੋ ਸਕਦਾ ਹੈ ਕਿ ਡੌਗ ਆਪਣਾ ਸਲਾਈਵਾ ਪ੍ਰੋਡਿਊਸ ਨਾ ਕਰੇ, ਕਿਉਂਕਿ ਉਸਦੇ ਲਈ ਉਹ ਇੱਕ ਡਿਫਰੈਂਟ ਚੀਜ਼ ਹੈ। ਇੱਕ ਹੈ ਬੈਲ ਦੀ ਆਵਾਜ਼ ਸੁਣਨਾ ਹੈ, ਇੱਕ ਹੈ ਰੈੱਡ ਲਾਈਟ ਨੂੰ ਦੇਖਣਾ। ਸੋ ਇਹ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਡਿਫਰੈਂਸ ਦੇਖਣ ਦੀ ਕਰਕੇ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਆਪਾਂ ਸੇਮ ਉਹੀ ਬੀਇੰਗ ਅ ਹਿਊਮਨ ਆਪਾਂ ਸ਼ਾਇਦ ਜੋ ਜਰਨਲ ਵੇ ਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਸਮਝਦੇ ਹਾਂ, ਕਿਸੇ ਹੌਰਨ ਨੂੰ ਜਾਂ ਬੈਲ ਦੀ ਆਵਾਜ਼ ਤੋਂ ਜੇ ਆਪਾਂ ਉਸ ਚੀਜ਼ ਨੂੰ ਸਿਮਿਲੈਰਿਟੀ ਦੇਖ ਪਾਉਂਦੇ ਹਾਂ, ਤਾਂ ਉੱਥੇ ਜੇ ਆਪਾਂ ਨੂੰ ਕੋਈ ਚੀਜ਼ ਡਿਸਕ੍ਰਿਮੀਨੇਟ ਜਾਂ ਇੱਕ ਡਿਫਰੈਂਟ ਲੈਵਲ ਤੇ ਦੇਖੀ ਜਾਵੇ ਜਾਂ ਮਹਿਸੂਸ ਕੀਤੀ ਜਾਵੇ ਤਾਂ ਆਪਣਾ ਜਿਹੜਾ ਰਿਸਪੌਂਸ ਦੇਣ ਦਾ ਇੱਕ ਜਿਹੜਾ ਤਰੀਕਾ ਹੈ, ਨਜ਼ਰੀਆ ਹੈ, ਉਹ ਚੇਂਜ ਹੋ ਸਕਦਾ ਹੈ, ਕਿਉਂਕਿ ਉਸ ਚੀਜ਼ ਦੇ ਵਿੱਚ ਆਪਾਂ ਨੂੰ ਸਿਮਿਲੈਰਿਟੀਜ਼ ਨਜ਼ਰ ਨਹੀਂ ਆਉਂਦੀ ਤੇ ਆਪਣਾ ਜਿਹੜਾ ਬ੍ਰੇਨ ਹੈ ਆਪਾਂ ਨੂੰ ਇਹ ਚੀਜ਼ ਸਮਝਣ ਤੋਂ ਮਜਬੂਰ ਕਰ ਦਿੰਦਾ ਹੈ ਕਿ ਇਹ ਚੀਜ਼ ਸਿਮਿਲਰ ਨਹੀਂ ਹੈਗੀ, ਜਿਸ ਤਰੀਕੇ ਦੇ ਨਾਲ ਉਸ ਚੀਜ਼ ਨੂੰ ਕੰਡੀਸ਼ਨਿੰਗ ਹੋ ਰੱਖੀ ਹੁੰਦੀ ਹੈ। ਲਾਸਟ ਪ੍ਰਿੰਸੀਪਲ ਹੈ ਆਪਣਾ ਹਾਇਰ ਆਰਡਰ ਕੰਡੀਸ਼ਨਿੰਗ। ਹੁਣ ਹਾਇਰ ਆਰਡਰ ਕੰਡੀਸ਼ਨਿੰਗ ਦੇ ਵਿੱਚ ਆਪਾਂ ਕਿੱਦਾਂ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਜੇ ਆਪਾਂ ਦੇਖੀਏ ਇੱਕ ਐਕਸਪੈਰੀਮੈਂਟ ਤੋਂ ਹੀ ਆਪਾਂ ਸਮਝ ਜਾਂਦੇ ਹਾਂ ਕਿ ਖਾਣਾ ਮਿਲਿਆ ਸਲਾਈਵਾ ਆਇਆ, ਤਾਂ ਹੌਲੀ ਹੌਲੀ ਕੀ ਕੀਤਾ ਗਿਆ ਕਿ ਬੈਲ ਵੱਜੀ, ਖਾਣਾ ਮਿਲਿਆ ਤਾਂ ਸਲਾਈਵਾ ਆਇਆ। ਹੁਣ ਜੇ ਇਸ ਚੀਜ਼ ਦੇ ਵਿੱਚ ਆਪਾਂ ਇੱਕ ਹੋਰ ਇੱਕ ਸਟੈਪ ਨੂੰ ਜੇ ਆਪਾਂ ਐਡ ਕਰ ਦਈਏ ਉਸ ਚੀਜ਼ ਨੂੰ ਹਾਇਰ ਆਰਡਰ ਕੰਡੀਸ਼ਨਿੰਗ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਜਿਵੇਂ ਕਿ ਰੈੱਡ ਲਾਈਟ ਬਲੀ, ਬੈਲ ਵੱਜੀ, ਖਾਣਾ ਆਇਆ, ਦੈਨ ਸਲਾਈਵਾ ਆਇਆ। ਬੈਲ ਵੱਜੀ, ਬੈਲ ਤੋਂ ਪਹਿਲਾਂ ਰੈੱਡ ਲਾਈਟ ਆਈ, ਬੈਲ ਵੱਜੀ, ਖਾਣਾ ਆਇਆ, ਸਲਾਈਵਾ ਆਇਆ। ਹੁਣ ਜਦੋਂ ਇਹ ਸਟੈਪ ਨੂੰ ਹੁਣ ਡੌਗ ਜੋ ਕਿ ਕਦੋਂ ਦਾ ਇਸ ਚੀਜ਼ ਨੂੰ ਲਰਨ ਕਰ ਰਿਹਾ ਹੈ ਕਿ ਜਦੋਂ ਵੀ ਬੈਲ ਵੱਜੇਗੀ ਮੈਨੂੰ ਖਾਣਾ ਮਿਲੇਗਾ, ਹੁਣ ਉਸ ਚੀਜ਼ ਦੇ ਵਿੱਚ ਕਿਆ ਚੇਂਜਸ ਆਉਣਗੇ ਜਦੋਂ ਹਾਇਰ ਆਰਡਰ ਇੱਕ ਐਡਅਪ ਹੋ ਜਾਏਗਾ, ਤਾਂ ਡੌਗ ਇਹ ਚੀਜ਼ ਨੂੰ ਦੇਖ ਪਾਏਗਾ ਕਿ ਹੁਣ ਰੈੱਡ ਲਾਈਟ ਬਲੇਗੀ ਤਾਂ ਉਸਨੂੰ ਖਾਣਾ ਮਿਲੇਗਾ। ਤਾਂ ਉਸ ਚੀਜ਼ ਨੂੰ ਉਹ ਸਟੈਪ ਬਾਏ ਸਟੈਪ ਲਰਨ ਕਰ ਲੈਂਦਾ ਹੈ ਕਿ ਬੈਲ ਵੱਜੇਗੀ, ਬੈਲ ਤੋਂ ਪਹਿਲਾਂ ਰੈੱਡ ਲਾਈਟ ਆਏਗੀ, ਬੈਲ ਵੱਜੇਗੀ, ਖਾਣਾ ਆਏਗਾ, ਸਲਾਈਵਾ ਆਏਗਾ। ਹੁਣ ਉਸਨੂੰ ਕੋਈ ਫਰਕ ਨਹੀਂ ਹੈ ਬੈਲ ਵੱਜੇ ਜਾਂ ਨਾ ਵੱਜੇ, ਪਰ ਰੈੱਡ ਲਾਈਟ ਚੱਲੇਗੀ ਤਾਂ ਮੈਨੂੰ ਖਾਣਾ ਮਿਲੇਗਾ। ਤਾਂ ਹੁਣ ਉਸਨੂੰ ਇਹ ਸਟੈਪ ਦੀ ਲਰਨਿੰਗ ਹੋ ਗਈ ਹੈ, ਕੰਡੀਸ਼ਨਿੰਗ ਹੋ ਗਈ ਹੈ ਕਿ ਜਦੋਂ ਵੀ ਰੈੱਡ ਲਾਈਟ ਚੱਲੇਗੀ ਤਾਂ ਮੈਨੂੰ ਖਾਣਾ ਮਿਲੇਗਾ। ਹੁਣ ਰੈੱਡ ਲਾਈਟ ਤੋਂ ਐਸੋਸੀਏਸ਼ਨ ਕਿਆ ਹੋ ਗਿਆ, ਸਿੱਧਾ ਹੀ ਸਲਾਈਵਾ ਦਾ ਐਸੋਸੀਏਸ਼ਨ ਹੋ ਗਿਆ। ਵਿੱਚ ਵਾਲੇ ਜਿੰਨੇ ਵੀ ਸਟੈਪਸ ਨੇ ਹੁਣ ਉਸ ਚੀਜ਼ ਨੂੰ ਉਸਨੇ ਲਰਨ ਕਰ ਲਿਆ ਹੈ, ਕੰਡੀਸ਼ਨ ਕਰ ਲਿਆ ਹੈ ਕਿ ਰੈੱਡ ਲਾਈਟ ਤੋਂ ਖਾਣਾ ਮੈਨੂੰ ਆਟੋਮੈਟਿਕਲੀ ਮਿਲ ਜਾਏਗਾ। So this is our higher order conditioning. So these are the steps of classical conditioning ਕਿ ਆਪਾਂ ਕਿਸੇ ਚੀਜ਼ ਨੂੰ ਜੇ ਸਿੱਖਣਾ ਹੁੰਦਾ ਹੈ ਤੇ ਕਿਹੜੇ-ਕਿਹੜੇ ਪ੍ਰਿੰਸੀਪਲਸ ਆਪਾਂ ਨੂੰ ਹੈਲਪ ਕਰਦੇ ਹਨ। ਨੈਕਸਟ ਐਕਸਪੈਰੀਮੈਂਟ ਆਉਂਦਾ ਹੈ ਜੋ ਕਿ ਇੱਕ ਲਰਨਿੰਗ ਦੇ ਵਿੱਚ ਕਾਫੀ ਮਹੱਤਵਪੂਰਨ ਰੋਲ ਪਲੇ ਕੀਤਾ ਹੈ, ਦੈਟ ਵਾਜ਼ ਦ ਲਿਟਲ ਐਲਬਰਟ ਐਕਸਪੈਰੀਮੈਂਟ। ਇੱਕ ਐਕਸਪੈਰੀਮੈਂਟਰ ਨੇ ਇੱਕ ਐਲਬਰਟ ਜੋ ਕਿ ਬਿਲਕੁਲ ਇੱਕ 3 ਸਾਲ ਦਾ ਬੱਚਾ ਸੀਗਾ, ਉਸਦੇ ਨਾਲ ਇਹ ਐਕਸਪੈਰੀਮੈਂਟ ਕੀਤਾ। ਉਸ ਐਕਸਪੈਰੀਮੈਂਟ ਦੇ ਵਿੱਚ ਉਸ ਬੱਚੇ ਦਾ ਨਾਮ ਸੀਗਾ ਐਲਬਰਟ, ਤੇ ਇਸਦੇ ਮਦਰ ਦੀ ਪਰਮਿਸ਼ਨ ਤੋਂ ਇਸਨੇ ਐਲਬਰਟ ਨੂੰ ਆਪਣੇ ਐਕਸਪੈਰੀਮੈਂਟਲ ਲੈਬੋਰੇਟਰੀ ਦੇ ਵਿੱਚ ਲੈ ਕੇ ਆਂਦਾ ਗਿਆ ਤੇ ਉਸ ਬੱਚੇ ਦਾ ਇੱਕ ਐਸੋਸੀਏਸ਼ਨ ਕਰਵਾਇਆ ਗਿਆ ਇੱਕ ਵਾਈਟ ਰੈਬਿਟ ਦੇ ਨਾਲ, ਜੋ ਕਿ ਵਾਈਟ ਕਲਰ ਦਾ ਰੈਬਿਟ ਸੀਗਾ। ਉਸਨੂੰ ਉਸ ਚੀਜ਼ ਦੇ ਨਾਲ ਐਸੋਸੀਏਟ ਕਰਵਾਇਆ ਗਿਆ, ਜਿਸ ਦੇ ਨਾਲ ਬੱਚਾ ਬਹੁਤ ਹੀ ਫਨ ਕਰਦਾ ਸੀਗਾ, ਪਲੇ ਕਰਦਾ ਸੀਗਾ ਤੇ ਉਸਦੇ ਨਾਲ ਕਾਫੀ ਟਾਈਮ ਸਪੈਂਡ ਕਰਦਾ ਸੀਗਾ ਤੇ ਉਸਦੇ ਨਾਲ ਉਸਦਾ ਕਾਫੀ ਵਧੀਆ ਇੱਕ ਰੈਪੋ ਬਿਲਡ ਹੋ ਗਈ ਸੀਗੀ ਤੇ ਉਹ ਕਾਫੀ ਅੱਛਾ ਇੱਕ ਰਿਲੇਸ਼ਨ ਬਣ ਗਿਆ ਸੀਗਾ ਉਸ ਵਾਈਟ ਰੈਬਿਟ ਦੇ ਨਾਲ। ਤਾਂ ਸੂਨ ਐਕਸਪੈਰੀਮੈਂਟਰ ਕਿਆ ਕਰਦਾ ਹੈ ਕਿ ਜਦੋਂ ਵੀ ਵਾਈਟ ਰੈਬਿਟ ਉਸ ਬੇਬੀ ਦੇ ਕੋਲ ਦਿੱਤਾ ਜਾਂਦਾ ਸੀਗਾ ਤਾਂ ਉਸਨੂੰ ਇੱਕ ਥੋੜਾ ਜਿਹਾ ਇੱਕ ਮਿਨੀਮਲ ਲੈਵਲ ਤੇ ਸ਼ੌਕ ਦਿੱਤਾ ਜਾਂਦਾ ਸੀਗਾ, ਜੋ ਕਿ ਬੱਚੇ ਨੂੰ ਡਿਸਕੰਫਰਟ ਕਰਨ ਦੇ ਲਈ ਸੀਗਾ। ਉਸ ਬੱਚੇ ਦੇ ਨਾਲ ਇਹ ਐਕਸਪੈਰੀਮੈਂਟ ਕਰਨ ਦਾ ਇਹ ਰੀਜ਼ਨ ਸੀਗਾ ਕਿ ਉਸ ਬੱਚੇ ਨੂੰ ਉਹ ਲਰਨ ਕਰਵਾ ਕੇ ਉਸ ਚੀਜ਼ ਨੂੰ
ਡੀਕੋਡ ਕਰਕੇ ਇਸ ਚੀਜ਼ ਨੂੰ ਰੀਲਰਨ ਕਰਵਾਉਣਾ ਚਾਹੁੰਦਾ ਸੀਗਾ ਜੋ ਵੀ ਬੱਚੇ ਨੂੰ ਉਸਨੇ ਲਰਨ ਕਰਵਾਇਆ ਸੀਗਾ ਪੂਰੇ ਐਕਸਪੈਰੀਮੈਂਟ ਦੇ ਵਿੱਚ, ਕਿ ਸਭ ਤੋਂ ਪਹਿਲਾਂ ਇੱਕ ਰੈਬਿਟ ਦੇ ਨਾਲ ਉਸਦਾ ਇੱਕ ਅੱਛਾ ਰਿਲੇਸ਼ਨ ਫਾਰਮ ਕੀਤਾ। ਫਿਰ ਉਸਦਾ ਐਸੋਸੀਏਟ ਕੀਤਾ ਗਿਆ ਇੱਕ ਸ਼ੌਕ ਦੇ ਨਾਲ, ਇੱਕ ਬਹੁਤ ਹੀ ਮਿਨੀਮਲ ਜਿਹਾ ਸ਼ੌਕ ਦਿੱਤਾ ਜਾਂਦਾ ਸੀਗਾ। ਕੁਝ ਐਕਸਪੈਰੀਮੈਂਟਰਸ ਦਾ ਕਹਿਣਾ ਹੈ ਕਿ ਜਦੋਂ ਵੀ ਰੈਬਿਟ ਦਿਖਦਾ ਸੀਗਾ ਤਾਂ ਉਸਨੂੰ ਇੱਕ ਮਿਨੀਮਲ ਲੈਵਲ ਤੇ ਸ਼ੌਕ ਦਿੱਤਾ ਜਾਂਦਾ ਸੀਗਾ। ਕੁਝ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਜਦੋਂ ਵੀ ਵਾਈਟ ਰੈਬਿਟ ਬੇਬੀ ਦੇ ਹੱਥ ਦੇ ਵਿੱਚ ਹੁੰਦਾ ਸੀਗਾ ਤਾਂ ਉਸਨੂੰ ਡਰਾਵਨੀਆਂ ਆਵਾਜ਼ਾਂ ਸੁਣਾਈਆਂ ਜਾਂਦੀਆਂ ਸੀਗੀਆਂ। ਤਾਂ ਇਹ ਕਾਫੀ ਇੱਕ ਸਬਜੈਕਟਿਵ ਐਕਸਪੈਰੀਮੈਂਟ ਵੀ ਦੇਖਿਆ ਜਾਂਦਾ ਹੈ। ਤਾਂ ਜਿਹੜੀ ਉਹ ਡਰਾਵਨੀ ਆਵਾਜ਼ ਸੁਣਾਈ ਜਾਂਦੀ ਸੀ ਬੱਚੇ ਨੂੰ, ਤਾਂ ਉਸ ਬੱਚੇ ਨੂੰ ਇਹ ਚੀਜ਼ ਦਾ ਇੱਕ ਅੰਦਾਜ਼ਾ ਲੱਗਣ ਲੱਗ ਗਿਆ ਕਿ ਜਦ ਵੀ ਮੈਂ ਵਾਈਟ ਰੈਬਿਟ ਨੂੰ ਆਪਣੀ ਗੋਦੀ ਦੇ ਵਿੱਚ ਚੱਕਦਾ ਹਾਂ, ਇਸ ਨੂੰ ਮੈਂ ਟੱਚ ਕਰਦਾ ਹਾਂ, ਇਸ ਦੇ ਨਾਲ ਮੈਂ ਖੇਲਦਾ ਹਾਂ, ਤਦ ਹੀ ਮੈਨੂੰ ਇੱਕ ਡਰਾਵਨੀ ਆਵਾਜ਼ ਸੁਣਾਈ ਦਿੰਦੀ ਹੈ। ਤੇ ਹੌਲੀ ਹੌਲੀ ਬੱਚੇ ਨੂੰ ਰੈਬਿਟ ਨੂੰ ਟੱਚ ਕਰਨ ਤੋਂ, ਰੈਬਿਟ ਦੇ ਆਉਣ ਤੋਂ ਤੇ ਰੈਬਿਟ ਦੇ ਵਾਈਟ ਕਲਰ ਦੀ ਕੋਈ ਵੀ ਚੀਜ਼ ਨੂੰ ਆਸ-ਪਾਸ ਆਪਣੇ ਦੇਖਣ ਤੋਂ ਡਰ ਲੱਗਣਾ ਸਟਾਰਟ ਹੋ ਜਾਂਦਾ ਹੈ ਤੇ ਬੱਚਾ ਵਾਈਟ ਰੈਬਿਟ ਨੂੰ ਫੀਅਰ ਦੇ ਨਾਲ ਐਸੋਸੀਏਟ ਕਰਨਾ ਸਟਾਰਟ ਕਰ ਦਿੰਦਾ ਹੈ ਕਿ ਜਦੋਂ ਵੀ ਉਹ ਵਾਈਟ ਰੈਬਿਟ ਦੇਖਦਾ ਹੈ ਜਾਂ ਵਾਈਟ ਰੈਬਿਟ ਵਰਗੀ ਕੋਈ ਵੀ ਚੀਜ਼ ਨੂੰ ਦੇਖਦਾ ਹੈ, ਵਾਈਟ ਕਲਰ ਦੇ ਕਲੋਥ ਨੂੰ ਦੇਖਦਾ ਹੈ, ਕੋਈ ਸੌਫਟ ਕਲੋਥ ਨੂੰ ਦੇਖਦਾ ਹੈ ਜਾਂ ਵਾਈਟ ਕਲਰ ਦੀ ਕਾਟਨ ਨੂੰ ਦੇਖਦਾ ਹੈ, ਤਦੋਂ ਬੱਚਾ ਰੋਣਾ ਸਟਾਰਟ ਕਰ ਦਿੰਦਾ ਹੈ ਕਿਉਂਕਿ ਉਸ ਚੀਜ਼ ਨੂੰ ਐਸੋਸੀਏਟ ਹੋਣ ਲੱਗ ਜਾਂਦਾ ਹੈ ਵਿਦ ਦ ਰੈਬਿਟ। ਤੇ ਵਾਈਟ ਰੈਬਿਟ ਦਾ ਐਸੋਸੀਏਸ਼ਨ ਸਿੱਧਾ ਹੁੰਦਾ ਹੈ ਇੱਕ ਡਰਾਵਨੀ ਆਵਾਜ਼ ਤੋਂ, ਤੇ ਡਰਾਵਨੀ ਆਵਾਜ਼ ਤੋਂ ਬੱਚਾ ਡਰਦਾ ਹੈ, ਇਸ ਕਰਕੇ ਉਸਦਾ ਜਿਹੜਾ ਡਰ ਹੈ ਉਹ ਵਾਈਟ ਰੈਬਿਟ ਦੇ ਨਾਲ ਹੀ ਐਸੋਸੀਏਟ ਹੋ ਜਾਂਦਾ ਹੈ ਸਿੱਧਾ, ਕਿ ਹੁਣ ਮੈਨੂੰ ਵਾਈਟ ਰੈਬਿਟ ਦਿਖ ਰਿਹਾ ਹੈ ਤਾਂ ਮੈਨੂੰ ਗੰਦੀ ਆਵਾਜ਼ ਜਾਂ ਡਰਾਵਨੀ ਆਵਾਜ਼ ਸੁਣਾਈ ਦੇਗੀ। ਤੇ ਇਸ ਕਰਕੇ ਬੱਚਾ ਫੀਅਰ ਤੋਂ ਆਪਰੇਟ ਕਰਦਾ ਹੈ ਐਂਡ ਇਸ ਕਰਕੇ ਬੱਚਾ ਰੋਣਾ ਸਟਾਰਟ ਕਰ ਦਿੰਦਾ ਹੈ। ਤੇ ਇਹ ਚੀਜ਼ ਉਸਦੀ ਮਦਰ ਆਬਜ਼ਰਵ ਕਰਦੀ ਹੈ ਕਿ ਮੇਰੇ ਬੱਚੇ ਦੇ ਨਾਲ ਕੁਝ ਗਲਤ ਹੋ ਰਿਹਾ ਹੈ। ਮੇਰਾ ਬੱਚਾ ਇੱਕ ਵਾਈਟ ਰੈਬਿਟ ਜੋ ਕਿ ਲੋਕਾਂ ਨੂੰ ਆਮ ਤੌਰ ਤੇ ਬਹੁਤ ਅੱਛਾ ਲੱਗਦਾ ਹੈ, ਕਿਊਟ ਲੱਗਦਾ ਹੈ, ਪਰ ਮੇਰਾ ਬੱਚਾ ਉਸੇ ਚੀਜ਼ ਤੋਂ ਡਰ ਰਿਹਾ ਹੈ। ਤਾਂ ਉਸਦੀ ਮਦਰ ਉਸਨੂੰ ਇਸ ਐਕਸਪੈਰੀਮੈਂਟ ਦੇ ਵਿੱਚ ਵਿਚਾਲੇ ਹੀ ਛੱਡ ਦਿੰਦੀ ਹੈ ਤੇ ਆਪਣੇ ਬੱਚੇ ਨੂੰ ਆਪਣੇ ਨਾਲ ਲੈ ਜਾਂਦੀ ਹੈ ਤੇ ਐਕਸਪੈਰੀਮੈਂਟ ਕਦੇ ਕੰਪਲੀਟ ਹੋ ਨਹੀਂ ਪਾਉਂਦਾ ਹੈਗਾ। ਜਿਹੜਾ ਐਕਸਪੈਰੀਮੈਂਟ ਸੀਗਾ ਉਸਦੇ ਦਿਮਾਗ ਦੇ ਵਿੱਚ ਇਹ ਆਈਡੀਆ ਸੀਗਾ ਇਸ ਐਕਸਪੈਰੀਮੈਂਟ ਨੂੰ ਕਰਨ ਦਾ, ਕਿ ਪਹਿਲਾਂ ਉਹ ਬੱਚੇ ਨੂੰ ਲਰਨ ਕਰਵਾਏਗਾ ਕਿ ਜਦ ਵੀ ਵਾਈਟ ਰੈਬਿਟ ਦਿਖੇਗਾ ਤਾਂ ਇੱਕ ਡਰਾਵਨੀ ਆਵਾਜ਼ ਸੁਣਾਈ ਦੇਗੀ, ਬਟ ਉਸਦੇ ਇਹ ਇਨਕੰਪਲੀਟ ਐਕਸਪੈਰੀਮੈਂਟ ਤੋਂ ਇਹ ਪਤਾ ਚੱਲਦਾ ਹੈ ਕਿ ਉਸਦੀ ਮਦਰ ਜਦੋਂ ਉਸ ਬੇਬੀ ਨੂੰ ਆਪਣੇ ਨਾਲ ਲੈ ਜਾਂਦੀ ਹੈ, ਉਸ ਚੀਜ਼ ਨੂੰ ਐਕਸਪੈਰੀਮੈਂਟ ਨੂੰ ਕੰਪਲੀਟ ਨਹੀਂ ਹੋਣ ਦਿੰਦੀ। ਤੇ ਜੋ ਐਕਸਪੈਰੀਮੈਂਟਰ ਹੈ ਉਹ ਇਸ ਚੀਜ਼ ਨੂੰ ਕੰਪਲੀਟ ਤਾਂ ਕਰਨਾ ਚਾਹੁੰਦਾ ਸੀਗਾ ਤਾਂ ਕਿ ਉਹ ਬੱਚੇ ਨੂੰ ਪਹਿਲਾਂ ਇੱਕ ਚੀਜ਼ ਦੇ ਨਾਲ ਐਸੋਸੀਏਟ ਕਰਵਾ ਕੇ ਉਹ ਡਿਸਐਸੋਸੀਏਟ ਕਰਵਾਉਣਾ ਚਾਹੁੰਦਾ ਸੀਗਾ। ਇਸ ਦੇ ਪਿੱਛੇ ਦਾ ਮੇਨ ਮਕਸਦ ਬੱਚੇ ਨੂੰ ਡਿਸਐਸੋਸੀਏਟ ਕਰਵਾਉਣਾ ਚਾਹੁੰਦਾ ਸੀਗਾ ਜੋ ਵੀ ਐਸੋਸੀਏਸ਼ਨ ਉਸਨੂੰ ਵਾਈਟ ਰੈਬਿਟ ਜਾਂ ਵਾਈਟ ਰੈਬਿਟ ਵਰਗੀ ਕਿਸੇ ਵੀ ਚੀਜ਼ ਤੋਂ ਮਿਲ ਰਿਹਾ ਸੀਗਾ। ਫਿਰ ਇਸ ਐਕਸਪੈਰੀਮੈਂਟ ਨੂੰ ਜੇ ਕੰਪਲੀਟ ਕੀਤਾ ਜਾਣਾ ਤਾਂ ਆਪਾਂ ਇਹ ਐਕਸਪੈਰੀਮੈਂਟ ਨੂੰ ਇੱਦਾਂ ਦੇਖ ਪਾਉਂਦੇ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਵਾਈਟ ਰੈਬਿਟ ਨੂੰ ਇੱਕ ਡਰਾਵਨੀ ਆਵਾਜ਼ ਦੇ ਨਾਲ ਜਿਵੇਂ ਐਸੋਸੀਏਟ ਕੀਤਾ ਸੀਗਾ, ਉਸ ਤੋਂ ਬਾਅਦ ਸੂਨਰ ਉਸੀ ਬੱਚੇ ਨੂੰ ਵਾਈਟ ਰੈਬਿਟ ਤੋਂ ਬਾਅਦ ਕੋਈ ਡਰਾਵਨੀ ਆਵਾਜ਼ ਨਹੀਂ ਸੀ ਸੁਣਾਈ ਦੇਣੀ, ਜਿਸ ਕਰਕੇ ਬੱਚਾ ਹੌਲੀ ਹੌਲੀ ਜੋ ਵੀ ਇੱਕ ਐਸੋਸੀਏਸ਼ਨ ਨੂੰ ਸਿੱਖ ਰੱਖਿਆ ਹੁੰਦਾ, ਨੈਗੇਟਿਵ ਐਸੋਸੀਏਸ਼ਨ ਹੋ ਰੱਖਿਆ ਹੁੰਦਾ ਜੋ ਬੱਚੇ ਦਾ, ਉਸ ਚੀਜ਼ ਨੂੰ ਹੌਲੀ ਹੌਲੀ ਡਿਮਨਿਸ਼ ਕਰਨਾ ਹੁੰਦਾ ਹੈ। ਇਸ ਕਰਕੇ ਉਸ ਚੀਜ਼ ਦੇ ਐਕਸਪੈਰੀਮੈਂਟ ਨੂੰ ਇੱਕ ਫੁਲਫਿਲਮੈਂਟ ਮਿਲਦੀ ਜਦੋਂ ਬੱਚਾ ਵਾਈਟ ਰੈਬਿਟ ਤਾਂ ਦੇਖਦਾ, ਪਰ ਉਸਨੂੰ ਜਦੋਂ ਕੋਈ ਡਰਾਵਨੀ ਆਵਾਜ਼ ਆਉਂਦੀ ਤਾਂ ਸੂਨਰ ਔਰ ਲੇਟਰ ਬੱਚਾ ਉਸ ਆਵਾਜ਼ ਨੂੰ ਵਾਈਟ ਰੈਬਿਟ ਦੇ ਨਾਲ ਐਸੋਸੀਏਟ ਨਾ ਕਰਕੇ ਬਲਕਿ ਵਾਈਟ ਰੈਬਿਟ ਤੋਂ ਬਿਲਕੁਲ ਵੀ ਫੀਅਰ ਨਾਲ ਆਪਰੇਟ ਨਾ ਕਰ ਪਾਉਂਦਾ, ਬਲਕਿ ਉਸਦੇ ਨਾਲ ਇੱਕ ਫਰੈਂਡਲੀ ਅਪਰੋਚ ਹੀ ਰਹਿੰਦੀ। ਸੋ ਦ ਲਿਟਲ ਐਲਬਰਟ ਐਕਸਪੈਰੀਮੈਂਟ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ ਐਕਸਪੈਰੀਮੈਂਟਰ ਚਾਹੁੰਦੇ ਸੀਗੇ ਕਿ ਉਸ ਚੀਜ਼ ਤੋਂ ਪਹਿਲਾਂ ਐਸੋਸੀਏਟ ਕਰਵਾਇਆ ਜਾਵੇ ਵਿਦ ਡਰਾਵਨੀ ਆਵਾਜ਼ਾਂ, ਫਿਰ ਉਸ ਤੋਂ ਬਾਅਦ ਹੌਲੀ ਹੌਲੀ ਉਸ ਡਰਾਵਨੀ ਆਵਾਜ਼ ਨੂੰ ਡਿਮਨਿਸ਼ ਕਰਕੇ ਬੱਚੇ ਨੂੰ ਇੱਕ ਫਰੈਂਡਲੀ ਇਨਵਾਇਰਨਮੈਂਟ ਹੀ ਦੇ ਪਾਉਂਦੇ ਵਿਦ ਦ ਵਾਈਟ ਰੈਬਿਟ ਔਰ ਵਿਦ ਦ ਵਾਈਟ related associations to the baby, but ਇਹ experiment ਕਦੇ complete ਨਹੀਂ ਹੋ ਪਾਇਆ ਸੀ। ਥਰਡ ਐਕਸਪੈਰੀਮੈਂਟ ਜੋ ਕਿ ਆਪਾਂ ਨੂੰ ਲਰਨ ਕਰਨ ਦੇ ਲਈ ਜੋ ਹੈਲਪ ਕਰਦਾ ਹੈ ਉਹ ਹੈ ਸਕਿਨਰਸ ਇੰਸਟਰੂਮੈਂਟਲ ਕੰਡੀਸ਼ਨਿੰਗ। ਸੋ ਸਕਿਨਰਸ ਇੰਸਟਰੂਮੈਂਟਲ ਕੰਡੀਸ਼ਨਿੰਗ ਕਿਤੇ ਨਾ ਕਿਤੇ ਕਾਫੀ ਜ਼ਿਆਦਾ ਸਿਮਿਲੈਰਿਟੀਜ਼ ਵੀ ਆਪਾਂ ਦੇਖ ਸਕਦੇ ਹਾਂ ਵਿਦ ਦ ਲਰਨਿੰਗ, ਬਟ ਐਟ ਦ ਸੇਮ ਵਿਦ ਦ ਕਲਾਸੀਕਲ ਕੰਡੀਸ਼ਨਿੰਗ, ਬਟ ਐਟ ਦ ਸੇਮ ਟਾਈਮ ਇਹਨਾਂ ਦੋਨਾਂ ਦੇ ਵਿੱਚ ਆਪਾਂ ਕਾਫੀ ਜ਼ਿਆਦਾ ਡਿਫਰੈਂਸ ਵੀ ਦੇਖ ਸਕਦੇ ਹਾਂ। ਤੇ ਇਹ ਦੋਨੋਂ ਐਕਸਪੈਰੀਮੈਂਟਸ ਆਪਣੇ ਆਪਣੇ ਲੈਵਲ ਦੇ ਲਰਨਿੰਗ ਦੇ ਵਿੱਚ ਕਾਫੀ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਇਸ ਐਕਸਪੈਰੀਮੈਂਟ ਨੇ। ਸੋ ਇਸ ਐਕਸਪੈਰੀਮੈਂਟ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ ਕਿ ਇਹ ਬੀ ਐਫ ਸਕਿਨਰ ਨੇ ਇਹ ਐਕਸਪੈਰੀਮੈਂਟ ਨੂੰ ਆਪਣੇ
ਲਰਨਿੰਗ ਦੇ ਵਿੱਚ ਕਾਫੀ ਵੱਡਾ ਇੱਕ ਇੰਪੋਰਟੈਂਟ ਰੋਲ ਪਲੇ ਕੀਤਾ ਸੀਗਾ ਕੰਡੀਸ਼ਨਿੰਗ ਨੇ। ਸੋ ਇਸ ਦੇ ਵਿੱਚ ਕੀ ਕਰਦਾ ਹੈ ਵੀਐਫ ਸਕਿਨਰ। ਸੋ ਸਕਿਨਰ ਇੱਕ ਚੈਂਬਰ ਦੇ ਵਿੱਚ ਇੱਕ ਬਾਕਸ, ਜਿਸ ਨੂੰ ਸਕਿਨਰ ਬਾਕਸ ਵੀ ਕਿਹਾ ਜਾਂਦਾ ਹੈ, ਉਸ ਦੇ ਵਿੱਚ ਇੱਕ ਬਾਕਸ ਦੇ ਵਿੱਚ ਇੱਕ ਰੈਟ ਨੂੰ ਰੱਖਿਆ ਗਿਆ, ਤੇ ਉਸ ਰੈਟ ਦੇ ਬਿਲਕੁਲ ਇਸ ਬਾਕਸ, ਇੱਕ ਸਕੁਅਰ ਬਾਕਸ ਦੇ ਬਿਲਕੁਲ ਸਾਈਡ ਤੇ ਇੱਕ ਚੈਂਬਰ ਬਣਾ ਦਿੱਤਾ ਗਿਆ ਸੀਗਾ, ਜਿਸ ਦੇ ਵਿੱਚ ਉਸਨੂੰ ਖਾਣੇ ਦੀ ਇੱਕ ਫੂਡ ਪੈਲੇਟ ਉਸ ਦੇ ਵਿੱਚ ਬਾਹਰ ਜਨਰੇਟ ਹੁੰਦੀ ਸੀਗੀ। ਤੇ ਉਸ ਫੂਡ ਦੇ ਨਾਲ ਹੀ ਉਸ ਜਿਹੜਾ ਇੱਕ ਚੈਂਬਰ ਹੈ ਉਸ ਦੇ ਵਿੱਚ ਇੱਕ ਹਿਡਨ ਸਪੌਟ ਸੀਗਾ, ਜਿਸ ਨੂੰ ਜਦੋਂ ਵੀ ਕਲਿੱਕ ਕੀਤਾ ਜਾਂਦਾ ਸੀਗਾ ਤਾਂ ਖਾਣਾ ਮਿਲਦਾ ਸੀਗਾ। ਸੋ ਸਕਿਨਰ ਨੇ ਕਿਆ ਕੀਤਾ ਕਿ ਇੱਕ ਰੈਬਿਟ ਨੂੰ ਉਸ ਬਾਕਸ ਦੇ ਵਿੱਚ ਬੰਦ ਕਰਤਾ, ਤੇ ਉਸ ਬਾਕਸ ਦੇ ਵਿੱਚ ਇੱਕ ਲੀਵਰ ਪ੍ਰੈਸ ਕਰਨਾ ਹੁੰਦਾ ਸੀਗਾ। ਜਦ ਵੀ ਉਸ ਲੀਵਰ ਨੂੰ ਆਪਾਂ ਪ੍ਰੈਸ ਕਰਦੇ ਹਾਂ ਤਾਂ ਇੱਕ ਖਾਣਾ ਪ੍ਰੋਡਿਊਸ ਹੁੰਦਾ ਹੈ। ਸੋ ਸਕਿਨਰ ਨੇ ਕਿਆ ਕੀਤਾ, ਇੱਕ ਰੈਟ ਨੂੰ ਉਸ ਦੇ ਵਿੱਚ ਜਦੋਂ ਪਾਇਆ, ਤੇ ਉਸਨੂੰ ਇਹ ਬਿਲਕੁਲ ਆਈਡੀਆ ਨਹੀਂ ਸੀਗਾ ਰੈਟ ਨੂੰ ਕਿ ਕਿਸ ਚੀਜ਼ ਨੂੰ ਦਬਾਉਣ ਦੇ ਨਾਲ ਖਾਣਾ ਉਸ ਚੀਜ਼ ਨੂੰ ਮਿਲ ਸਕਦਾ ਹੈ। ਜਦੋਂ ਉਸਨੂੰ ਭੁੱਖ ਪਿਆਸ ਲੱਗੀ ਤਾਂ ਉਹ ਪੂਰੇ ਬਾਕਸ ਦੇ ਵਿੱਚ ਘੁੰਮਣ ਲੱਗ ਗਿਆ, ਤੇ ਉਹ ਕਾਫੀ ਉਸਨੇ ਜੰਪ ਕੀਤਾ, ਇੱਧਰ ਉੱਧਰ ਟੱਚ ਕੀਤਾ, ਤੇ ਜਦੋਂ ਉਹ ਐਕਸੀਡੈਂਟਲੀ ਲੀਵਰ ਨੂੰ ਪ੍ਰੈਸ ਕਰ ਦਿੰਦਾ ਹੈ ਤਾਂ ਇੱਕ ਲਾਈਟ ਪ੍ਰੋਡਿਊਸ ਹੁੰਦੀ ਹੈ ਰੈੱਡ ਕਲਰ ਦੀ। ਤੇ ਉਹ ਰੈੱਡ ਕਲਰ ਦੀ ਲਾਈਟ ਪ੍ਰੋਡਿਊਸ ਹੋਣ ਤੋਂ ਬਾਅਦ ਉਸ ਚੈਂਬਰ ਦੇ ਵਿੱਚ ਉਹ ਦੇਖਦਾ ਹੈ ਕਿ ਇੱਕ ਥੋੜਾ ਜਿਹਾ ਖਾਣਾ ਬ੍ਰੈਡ ਕ੍ਰਮਸ ਰੈਟ ਨੂੰ ਮਿਲ ਰਹੀਆਂ ਹਨ, ਤੇ ਰੈਟ ਇਸ ਚੀਜ਼ ਨੂੰ ਖਾ ਲੈਂਦਾ ਹੈ। ਜਦੋਂ ਇਹ ਐਕਸਪੈਰੀਮੈਂਟ ਸਟਾਰਟ ਹੋਇਆ ਸੀਗਾ ਤਾਂ ਰੈਟ ਨੂੰ ਕਿਉਂਕਿ ਬਿਲਕੁਲ ਅੰਦਾਜ਼ਾ ਨਹੀਂ ਸੀਗਾ ਕਿ ਕਿਸ ਲੀਵਰ ਨੂੰ ਪ੍ਰੈਸ ਕਰਨ ਤੋਂ ਉਸਨੂੰ ਖਾਣਾ ਮਿਲ ਸਕਦਾ ਹੈ, ਬਲਕਿ ਉਹ ਪੂਰੇ ਬਾਕਸ ਦੇ ਵਿੱਚ ਕਦੇ ਰਾਈਟ ਲੈਫਟ ਅਪ ਡਾਊਨ ਉਹ ਘੁੰਮਦਾ ਰਹਿੰਦਾ ਹੈ, ਟੱਚ ਕਰਦਾ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਬਾਹਰ ਨਿਕਲ ਸਕੇ, ਜਾਂ ਉਸਨੂੰ ਕੋਈ ਨਾ ਕੋਈ ਚੀਜ਼ ਇੱਕ ਕਿਉਰਿਓਸਿਟੀ ਦੇ ਲੈਵਲ ਤੇ ਉਹ ਹਰ ਇੱਕ ਚੀਜ਼ ਨੂੰ ਚੈੱਕ ਕਰਦਾ ਰਹਿੰਦਾ ਹੈ ਕਿ ਉਸ ਬਾਕਸ ਦੇ ਵਿੱਚ ਕਿਆ ਕਿਆ ਹੈ, ਕਿੱਦਾਂ ਹੈ, ਤੇ ਉਹ ਇਸ ਬਾਕਸ ਤੋਂ ਕਿੱਦਾਂ ਬਾਹਰ ਨਿਕਲ ਸਕਦਾ ਹੈ। ਤੇ ਇਸੇ ਦੌਰਾਨ ਰੈਟ ਉਸ ਚੈਂਬਰ ਨੂੰ ਉਸ ਲੀਵਰ ਨੂੰ ਪ੍ਰੈਸ ਕਰ ਲੈਂਦਾ ਹੈ ਐਕਸੀਡੈਂਟਲੀ, ਤੇ ਜਦੋਂ ਉਹ ਪ੍ਰੈਸ ਕਰਨ ਤੋਂ ਬਾਅਦ ਉਹ ਰੈੱਡ ਲਾਈਟ ਨਿਕਲਦੀ ਹੈ ਤਾਂ ਉਸ ਰੈੱਡ ਲਾਈਟ ਤੋਂ ਬਾਅਦ ਉਸਨੂੰ ਖਾਣਾ ਮਿਲਦਾ ਹੈ, ਤੇ ਉਸ ਖਾਣੇ ਨੂੰ ਇਨਟੇਕ ਕਰ ਲੈਂਦਾ ਹੈ। ਤਾਂ ਹੌਲੀ ਹੌਲੀ ਹੁਣ ਜਦ ਵੀ ਰੈਟ ਨੂੰ ਭੁੱਖ ਲੱਗਦੀ ਹੈ ਤਾਂ ਉਹਨੂੰ ਬਹੁਤ ਈਜ਼ੀ ਰਹਿੰਦਾ ਹੈ ਕਿ ਉਹ ਲੀਵਰ ਨੂੰ ਪ੍ਰੈਸ ਕਰਦਾ ਹੈ ਤੇ ਉਸਨੂੰ ਖਾਣਾ ਪ੍ਰੋਡਿਊਸ ਹੋ ਜਾਂਦਾ ਹੈ। जब भी उसको भुख लगती है ਉਹਨੂੰ ਰਾਈਟ ਲੈਫਟ ਅਪ ਡਾਊਨ ਨਹੀਂ ਜਾਂਦਾ, ਬਲਕਿ ਸਿੱਧਾ ਉਹ ਲੀਵਰ ਨੂੰ ਹੀ ਪ੍ਰੈਸ ਕਰਦਾ ਹੈ, ਖਾਣਾ ਮਿਲਦਾ ਤਾਂ ਇਨਟੇਕ ਕਰ ਲੈਂਦਾ ਹੈ, ਕਿਉਂਕਿ ਹੁਣ ਇੱਥੇ ਉਸ ਰੈਟ ਨੂੰ ਕੰਡੀਸ਼ਨਿੰਗ ਹੋ ਚੁੱਕੀ ਹੁੰਦੀ ਹੈ ਕਿ ਜਦ ਵੀ ਮੈਨੂੰ ਭੁੱਖ ਲੱਗੇਗੀ ਤਾਂ ਮੈਂ ਉਸ ਬਟਨ ਨੂੰ ਪ੍ਰੈਸ ਕਰੂੰਗਾ, ਰੈਡ ਲਾਈਟ ਨਿਕਲੇਗੀ ਤੇ ਮੈਂ ਖਾਣਾ ਖਾ ਪਾਊਂਗਾ। ਸੋ ਇਸ ਐਕਸਪੈਰੀਮੈਂਟ ਨੂੰ ਆਪਾਂ ਕਿੱਦਾਂ ਦੇਖ ਸਕਦੇ ਹਾਂ ਐਜ਼ ਅ ਰੀਇਨਫੋਰਸਮੈਂਟ ਐਂਡ ਪਨਿਸ਼ਮੈਂਟ। ਹੁਣ ਇਸ ਐਕਸਪੈਰੀਮੈਂਟ ਦੇ ਵਿੱਚ ਜਦੋਂ ਸਕਿਨਰ ਨੇ ਰੈਟ ਨੂੰ ਇਹ ਚੀਜ਼ ਲਰਨ ਕਰਵਾਤੀ ਕਿ ਜਦੋਂ ਵੀ ਉਹ ਲੀਵਰ ਪ੍ਰੈਸ ਕਰੇਗਾ ਰੈਡ ਲਾਈਟ ਆਏਗੀ ਤਾਂ ਖਾਣਾ ਮਿਲੇਗਾ, ਤਾਂ ਸੁਨਰ ਕਿਆ ਹੋਇਆ, ਹੁਣ ਇਸ ਚੀਜ਼ ਦਾ ਐਸੋਸੀਏਸ਼ਨ ਉਸਨੇ ਇਲੈਕਟ੍ਰਿਕ ਸ਼ੌਕ ਦੇ ਨਾਲ ਕਰਤਾ। ਹੁਣ ਹੌਲੀ ਹੌਲੀ ਕਿਆ ਕੀਤਾ ਸਕਿਨਰ ਨੇ ਕਿ ਜਦੋਂ ਵੀ ਹੁਣ ਉਹ ਲੀਵਰ ਨੂੰ ਪ੍ਰੈਸ ਕਰਦਾ ਸੀ ਉਸਨੂੰ ਇਲੈਕਟ੍ਰੀਕਲ ਸ਼ੌਕ ਮਿਲਦਾ ਸੀ, ਉਸ ਤੋਂ ਬਾਅਦ ਉਸਨੂੰ ਖਾਣਾ ਮਿਲਦਾ ਸੀਗਾ। ਫਿਰ ਹੌਲੀ ਹੌਲੀ ਰੈਟ ਇਸ ਚੀਜ਼ ਨੂੰ ਸਮਝਣਾ ਉਸਨੇ ਸਟਾਰਟ ਕਰਤਾ ਕਿ ਜਦ ਵੀ ਲੀਵਰ ਨੂੰ ਪ੍ਰੈਸ ਕਰ ਰਿਹਾ ਹੈ ਰੈਡ ਲਾਈਟ ਤਾਂ ਚੱਲਦੀ ਹੈ, ਪਰ ਉਸਦੇ ਨਾਲ ਨਾਲ ਉਸਨੂੰ ਇਲੈਕਟ੍ਰੀਕਲ ਸ਼ੌਕ ਮਿਲਣਾ ਸਟਾਰਟ ਹੋ ਜਾਂਦਾ ਹੈ। ਤਾਂ ਹੌਲੀ ਹੌਲੀ ਉਹ ਹੁਣ ਭੁੱਖਾ ਤਾਂ ਰਹਿੰਦਾ ਹੈ, ਪਰ ਉਹ ਲੀਵਰ ਨੂੰ ਪ੍ਰੈਸ ਨਹੀਂ ਕਰਦਾ ਹੈਗਾ, ਕਿਉਂਕਿ ਉਸਨੂੰ ਪਤਾ ਹੁਣ ਰੈਟ ਨੂੰ ਇਸ ਚੀਜ਼ ਦਾ ਆਈਡੀਆ ਲੱਗ ਜਾਂਦਾ ਹੈ ਕਿ ਜਦੋਂ ਵੀ ਉਹ ਲੀਵਰ ਨੂੰ ਪ੍ਰੈਸ ਕਰੇਗਾ ਉਸਨੂੰ ਆਟੋਮੈਟਿਕਲੀ ਇੱਕ ਇਲੈਕਟ੍ਰੀਕਲ ਸ਼ੌਕ ਮਿਲੇਗਾ। ਤਾਂ ਸੂਨਰ ਔਰ ਲੇਟਰ ਵਾਟ ਹੀ ਡੂ ਇਜ਼ ਕਿ ਉਹ ਲੀਵਰ ਨੂੰ ਪ੍ਰੈਸ ਹੀ ਨਹੀਂ ਕਰਦਾ ਹੈ, ਕਿਉਂਕਿ ਉਸਨੂੰ ਇਲੈਕਟ੍ਰੀਕਲ ਸ਼ੌਕ ਲੱਗਦਾ ਹੈ, ਤੇ ਹੁਣ ਉਸ ਚੀਜ਼ ਦਾ ਐਸੋਸੀਏਸ਼ਨ ਨੈਗੇਟਿਵ ਬਣ ਜਾਂਦਾ ਹੈ ਕਿ ਜਦੋਂ ਵੀ ਉਹ ਲੀਵਰ ਨੂੰ ਪ੍ਰੈਸ ਕਰਦਾ ਹੈ ਸ਼ੌਕ ਮਿਲਦਾ ਹੈ, ਤੇ ਸ਼ੌਕ ਮਿਲਣ ਕਰਕੇ ਹੀ ਉਸਨੂੰ ਖਾਣਾ ਮਿਲਦਾ ਹੈ। ਤਾਂ ਹੌਲੀ ਹੌਲੀ ਉਹ ਇਸ ਐਸੋਸੀਏਸ਼ਨ ਤੋਂ ਲਰਨ ਕਰ ਲੈਂਦਾ ਹੈ, ਤੇ ਹੁਣ ਉਸ ਚੀਜ਼ ਨੂੰ ਰਿਅਲਾਈਜ਼ ਕਰਦਾ ਹੈ ਕਿ ਹੁਣ ਨੋ ਲੌਂਗਰ ਲੀਵਰ ਪ੍ਰੈਸ ਕਰਨ ਤੋਂ ਉਸਨੂੰ ਖਾਣਾ ਨਹੀਂ ਬਲਕਿ ਇਲੈਕਟ੍ਰੀਕਲ ਸ਼ੌਕ ਮਿਲਦਾ ਹੈ। ਸੋ ਇਸ ਐਕਸਪੈਰੀਮੈਂਟ ਤੋਂ ਆਪਾਂ ਸਿੱਖਦੇ ਹਾਂ ਇੱਕ ਪੋਜ਼ਿਟਿਵ ਲਰਨਿੰਗ, ਇੱਕ ਨੈਗੇਟਿਵ ਲਰਨਿੰਗ, ਜਾਂ ਇੱਕ ਪਨਿਸ਼ਮੈਂਟ ਜਾਂ ਇੱਕ ਨੈਗੇਟਿਵ ਜਾਂ ਪੋਜ਼ਿਟਿਵ ਪਨਿਸ਼ਮੈਂਟ ਕਿਆ ਹੁੰਦੀ ਹੈ। ਆਪਾਂ ਇਸ ਐਕਸਪੈਰੀਮੈਂਟ ਨੂੰ ਬੱਚਿਆਂ ਦੇ ਉੱਤੇ ਵੀ ਕੰਡਕਟ ਕੀਤਾ ਜਾਂਦਾ ਹੈ, ਕਲਾਸਰੂਮ ਸੈਟਅਪਸ ਦੇ ਵਿੱਚ ਵੀ ਦੇਖਿਆ ਜਾਂਦਾ ਹੈ, ਤੇ ਇੱਕ ਪੇਰੈਂਟ ਤੇ ਇੱਕ ਚਿਲਡਰਨ ਦੇ ਇੱਕ ਰਿਲੇਸ਼ਨਸ਼ਿਪ ਦੇ ਵਿੱਚ ਵੀ ਆਪਾਂ ਇਸ ਚੀਜ਼ ਨੂੰ ਆਮ ਤੌਰ ਤੇ ਦੇਖਿਆ ਜਾਂਦਾ ਹੈ। ਪੋਜ਼ਿਟਿਵ ਰੀਇਨਫੋਰਸਮੈਂਟ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿ ਜੇ ਬੱਚੇ ਨੂੰ ਫੂਡ ਆਪਾਂ ਜੇ ਦਵਾਂਗੇ ਤਾਂ ਫੂਡ ਤੋਂ ਉਸਦੇ ਬਿਹੇਵੀਅਰ ਦੇ ਵਿੱਚ ਕਿਆ ਚੇਂਜਸ ਆਉਣਗੇ, ਤੇ ਉਸ ਚੇਂਜਸ ਤੋਂ ਬੱਚੇ ਦੀ ਲਾਈਫ ਦੇ ਵਿੱਚ ਕੀ ਕੀ ਚੇਂਜਸ ਆਪਾਂ ਲਿਆ ਸਕਦੇ ਹਾਂ।
ਸੋ ਪੋਜ਼ਿਟਿਵ ਰੀਇਨਫੋਰਸਮੈਂਟ ਆਪਣੇ ਕਾਫੀ ਆਮ ਤੌਰ ਤੇ ਯੂਜ਼ ਕੀਤਾ ਜਾਂਦਾ ਹੈ ਕਲਾਸਰੂਮਸ ਦੇ ਵਿੱਚ, ਕਿ ਜੇ ਬੱਚਾ ਕਲਾਸ ਦੇ ਵਿੱਚ 10 ਔਨ 10 ਮਾਰਕਸ ਲੈ ਕੇ ਆਉਂਦਾ ਹੈ ਤਾਂ ਟੀਚਰ ਉਸਨੂੰ ਸਟਾਰ ਦਿੰਦੀ ਹੈ ਜਾਂ ਉਸਨੂੰ ਚਾਕਲੇਟ ਦਿੰਦੀ ਹੈ ਫਸਟ 3 ਸਟੂਡੈਂਟਸ ਨੂੰ। ਇਹ ਪੋਜ਼ਿਟਿਵ ਰੀਇਨਫੋਰਸਮੈਂਟ ਹੁੰਦੀ ਹੈ, ਜੋ ਬੱਚੇ ਨੂੰ ਪਹਿਲਾਂ ਹੀ ਦੱਸਿਆ ਜਾਂਦਾ ਹੈ ਕਿ ਜਿਹੜੇ ਬੱਚੇ ਦੀ ਕਲਾਸ ਦੇ ਵਿੱਚ 90% ਆਏਗੀ ਤਾਂ ਉਸਨੂੰ ਟਰੋਫੀ ਮਿਲੀ ਜਾਏਗੀ, ਐਜ਼ ਅ A1 ਹੋਲਡਰ ਮੰਨਿਆ ਜਾਏਗਾ। ਤੇ ਉਸ ਚੀਜ਼ ਨੂੰ ਪਾਉਣ ਦੇ ਲਈ ਬੱਚਾ ਕਿਆ ਕਰਦਾ ਹੈ, ਉਹ ਕੋਸ਼ਿਸ਼ ਕਰਦਾ ਹੈ, ਮਿਹਨਤ ਕਰਦਾ ਹੈ ਕਿ ਉਹ ਕਲਾਸ ਦੇ ਵਿੱਚ ਫਸਟ ਆ ਸਕੇ ਤੇ ਉਸਨੂੰ ਰਿਵਾਰਡ ਮਿਲ ਸਕੇ। ਸੋ ਉਸਨੂੰ ਐਜ਼ ਅ ਪੋਜ਼ਿਟਿਵ ਰੀਇਨਫੋਰਸਮੈਂਟ ਦੇਖਿਆ ਜਾਂਦਾ ਹੈ। ਫਿਰ ਆਉਂਦਾ ਹੈ ਨੈਗੇਟਿਵ ਰੀਇਨਫੋਰਸਮੈਂਟ। ਜਦੋਂ ਬੱਚਾ ਕੋਈ ਗਲਤੀ ਕਰਦਾ ਹੈ, ਗਲਤੀ ਤੋਂ ਸੁਧਾਰਨ ਦੇ ਲਈ ਬੱਚੇ ਨੂੰ ਜਦੋਂ ਇੱਕ ਟੀਚਰ ਵੱਲੋਂ ਸਲੈਪ ਮਿਲਦਾ ਹੈ ਜਾਂ ਉਸ ਚੀਜ਼ ਨੂੰ ਇੱਕ ਪਨਿਸ਼ਮੈਂਟ ਦੇ ਤੌਰ ਤੇ ਉਸਨੂੰ ਖਾਣਾ ਨਹੀਂ ਮਿਲਦਾ ਹੈ ਜਾਂ ਉਸਨੂੰ ਕ੍ਰਿਟਿਸਾਈਜ਼ ਕੀਤਾ ਜਾਂਦਾ ਹੈ, ਕਲਾਸ ਦੇ ਵਿੱਚ ਉਸਦੀ ਬੇਇੱਜ਼ਤੀ ਕੀਤੀ ਜਾਂਦੀ ਹੈ ਤਾਂ ਕਿ ਉਹ ਇੱਕ ਅੱਛਾ ਰਿਸਪੌਂਸ ਪ੍ਰੋਡਿਊਸ ਕਰ ਸਕੇ, ਤਾਂ ਉਸਨੂੰ ਨੈਗੇਟਿਵ ਰੀਇਨਫੋਰਸਮੈਂਟ ਕਿਹਾ ਜਾਂਦਾ ਹੈ। ਜਦੋਂ ਇੱਕ ਬੱਚੇ ਨੂੰ ਸੁਧਾਰਨ ਦੇ ਲਈ ਟੀਚਰ ਨੈਗੇਟਿਵ ਵੇ ਨੂੰ, ਨੈਗੇਟਿਵ ਐਸਪੈਕਟ ਨੂੰ ਮਦਰ ਜਾਂ ਫਿਰ ਟੀਚਰ ਯੂਜ਼ ਕਰਦੀ ਹੈ, ਉਸਨੂੰ ਨੈਗੇਟਿਵ ਰੀਇਨਫੋਰਸਮੈਂਟ ਕਿਹਾ ਜਾਂਦਾ ਹੈ। ਫਿਰ ਆਉਂਦਾ ਹੈ ਪੋਜ਼ਿਟਿਵ ਪਨਿਸ਼ਮੈਂਟ। ਪੋਜ਼ਿਟਿਵ ਪਨਿਸ਼ਮੈਂਟ ਦੇ ਵਿੱਚ ਆਉਂਦਾ ਹੈ ਜਦੋਂ ਬੱਚੇ ਦੇ ਅੰਦਰ ਕੋਈ ਆਪਾਂ ਸੁਧਾਰ ਲਿਆਉਣਾ ਚਾਹੁੰਦੇ ਹਾਂ ਤਾਂ ਆਪਾਂ ਉਸ ਚੀਜ਼ ਨੂੰ ਸੁਧਾਰ ਲਿਆਉਣ ਦੇ ਚੱਕਰ ਦੇ ਵਿੱਚ ਆਪਾਂ ਬੱਚੇ ਨੂੰ ਕੁਝ ਇਹੋ ਜਿਹੀ ਪਨਿਸ਼ਮੈਂਟ ਦਿੰਦੇ ਹਾਂ ਤਾਂ ਕਿ ਬੱਚਾ ਉਸ ਚੀਜ਼ ਤੋਂ ਸੁਧਰ ਜਾਵੇ ਤੇ ਉਹ ਇੱਕ ਗਲਤੀ ਨੂੰ ਦੁਬਾਰਾ ਨਾ ਕਰੇ। ਇਸ ਕਰਕੇ ਉਸਨੂੰ ਪੋਜ਼ਿਟਿਵ ਪਨਿਸ਼ਮੈਂਟ ਦਿੱਤੀ ਜਾਂਦੀ ਹੈ। ਜਿਵੇਂ ਬੱਚੇ ਨੂੰ ਖਾਣਾ ਨਾ ਦੇਣਾ ਤਾਂ ਕਿ ਉਹ ਜਦੋਂ ਇੱਕ ਬੱਚਾ ਕਿਸੇ ਨੂੰ ਇੱਕ ਗਲਤ ਵਰਡ ਯੂਜ਼ ਕਰਦਾ ਹੈ ਆਪਣੇ ਸਿਬਲਿੰਗ ਜਾਂ ਆਪਣੇ ਪੀਅਰਸ ਦੇ ਲਈ, ਤਾਂ ਮਦਰ ਉਸਨੂੰ ਥੋੜੀ ਦੇਰ ਲਈ ਖਾਣਾ ਨਹੀਂ ਦਿੰਦੀ ਜਾਂ ਫਿਰ ਮਦਰ ਉਸਨੂੰ ਸਾਇਲੈਂਟ ਟ੍ਰੀਟਮੈਂਟ ਦਿੰਦੀ ਹੈ ਤਾਂ ਕਿ ਬੱਚੇ ਦੇ ਵਿੱਚ ਜਿਹੜੀ ਉਸਨੇ ਗਲਤੀ ਕੀਤੀ ਹੈ ਉਸ ਚੀਜ਼ ਨੂੰ ਸਿੱਖ ਸਕੇ ਕਿ ਉਹ ਗਲਤੀ ਉਹ ਦੁਬਾਰਾ ਨਾ ਰਿਪੀਟ ਕਰੇ। ਕਿਉਂਕਿ ਜੇ ਉਹ ਗਲਤੀ ਬੱਚਾ ਦੁਬਾਰਾ ਰਿਪੀਟ ਕਰੇਗਾ ਤਾਂ ਬੱਚਾ ਨੂੰ ਇਹ ਚੀਜ਼ ਦੀ ਲਰਨਿੰਗ ਹੋ ਜਾਂਦੀ ਹੈ ਕਿ ਜੇ ਮੈਂ ਦੁਬਾਰਾ ਇਹ ਗਲਤੀ ਕਰੂੰਗਾ ਤਾਂ ਮੰਮਾ ਮੈਨੂੰ ਸਾਇਲੈਂਟ ਟ੍ਰੀਟਮੈਂਟ ਦੇਣਗੇ ਜਾਂ ਮੰਮਾ ਮੈਨੂੰ ਖਾਣਾ ਨਹੀਂ ਦੇਣਗੇ। ਸੋ ਇਟਸ ਬੈਟਰ ਕਿ ਮੈਂ ਉਹ ਗਲਤੀ ਨੂੰ ਕਰਾਂ ਹੀ ਨਾ। ਫਿਰ ਆਉਂਦਾ ਹੈ ਨੈਗੇਟਿਵ ਪਨਿਸ਼ਮੈਂਟ। ਨੈਗੇਟਿਵ ਪਨਿਸ਼ਮੈਂਟ ਦੇ ਵਿੱਚ ਹੁੰਦਾ ਹੈ ਜਦੋਂ ਆਪਾਂ ਇੱਕ ਬੱਚੇ ਨੂੰ ਸੁਧਾਰਨ ਦੇ ਲਈ ਉਹਦੇ ਨਾਲ ਇੱਕ ਨੈਗੇਟਿਵ ਅਪਰੋਚ ਯੂਜ਼ ਕਰਦੇ ਹਾਂ, ਦੈਟ ਇਜ਼ ਨੈਗੇਟਿਵ ਪਨਿਸ਼ਮੈਂਟ। ਬੱਚੇ ਨੂੰ ਆਪਾਂ ਕਈ ਵਾਰੀ ਫਿਜ਼ੀਕਲੀ ਵੀ ਹਰਟ ਕਰਦੇ ਹਾਂ, ਲਾਈਕ ਉਸਦੇ ਸਲੈਪ ਕਰ ਦੇਣਾ ਜਾਂ ਉਸਨੂੰ ਪਨਿਸ਼ਮੈਂਟ ਦੇਣਾ। ਕਲਾਸਰੂਮਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਟੀਚਰ ਉਹਨਾਂ ਨੂੰ ਕਲਾਸ ਦੇ ਬੈਂਚ ਦੇ ਉੱਤੇ ਖੜਾ ਕਰ ਦਿੰਦੇ ਹਨ ਤਾਂ ਕਿ ਬੱਚਾ ਕੱਲ੍ਹ ਨੂੰ ਆਪਣੀ ਨੋਟਬੁੱਕ ਲੈ ਕੇ ਆਏ ਜਾਂ ਫਿਰ ਜਿਹੜੇ ਬੱਚੇ ਦੇ ਕਲਾਸ ਦੇ ਵਿੱਚ ਘੱਟ ਨੰਬਰ ਆਏ ਹਨ ਉਸਨੂੰ ਉਹ ਇੱਕ ਪਨਿਸ਼ਮੈਂਟ ਦੇ ਤੌਰ ਤੇ ਉਹ ਸਿਖਾ ਸਕਣ ਕਿ ਕੱਲ੍ਹ ਨੂੰ ਉਹ ਪੜ੍ਹ ਕੇ ਆਵੇ। ਤਾਂ ਉਸਨੂੰ ਨੈਗੇਟਿਵ ਪਨਿਸ਼ਮੈਂਟ ਦੇ ਤੌਰ ਤੇ ਦੇਖਿਆ ਜਾਂਦਾ ਹੈ। ਤਾਂ ਆਪਾਂ BF ਸਕਿਨਰ ਦੇ ਇਸ ਐਕਸਪੈਰੀਮੈਂਟ, ਇਸ ਰੈਟ ਵਾਲੇ ਐਕਸਪੈਰੀਮੈਂਟ ਤੋਂ ਆਪਾਂ ਇਹ ਸਮਝ ਪਾਉਂਦੇ ਹਾਂ ਕਿ ਪੋਜ਼ਿਟਿਵ ਰੀਇਨਫੋਰਸਮੈਂਟ, ਨੈਗੇਟਿਵ ਰੀਇਨਫੋਰਸਮੈਂਟ, ਪੋਜ਼ਿਟਿਵ ਪਨਿਸ਼ਮੈਂਟ, ਨੈਗੇਟਿਵ ਪਨਿਸ਼ਮੈਂਟ ਨੂੰ ਆਪਾਂ ਆਪਣੀ ਲਾਈਫ ਦੇ ਵਿੱਚ ਕਿੱਦਾਂ ਯੂਜ਼ ਕਰਦੇ ਹਾਂ। ਤੇ ਐਕਸਪੈਰੀਮੈਂਟ ਦੇ ਤੌਰ ਤੇ ਜਿਵੇਂ ਸਮਝਾਇਆ ਗਿਆ ਹੈ, ਇਹੀ ਆਪਾਂ ਪ੍ਰੋਸੀਜਰਸ ਨੂੰ ਆਪਾਂ ਆਪਣੀ ਰੋਜ਼ ਦੀ ਲਾਈਫ ਦੇ ਵਿੱਚ ਇੱਕ ਬੱਚੇ ਦੇ ਨਾਲ ਜਾਂ ਕਿਸੇ ਨੂੰ ਕੋਈ ਸਬਕ ਸਿਖਾਉਣ ਦੇ ਲਈ, ਉਸ ਦੇ ਵਿੱਚ ਇੱਕ ਅੱਛਾਈ ਕੱਢਣ ਦੇ ਲਈ ਉਸਨੂੰ ਆਪਾਂ ਇਹੋ ਜਿਹੀਆਂ ਚੀਜ਼ਾਂ ਸਿਖਾਉਂਦੇ ਹਾਂ ਤਾਂ ਕਿ ਉਹ ਗਲਤੀ ਨਹੀਂ ਬਲਕਿ ਇੱਕ ਸਹੀ ਰਾਹ ਦੇ ਉੱਤੇ ਚੱਲ ਸਕਣ। ਫਿਰ ਐਕਸਪੈਰੀਮੈਂਟ ਆਉਂਦਾ ਹੈ ਬੰਡਿਊਰਾਸ ਸੋਸ਼ਲ ਲਰਨਿੰਗ ਥਿਊਰੀ। ਬੰਡਿਊਰਾ ਨੇ ਇਹ ਸੋਸ਼ਲ ਲਰਨਿੰਗ ਥਿਊਰੀ ਸੁਸਾਇਟੀ ਤੇ ਸੋਸ਼ਲ ਲੈਵਲ ਦੇ ਉੱਤੇ ਇਸ ਥਿਊਰੀ ਨੂੰ ਐਕਸਪਲੇਨ ਕੀਤਾ ਸੀਗਾ। ਇਸ ਥਿਊਰੀ ਤੋਂ ਆਪਾਂ ਇਹ ਸਮਝ ਪਾਉਂਦੇ ਹਾਂ ਕਿ ਜੋ ਵੀ ਆਪਾਂ ਆਪਣੇ ਆਸ-ਪਾਸ ਦੇ ਵਾਤਾਵਰਨ ਤੋਂ ਸਿੱਖਦੇ ਹਾਂ ਉਹ ਇੱਕ ਲਰਨਿੰਗ ਆਪਾਂ ਨੂੰ ਸੋਸ਼ਲ ਲੈਵਲ ਤੇ ਹੁੰਦੀ ਹੈ ਤੇ ਜੋ ਵੀ ਆਪਾਂ ਕਿਸੇ ਨੂੰ ਓਬਜ਼ਰਵ ਕਰਕੇ ਕੋਈ ਵੀ ਚੀਜ਼ ਨੂੰ ਆਪਾਂ ਸਿੱਖਦੇ ਹਾਂ ਉਹ ਆਪਣੇ ਲਈ ਕਾਫੀ ਜ਼ਿਆਦਾ ਵੱਡਾ ਰੋਲ ਪਲੇ ਕਰਦੀ ਹੈ। ਸੋ ਬੰਡਿਊਰਾਸ ਸੋਸ਼ਲ ਲਰਨਿੰਗ ਥਿਊਰੀ ਦੇ ਵਿੱਚ ਆਪਾਂ ਇਸ ਚੀਜ਼ ਨੂੰ ਦੇਖ ਪਾਉਂਦੇ ਹਾਂ ਕਿ ਇਸ ਦੇ ਵਿੱਚ 3 ਬੱਚਿਆਂ ਦਾ ਗਰੁੱਪ ਬਣਾ ਦਿੱਤਾ ਜਾਂਦਾ ਹੈ। ਕਾਫੀ ਛੋਟੇ ਬੱਚੇ ਹੁੰਦੇ ਹਨ, 5 ਤੋਂ 7 ਸਾਲ ਦੇ ਬੱਚਿਆਂ ਨੂੰ ਇਸ ਐਕਸਪੈਰੀਮੈਂਟ ਦੇ ਵਿੱਚ ਬੰਡਿਊਰਾ ਯੂਜ਼ ਕਰਦਾ ਹੈ। ਬੰਡਿਊਰਾ ਕਿਆ ਕਰਦਾ ਹੈ ਕਿ ਉਹ 3 ਐਕਸਪੈਰੀਮੈਂਟਲ ਗਰੁੱਪਸ ਬਣਾਉਂਦਾ ਹੈ। ਇੱਕ ਕੰਟਰੋਲ ਗਰੁੱਪ ਹੁੰਦਾ ਹੈ, ਇੱਕ ਐਕਸਪੈਰੀਮੈਂਟਲ ਗਰੁੱਪ ਹੁੰਦਾ ਹੈ ਤੇ ਇੱਕ ਨਿਊਟਰਲ ਹੁੰਦਾ ਹੈ। ਸੋ ਵਾਟ ਹੀ ਡੂ ਇਜ਼ ਬੰਚ ਆਫ ਬੱਚੇ ਲੈਂਦਾ ਹੈ, 4-4 ਬੱਚੇ ਹਰ ਇੱਕ ਗਰੁੱਪ ਦੇ ਵਿੱਚ ਹੁੰਦੇ ਹਨ। ਤਾਂ 4 ਬੱਚਾ ਪਹਿਲੇ ਗਰੁੱਪ ਨੂੰ ਉਹ ਜਿਹੜਾ ਫਸਟ ਗਰੁੱਪ ਹੁੰਦਾ ਹੈ ਉਸਨੂੰ ਉਹ ਇੱਕ ਮੂਵੀ ਦਿਖਾਉਂਦਾ ਹੈ ਜਿਸ ਦੇ ਵਿੱਚ ਉਹ ਡੋਲ ਦੇ ਨਾਲ ਕਾਫੀ ਅੱਛਾ ਖੇਲ ਰਹੇ ਹੁੰਦੇ ਹਨ। ਇੱਕ ਮੂਵੀ ਦੇ ਵਿੱਚ ਦਿਖਾਇਆ ਜਾਂਦਾ ਹੈ ਕਿ ਕੁਝ ਬੱਚੇ ਇੱਕ ਡੋਲ ਹੈ ਉਸਦੇ ਨਾਲ ਕਾਫੀ ਪਿਆਰ ਨਾਲ
ਖੇਲਦੇ ਹਨ ਤੇ ਉਸਨੂੰ ਕਾਫ਼ੀ ਨਰਿਸ਼ਮੈਂਟ ਦਿੰਦੇ ਹਨ, ਖਾਣਾ ਦਿੰਦੇ ਹਨ, ਉਹਨਾਂ ਦੇ ਕੱਪੜੇ ਪਹਿਨਾਉਂਦੇ ਹਨ, ਉਹਨਾਂ ਦਾ ਖਾਸ ਖਿਆਲ ਰੱਖਦੇ ਹਨ। ਦੂਜੇ ਗਰੁੱਪ ਨੂੰ ਦਿਖਾਈ ਜਾਂਦੀ ਹੈ ਸੇਮ ਹੀ ਡੋਲ, ਪਰ ਉਸਦੇ ਨਾਲ ਉਸ ਮੂਵੀ ਦੇ ਵਿੱਚ ਬੱਚੇ ਕਾਫੀ ਜ਼ਿਆਦਾ ਐਗਰੈਸਿਵਲੀ ਪਲੇ ਕਰ ਰਹੇ ਹੁੰਦੇ ਹਨ, ਉਸਨੂੰ ਮਾਰ ਪਿੱਟ ਕਰ ਰਹੇ ਹੁੰਦੇ ਹਨ, ਉਸਨੂੰ ਲੈਗਸ ਮਾਰ ਰਹੇ ਹੁੰਦੇ ਹਨ, ਉਸਨੂੰ ਪੰਚ ਕਰ ਰਹੇ ਹੁੰਦੇ ਹਨ, ਤੇ ਉਸਦੇ ਨਾਲ ਕਾਫੀ ਜ਼ਿਆਦਾ ਬੁਰਾ ਬਿਹੇਵ ਕੀਤਾ ਜਾਂਦਾ ਹੈ ਉਸ ਡੋਲ ਦੇ ਨਾਲ। ਤੇ ਜਦੋਂ ਸੈਕੰਡ ਗਰੁੱਪ ਉਸ ਚੀਜ਼ ਨੂੰ ਆਬਜ਼ਰਵ ਕਰਦਾ ਹੈ, ਫਿਰ ਇੱਕ ਥਰਡ ਗਰੁੱਪ ਨੂੰ ਕੋਈ ਮੂਵੀ ਨਹੀਂ ਦਿਖਾਈ ਜਾਂਦੀ, ਥਰਡ ਗਰੁੱਪ ਨੂੰ ਕਾਫੀ ਜ਼ਿਆਦਾ ਨਿਊਟਰਲ ਰੱਖਿਆ ਜਾਂਦਾ ਹੈ ਤੇ ਉਸਨੂੰ ਕੋਈ ਮੂਵੀ ਨਹੀਂ ਦਿਖਾਈ ਜਾਂਦੀ ਹੈ, ਉਹਨਾਂ ਦੇ ਲਈ ਸਿਰਫ ਇੱਕ ਨਿਊਟਰਲ ਐਕਸਪੀਰੀਅੰਸ ਰਹਿੰਦਾ ਹੈ। ਤਾਂ ਉਸ ਮੂਵੀ ਤਿੰਨੋਂ ਗਰੁੱਪ ਨੂੰ ਜਿਹੜੀ ਤਿੰਨੋਂ ਗਰੁੱਪ ਦੇ ਵਿੱਚ ਜਿਹੜੀ ਦੋ ਗਰੁੱਪਸ ਹਨ, ਉਹਨਾਂ ਨੂੰ ਜਿਹੜੀ ਮੂਵੀ ਦਿਖਾਈ ਜਾਂਦੀ ਹੈ ਤੇ ਜੋ ਥਰਡ ਗਰੁੱਪ ਹੈ ਉਸਨੂੰ ਕੋਈ ਮੂਵੀ ਨਹੀਂ ਦਿਖਾਈ ਜਾਂਦੀ। ਥਰਡ ਗਰੁੱਪ ਨੂੰ ਜਦੋਂ ਸਿਮਿਲਰ ਡੋਲ ਜੋ ਉਸ ਮੂਵੀ ਦੇ ਵਿੱਚ ਹੁੰਦੀ ਹੈ, ਇੱਕ ਸਿਮਿਲਰ ਡੌਗ ਉਹਨਾਂ ਦੇ ਅੱਗੇ ਜਦੋਂ ਰੱਖੀ ਜਾਂਦੀ ਹੈ, ਤਾਂ ਉਸ ਡੌਗ ਦੇ ਨਾਲ ਕੋਈ ਇੱਕ ਐਕਟੀਵਿਟੀ ਨਹੀਂ ਕਰਦੇ ਹਨ, ਤਾਂ ਇਹ ਨੋਟਿਸ ਕੀਤਾ ਜਾਂਦਾ ਹੈ ਕਿ ਉਸ ਦੇ ਨਾਲ ਕੋਈ ਵੀ ਐਕਟੀਵਿਟੀ ਨਹੀਂ ਕੀਤੀ ਗਈ ਹੈਗੀ। ਜਿਹੜਾ ਫਸਟ ਗਰੁੱਪ ਹੁੰਦਾ ਹੈ, ਜਿਹਨੂੰ ਇੱਕ ਕਾਫੀ ਫਰੈਂਡਲੀ ਅਪਰੋਚ ਦੇ ਨਾਲ ਉਹ ਵੀਡੀਓ ਦਿਖਾ ਰੱਖੀ ਹੁੰਦੀ ਹੈ, ਉਹ ਮੂਵੀ ਦੇਖ ਰੱਖੀ ਹੁੰਦੀ ਹੈ, ਤਾਂ ਇਹ ਦੇਖਿਆ ਜਾਂਦਾ ਹੈ, ਇਹ ਆਬਜ਼ਰਵ ਕੀਤਾ ਜਾਂਦਾ ਹੈ ਕਿ ਬੱਚੇ ਉਸ ਦੇ ਨਾਲ ਵੀ ਸੇਮ ਉਹੀ ਬਿਹੇਵੀਅਰ ਪ੍ਰੋਡਿਊਸ ਕਰ ਰਹੇ ਹਨ ਜੋ ਉਸ ਮੂਵੀ ਦੇ ਵਿੱਚ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਨੇ ਸਿਮਿਲਰ ਹੀ ਡੋਲ ਹੁਣ ਉਹਨਾਂ ਦੇ ਅੱਗੇ ਜਦੋਂ ਰੱਖੀ ਜਾਂਦੀ ਹੈ, ਜੋ ਉਹਨਾਂ ਨੇ ਲਰਨ ਕੀਤਾ ਹੁੰਦਾ ਹੈ ਆਬਜ਼ਰਵ ਕਰਨ ਤੋਂ ਬਾਅਦ, ਉਹ ਉੱਦਾਂ ਦਾ ਹੀ ਬਿਹੇਵੀਅਰ ਉਹ ਖੁਦ ਵੀ ਪ੍ਰੋਡਿਊਸ ਕਰਦੇ ਹਨ, ਸਿਮਿਲਰ ਹੀ ਫਰੈਂਡਲੀ ਅਪਰੋਚ ਉਹ ਉਸ ਡੋਲ ਦੇ ਨਾਲ ਕਰਦੇ ਹਨ। ਸੈਕਿੰਡ ਗਰੁੱਪ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਐਗਰੈਸਿਵ ਮੂਵੀ ਦਿਖਾ ਦਿੱਤੀ ਜਾਂਦੀ ਹੈ, ਉਹਨਾਂ ਨੂੰ ਉਹੀ ਜਦੋਂ ਸਿਮਿਲਰ ਡੋਲ ਦਿੱਤੀ ਜਾਂਦੀ ਹੈ ਤਾਂ ਉਹ ਉਹਦੇ ਨਾਲ ਵੀ ਐਗਰੈਸਿਵ ਵੇ ਦੇ ਨਾਲ ਅਪਰੋਚ ਕਰਦੇ ਹਨ, ਉਸਦੇ ਪੰਚ ਕਰਦੇ ਹਨ, ਕਿੱਕ ਕਰਦੇ ਹਨ, ਉਸਦੇ ਉੱਤੇ ਬੈਠ ਕੇ ਉਸ ਚੀਜ਼ ਨੂੰ ਪੰਚ ਕਰਦੇ ਹਨ, ਮਾਰਦੇ ਹਨ। ਤੇ ਇਹ ਚੀਜ਼ ਦੇਖੀ ਜਾਂਦੀ ਹੈ ਕਿ ਬੰਡਿਊਰਾ ਸੋਸ਼ਲ ਲਰਨਿੰਗ ਥਿਊਰੀ ਦਾ ਇੱਕ ਜਿਹੜਾ ਮੇਨ ਕਨਸੈਪਟ ਸੀਗਾ, ਉਹ ਇਸ ਚੀਜ਼ ਨੂੰ ਸਮਝਿਆ ਜਾਂਦਾ ਹੈ ਕਿ ਜਦੋਂ ਪਹਿਲੀ ਜਿੱਦਾਂ ਦੇ ਵੀ ਆਪਾਂ ਆਪਣੇ ਆਸ-ਪਾਸ ਦੇ ਇਨਵਾਇਰਨਮੈਂਟ ਦੇ ਵਿੱਚ ਕੁਝ ਵੀ ਹੁੰਦਾ ਦੇਖਦੇ ਹਾਂ, ਲਾਜ਼ਮੀ ਹੈ ਕਿ ਆਪਣੀ ਜਿਹੜੀ ਨੇਚਰ ਹੈ, ਆਪਣੀ ਨੇਚਰ ਵੀ ਉੱਦਾਂ ਦੀ ਹੀ ਬਣਨੀ ਸਟਾਰਟ ਹੋ ਜਾਂਦੀ ਹੈ। ਜੋ ਵੀ ਆਪਾਂ ਦੇਖਦੇ ਹਾਂ, ਆਪਣਾ ਦਿਮਾਗ ਉਹੀ ਚੀਜ਼ ਨੂੰ ਸਮਝਦਾ ਹੈ ਤੇ ਉਹੀ ਚੀਜ਼ ਨੂੰ ਪ੍ਰੋਡਿਊਸ ਕਰਦਾ ਹੈ। ਸੋ ਜਿਵੇਂ ਪਹਿਲੇ ਐਕਸਪੈਰੀਮੈਂਟ ਦੇ ਵਿੱਚ ਦੇਖਿਆ ਗਿਆ ਕਿ ਉਸਨੇ ਬੱਚਿਆਂ ਨੇ ਕੀ ਕੀਤਾ, ਫਰੈਂਡਲੀ ਅਪਰੋਚ ਰੱਖੀ, ਸੈਕਿੰਡ ਮੂਵੀ ਦਿਖਾਈ ਸੀਗੀ ਜਿਹੜੀ ਐਗਰੈਸ਼ਨ ਵਾਲੀ, ਤਾਂ ਬੱਚਿਆਂ ਦਾ ਵੀ ਬਿਹੇਵੀਅਰ ਐਗਰੈਸ਼ਨ ਵਾਲਾ ਰਿਹਾ ਸੀਗਾ। ਥਰਡ ਜਿਨ੍ਹਾਂ ਨੂੰ ਕੋਈ ਮੂਵੀ ਹੀ ਨਹੀਂ ਦਿਖਾਈ, ਜਿਨ੍ਹਾਂ ਨੂੰ ਕੋਈ ਲਰਨਿੰਗ ਹੀ ਨਹੀਂ ਹੋਈ, ਉਹਨਾਂ ਦੀ ਜਿਹੜੀ ਲਰਨਿੰਗ ਸੀਗੀ ਉਹ ਨਿਊਟਰਲ ਸੀਗੀ, ਉਹਨਾਂ ਨੂੰ ਨਾ ਹੀ ਉਹਨਾਂ ਦੀ ਕੋਈ ਫਰੈਂਡਲੀ ਅਪਰੋਚ ਸੀਗੀ, ਨਾ ਹੀ ਉਹਨਾਂ ਦੀ ਕੋਈ ਐਗਰੈਸਿਵ ਅਪਰੋਚ ਸੀਗੀ, ਬਲਕਿ ਇਹ ਦੇਖਿਆ ਗਿਆ ਕਿ ਜੇ ਤੁਸੀਂ ਲਰਨ ਹੀ ਨਹੀਂ ਕਰੋਗੇ, ਆਪਣੇ ਇਨਵਾਇਰਨਮੈਂਟ ਤੋਂ ਆਪਾਂ ਕੁਝ ਸਿੱਖੋਗੇ ਹੀ ਨਹੀਂ, ਤੇ ਆਪਾਂ ਉਸ ਚੀਜ਼ ਨੂੰ ਆਪਾਂ ਪ੍ਰੋਡਿਊਸ ਵੀ ਨਹੀਂ ਕਰ ਪਾਉਂਗੇ। ਸਿੱਖਣ ਦੀਆਂ ਵਿਧੀਆਂ, ਹੁਣ ਕਿਸੇ ਚੀਜ਼ ਨੂੰ ਸਿੱਖਣ ਦੇ ਲਈ ਆਪਾਂ ਨੂੰ ਕਿਆ-ਕਿਆ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ। ਹੁਣ ਸਿੱਖਣ ਦੇ ਲਈ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਕੋਗਨੀਟਿਵ ਲਰਨਿੰਗ ਦੀ। ਹੁਣ ਵਾਟ ਇਜ਼ ਕੋਗਨੀਟਿਵ ਲਰਨਿੰਗ? ਕੋਗਨੀਟਿਵ ਕਿਸ ਨੂੰ ਕਿਹਾ ਜਾਂਦਾ ਹੈ, ਕੋਗਨੀਸ਼ਨ ਕਿਹਾ ਜਾਂਦਾ ਹੈ ਜਦੋਂ ਆਪਾਂ ਦਿਮਾਗ ਨੂੰ ਯੂਜ਼ ਕਰਦੇ ਹਾਂ, ਕੋਈ ਵੀ ਚੀਜ਼ ਜਦੋਂ ਆਪਣੇ ਅੱਗੇ ਰੱਖੀ ਜਾਂਦੀ ਹੈ, ਪ੍ਰਸਤੁਤ ਕੀਤੀ ਜਾਂਦੀ ਹੈ, ਉਸ ਚੀਜ਼ ਨੂੰ ਸਮਝਣ ਦੇ ਲਈ ਆਪਣੀ ਅਪਰੋਚ ਕੀ ਰਹਿੰਦੀ ਹੈ, ਤੇ ਉਹ ਅਪਰੋਚ ਨੂੰ ਆਪਾਂ ਆਪਣੇ ਦਿਮਾਗ ਨੂੰ ਵਰਤ ਕੇ ਯੂਜ਼ ਕਰਕੇ ਉਸ ਚੀਜ਼ ਦੇ ਵਿੱਚ ਆਪਾਂ ਇੱਕ ਨਵੀਂ ਹੋਂਦ ਕਿੱਦਾਂ ਲੈ ਕੇ ਆਉਂਦੇ ਹਾਂ, ਉਸ ਚੀਜ਼ ਨੂੰ ਕੋਗਨੀਟਿਵ ਲਰਨਿੰਗ ਕਿਹਾ ਜਾਂਦਾ ਹੈ। ਹੁਣ ਕੋਗਨੀਸ਼ਨ ਹੁੰਦਾ ਹੈ ਜਦੋਂ ਆਪਾਂ ਆਪਣੇ ਦਿਮਾਗ ਦੀ ਵਰਤੋਂ ਕਰਦੇ ਹਾਂ, ਜਦੋਂ ਆਪਾਂ ਕੋਈ ਵੀ ਕੈਲਕੂਲੇਸ਼ਨ ਕਰਨੀ ਹੁੰਦੀ ਹੈ ਤਾਂ ਆਪਾਂ ਕੀ ਕਰਦੇ ਹਾਂ, ਆਪਣੇ ਦਿਮਾਗ ਦੀ ਵਰਤੋਂ ਕਰਦੇ ਹਾਂ। ਕਿਸੇ ਚੀਜ਼ ਨੂੰ ਸੋਲਵ ਕਰਨਾ ਹੈ, ਕੋਈ ਪ੍ਰੋਬਲਮ ਆਪਣੀ ਲਾਈਫ ਦੀ ਆਪਣੇ ਅੱਗੇ ਆ ਜਾਂਦੀ ਹੈ, ਉਸ ਨੂੰ ਟੈਕਲ ਕਰਨ ਦਾ ਤਰੀਕਾ ਆਪਾਂ ਕਿੱਥੋਂ ਲੱਭ ਪਾਉਂਦੇ ਹਾਂ, ਉਹ ਆਪਣੇ ਕੋਗਨੀਟਿਵ ਆਪਣਾ ਕੋਗਨੀਸ਼ਨ ਯੂਜ਼ ਕਰਦਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਕਿਸੇ ਚੀਜ਼ ਨੂੰ ਸੋਲਵ ਕਰਨਾ ਹੈ ਤਾਂ ਆਪਣਾ ਜਿਹੜਾ ਕੋਗਨੀਸ਼ਨ ਹੈ ਉਸ ਚੀਜ਼ ਨੂੰ ਯੂਟਿਲਾਈਜ਼ ਕਰਦਾ ਹੈ। ਸੋ ਕੋਗਨੀਸ਼ਨ ਜਾਂ ਕੋਗਨੀਟਿਵ ਲਰਨਿੰਗ ਆਪਣੇ ਲਈ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ, ਕਿਸੇ ਚੀਜ਼ ਨੂੰ ਸਿੱਖਣ ਦੇ ਲਈ, ਸਮਝਣ ਦੇ ਲਈ ਤੇ ਉਸ ਚੀਜ਼ ਨੂੰ ਯੂਜ਼ ਕਰਨ ਦੇ ਲਈ। ਕਿਸੇ ਚੀਜ਼ ਨੂੰ ਹੱਲ ਕੱਢਣ ਦੇ ਲਈ ਉਸਦਾ ਸੋਲਿਊਸ਼ਨ ਲੱਭਣਾ ਬਹੁਤ ਜ਼ਿਆਦਾ ਜ਼ਰੂਰੀ ਬਣ ਜਾਂਦਾ ਹੈ। ਕਿਸੇ ਸੋਲਿਊਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਲਿਆਉਣ ਦੇ ਲਈ ਆਪਾਂ ਆਪਣੀ ਮਿਹਨਤ ਆਪ ਕਰਦੇ ਹਾਂ। ਕਈ ਵਾਰ ਆਪਾਂ ਗਲਤੀ ਕਰਦੇ ਹਾਂ, ਆਪਾਂ ਉਸ ਗਲਤੀ ਤੋਂ ਸਿੱਖਦੇ ਹਾਂ ਤੇ ਉਸ ਗਲਤੀ ਤੋਂ ਸਿੱਖ ਕੇ ਆਪਾਂ ਆਪਣੇ ਜਿਹੜਾ ਇੱਕ ਮੇਨ ਇੱਕ ਮਕਸਦ ਹੈ, ਜਿਹੜਾ ਆਪਾਂ ਨੂੰ ਉਹ ਕੋਗਨੀਸ਼ਨ ਯੂਜ਼ ਕਰਨ ਦਾ, ਆਪਣੀ ਪ੍ਰੋਬਲਮ ਨੂੰ ਸੋਲਵ ਕਰਨ ਦਾ, ਤਾਂ ਕਿ ਆਪਾਂ ਉਸ ਪ੍ਰੋਬਲਮ ਨੂੰ ਟੈਕਲ ਕਰ ਸਕੀਏ, ਤਾਂ ਆਪਾਂ ਕਈ ਵਾਰੀ ਗਲਤੀਆਂ ਕਰਦੇ ਹਾਂ, ਗਲਤੀਆਂ ਤੋਂ ਸਿੱਖਦੇ ਹਾਂ, ਪੁਰਾਣੀਆਂ ਗਲਤੀਆਂ ਨੂੰ ਨਾ ਰਿਪੀਟ ਕਰਕੇ ਇੱਕ ਨਵੀਂ ਅਪਰੋਚ ਕਰਦੇ ਹਾਂ,
ਤੇ ਉਹ ਨਵੀਂ ਅਪਰੋਚ ਜਦੋਂ ਆਪਣੀ ਨਹੀਂ ਵਰਕ ਕਰਦੀ ਤਾਂ ਆਪਾਂ ਕੋਈ ਸੈਕਿੰਡ ਅਪਰੋਚ ਯੂਜ਼ ਕਰਦੇ ਹਾਂ। ਆਪਾਂ ਇਹ ਚੀਜ਼ ਨੂੰ ਯਾਦ ਕਰਦੇ ਹਾਂ ਕਿ ਜੋ ਆਪਾਂ ਨੇ ਪੁਰਾਣੀ ਗਲਤੀ ਕੀਤੀ ਸੀਗੀ, ਆਪਾਂ ਉਹ ਨਹੀਂ ਕਰੋਗੇ ਤਾਂ ਫਿਰ ਆਪਾਂ ਕੋਈ ਨਵੀਂ ਇੱਕ ਲਰਨਿੰਗ ਨੂੰ ਜਾਂ ਫਿਰ ਆਪਾਂ ਇੱਕ ਨਵੇਂ ਸੋਲਿਊਸ਼ਨ ਨੂੰ ਲੈ ਕੇ ਆਉਂਗੇ, ਤਾਂ ਆਪਾਂ ਜਿਹੜੀ ਆਪਣੀ ਪੁਰਾਣੀ ਗਲਤੀ ਹੈ ਉਸ ਚੀਜ਼ ਨੂੰ ਨਾ ਰਿਪੀਟ ਕਰਕੇ ਜੇ ਆਪਾਂ ਨਵੀਂ ਪ੍ਰੋਬਲਮ ਨੂੰ ਸੋਲਵ ਕਰਨ ਦਾ ਇੱਕ ਤਰੀਕਾ ਲੱਭ ਪਾਉਂਗੇ ਤਾਂ ਆਪਾਂ ਸ਼ਾਇਦ ਆਪਣੀ ਮੰਜ਼ਿਲ ਤੱਕ ਜਲਦੀ ਪਹੁੰਚ ਸਕੀਏ। ਸੋ ਇਹੀ ਇੱਕ ਐਕਸਪੈਰੀਮੈਂਟ ਕੀਤਾ ਗਿਆ ਸੀਗਾ ਟੋਲਮੈਨ ਦੇ ਨਾਲ। ਟੋਲਮੈਨ ਨੇ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਕੋਗਨੀਟਿਵ ਲਰਨਿੰਗ ਦਾ, ਜੋ ਕਿ ਲੇਟੈਂਟ ਲਰਨਿੰਗ ਦਾ ਇੱਕ ਹਿੱਸਾ ਸੀਗਾ। ਲੇਟੈਂਟ ਲਰਨਿੰਗ ਹੁੰਦੀ ਹੈ ਟਰਾਇਲ ਐਂਡ ਐਰਰ ਲਰਨਿੰਗ, ਜਿਹਦੇ ਵਿੱਚ ਆਪਾਂ ਆਪਣੀ ਗਲਤੀਆਂ ਕਰਦੇ ਹਾਂ, ਗਲਤੀਆਂ ਤੋਂ ਸਿੱਖਦੇ ਹਾਂ ਤੇ ਦੁਬਾਰਾ ਆਪਾਂ ਉਸ ਗਲਤੀ ਨੂੰ ਨਾ ਰਿਪੀਟ ਕਰਕੇ ਬਲਕਿ ਇੱਕ ਨਵਾਂ ਰਸਤਾ ਲੱਭ ਕੇ ਉਸ ਦੇ ਸੋਲਿਊਸ਼ਨ, ਉਸ ਪ੍ਰੋਬਲਮ ਦੇ ਸੋਲਿਊਸ਼ਨ ਤੱਕ ਪਹੁੰਚਣਾ, ਉਸ ਚੀਜ਼ ਨੂੰ ਆਪਾਂ ਲੇਟੈਂਟ ਲਰਨਿੰਗ ਕਹਿ ਸਕਦੇ ਹਾਂ। ਸੋ ਉਸ ਟੋਲਮੈਨ ਨੇ ਇੱਕ ਮੇਜ਼ ਨੂੰ ਯੂਜ਼ ਕੀਤਾ ਤੇ ਆਪਾਂ ਜੋ ਸਾਹਮਣੇ ਦੇਖ ਪਾ ਰਹੇ ਹਾਂ ਉਹ ਇੱਕ ਟੋਲਮੈਨ ਦਾ ਇੱਕ ਮੇਜ਼ ਹੈ। ਹੁਣ ਇਸ ਦੇ ਵਿੱਚ ਕਿਆ ਦੇਖਣ ਨੂੰ ਮਿਲਦਾ ਹੈ, ਇੱਕ ਮੇਜ਼ ਹੈ ਜੋ ਕਿ ਭੂਲ ਭੁਲਈਆ ਟਾਈਪਸ ਹੈ। ਸਭ ਤੋਂ ਪਹਿਲਾਂ ਉਸਦੀ ਇੱਕ ਸਟਾਰਟ ਹੁੰਦੀ ਹੈ ਤੇ ਉਹ ਸਟਾਰਟ ਤੋਂ ਲੈ ਕੇ ਜਿਹੜਾ ਉਸਦਾ ਐਂਡ ਹੈ ਉਸ ਭੂਲ ਭੁਲਈਆ ਦਾ, ਉਸ ਮੇਜ਼ ਦਾ, ਉਸ ਦੇ ਵਿੱਚ ਕਿਆ ਦੇਖਣ ਨੂੰ ਮਿਲਦਾ ਹੈ ਕਿ ਉਸ ਮੇਜ਼ ਦੇ ਵਿੱਚ ਇੱਕ ਸਟਾਰਟਿੰਗ ਪੁਆਇੰਟ ਹੈ ਤੇ ਇੱਕ ਐਂਡਿੰਗ ਪੁਆਇੰਟ ਹੈ। ਉਸ ਸਟਾਰਟਿੰਗ ਦੇ ਵਿੱਚ ਕਿਆ ਕਰਦਾ ਹੈ, ਕੁਝ ਮਾਊਸ ਰੱਖ ਦਿੰਦਾ ਹੈ। ਉਹ ਛੋਟੇ ਛੋਟੇ ਮਾਈਸ ਹੁੰਦੇ ਹਨ ਜਿਹੜੇ ਕਾਫੀ ਜ਼ਿਆਦਾ ਭੁੱਖੇ ਹੁੰਦੇ ਹਨ ਤੇ ਉਹ ਪਹਿਲਾਂ ਉਹਨਾਂ ਨੂੰ ਭੁੱਖਾ ਰੱਖਿਆ ਜਾਂਦਾ ਹੈ ਤਾਂ ਕਿ ਜਦੋਂ ਉਹਨਾਂ ਦੀ ਇੱਕ ਸਮੈਲ ਤੋਂ ਉਹ ਉਸ ਚੀਜ਼ ਨੂੰ, ਉਸ ਮੇਜ਼ ਨੂੰ ਉਹ ਜਲਦੀ ਸੋਲਵ ਕਰ ਸਕਣ। ਸੋ ਸਟਾਰਟਿੰਗ ਪੁਆਇੰਟ ਤੇ ਉਹ ਕੁਝ ਛੋਟੇ ਛੋਟੇ ਵਾਈਟ ਮਾਈਸ ਨੂੰ ਪਾ ਦਿੰਦਾ ਹੈ ਤੇ ਉਹ ਮਾਈਸ ਹੌਲੀ ਹੌਲੀ ਉਸ ਫੂਡ ਦੀ ਸਨਿਫ ਦੇ ਨਾਲ, ਉਹ ਚੀਜ਼ ਦੀ ਸਨਿਫ ਦੇ ਨਾਲ ਉਹ ਆਪਣਾ ਰਸਤਾ ਲੱਭਣਾ ਸਟਾਰਟ ਕਰ ਦਿੰਦੀ ਹੈ। ਤੇ ਇਹ ਸ਼ੁਰੂ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਪਹਿਲਾਂ, ਸਭ ਤੋਂ ਪਹਿਲਾਂ ਜਦੋਂ ਐਕਸਪੈਰੀਮੈਂਟ ਸਟਾਰਟ ਕੀਤਾ ਜਾਂਦਾ ਹੈ ਤਾਂ ਮਾਈਸ ਨੂੰ ਕਾਫੀ ਜ਼ਿਆਦਾ ਟਾਈਮ ਲੱਗਦਾ ਹੈ, ਘੰਟਾ ਲੱਗ ਜਾਂਦਾ ਹੈ ਫੂਡ ਤੱਕ ਪਹੁੰਚਣ ਦੇ ਲਈ। ਤੇ ਸੈਕਿੰਡ ਟਾਈਮ ਜਦੋਂ ਉਹਨਾਂ ਨੂੰ ਭੁੱਖ ਲੱਗਦੀ ਹੈ, ਹੁਣ ਉਹਨਾਂ ਨੂੰ ਉਹ ਫੇਰ ਉਸੇ ਰਸਤੇ ਦੇ ਵਿੱਚ ਪਾ ਦਿੰਦਾ ਹੈ। ਹੁਣ ਉਹਨਾਂ ਨੂੰ ਪਹਿਲਾਂ ਨਾਲੋਂ ਉਹਨਾਂ ਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਕਾਫੀ ਜ਼ਿਆਦਾ ਘੱਟ ਰਹਿੰਦਾ ਹੈ, ਕਿਉਂਕਿ ਜਿੰਨਾ ਉਹ ਟਾਈਮ ਲੱਗਦਾ ਹੈ ਓਨੇ ਹੀ ਟਾਈਮ ਦੇ ਵਿੱਚ ਉਹਨਾਂ ਨੂੰ ਹੌਲੀ ਹੌਲੀ ਉਹ ਆਪਣੀ ਜਿਹੜੀ ਲਰਨਿੰਗ ਹੈ ਆਪਣੀ ਮੇਜ਼ ਦੇ ਥਰੂ ਲਰਨ ਕੀਤੀ ਜਾਂਦੀ ਹੈ। ਤਾਂ ਉਸ ਲਰਨਿੰਗ ਨੂੰ ਦੇਖਿਆ ਜਾਂਦਾ ਹੈ ਕਿ ਉਹ ਟਰਾਇਲ ਐਂਡ ਐਰਰ, ਜੋ ਉਹਨਾਂ ਦਾ ਪਹਿਲਾਂ ਐਰਰ ਸੀਗੇ, ਹੁਣ ਉਹਨਾਂ ਨੇ ਜਿੰਨੀ ਵਾਰ ਵੀ ਟਰਾਈ ਕੀਤਾ ਉਹ ਆਪਣੇ ਐਰਰ ਨੂੰ ਲਰਨ ਕਰ ਪਾਏ ਕਿ ਜਿਹੜਾ ਗਲਤ ਰਸਤਾ ਸੀਗਾ ਉਹਨਾਂ ਨੇ ਨਹੀਂ ਚੂਜ਼ ਕੀਤਾ, ਬਲਕਿ ਸਹੀ ਰਸਤੇ ਦੇ ਵਿੱਚ ਜਾਂਦੇ ਜਾਂਦੇ ਉਹਨਾਂ ਨੇ ਕਾਫੀ ਜ਼ਿਆਦਾ ਘੱਟ ਸਮਾਂ ਲੱਗਿਆ ਆਪਣੇ ਫੂਡ ਤੱਕ ਪਹੁੰਚਣ ਦੇ ਲਈ। ਸੋ ਇਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਇਹ ਸਿੱਖਦੇ ਹਾਂ ਕਿ ਜਿੰਨੀ ਵਾਰ ਵੀ ਆਪਾਂ ਕੋਈ ਵੀ ਗਲਤੀ ਕਰਦੇ ਹਾਂ, ਉਸ ਗਲਤੀ ਨੂੰ ਆਪਾਂ ਯਾਦ ਰੱਖਦੇ ਹਾਂ ਕਿ ਜੋ ਵੀ ਆਪਾਂ ਨੇ ਪੁਰਾਣੀਆਂ ਗਲਤੀਆਂ ਕੀਤੀਆਂ ਹਨ ਆਪਾਂ ਦੁਬਾਰਾ ਨਾ ਕਰੀਏ, ਕਿਉਂਕਿ ਉਹ ਪੁਰਾਣੀਆਂ ਗਲਤੀਆਂ ਆਪਾਂ ਨੂੰ ਆਪਣੇ ਜਿਹੜਾ ਮਕਸਦ ਹੈ ਆਪਾਂ ਉੱਥੇ ਤੱਕ ਨਹੀਂ ਪਹੁੰਚ ਸਕਦੇ, ਬਲਕਿ ਉਹ ਆਪਣੇ ਰਸਤੇ ਦੇ ਵਿੱਚ ਆਉਣ ਵਾਲੇ ਹਿੰਡਰੈਂਸਸ ਹੁੰਦੇ ਹਨ। ਉਸ ਗਲਤੀਆਂ ਨੂੰ ਯਾਦ ਕਰਕੇ ਰੱਖ ਕੇ ਤੇ ਜੋ ਸਹੀ ਰਸਤਾ ਹੈ ਉਸ ਨੂੰ ਚੁਣ ਕੇ ਉਸ ਚੀਜ਼ ਦੇ ਵਿੱਚ ਡਿਫਰੈਂਸ਼ੀਏਟ ਕਰਕੇ ਆਪਣਾ ਜਿਹੜਾ ਆਪਣਾ ਗੋਲ ਹੈ ਉਸ ਚੀਜ਼ ਨੂੰ ਆਪਾਂ ਪਾ ਸਕਦੇ ਹਾਂ। ਸੋ ਲੇਟੈਂਟ ਲਰਨਿੰਗ ਜੋ ਟੋਲਮੈਨ ਦਾ ਇਹ ਮੇਜ਼ ਲਰਨਿੰਗ ਵਾਲਾ ਕੰਸੈਪਟ ਸੀਗਾ, ਇਸ ਚੀਜ਼ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਆਪਾਂ ਨੂੰ ਟਰਾਈ ਤੇ ਐਰਰ ਦੇ ਨਾਲ ਆਪਾਂ ਆਪਣੀ ਚੀਜ਼ ਨੂੰ ਸਿੱਖ ਸਕਦੇ ਹਾਂ। ਗਲਤੀਆਂ ਤੋਂ ਹੀ ਆਪਾਂ ਨੂੰ ਸਿੱਖ ਮਿਲਦੀ ਹੈ। ਫਿਰ ਆਂਦਾ ਹੈ ਇਨਸਾਈਟ ਲਰਨਿੰਗ। ਸੋ ਇਨਸਾਈਟ ਲਰਨਿੰਗ ਦੇ ਵਿੱਚ ਕਿਆ ਸੀਗਾ, ਇੱਕ ਚਿਪੈਂਜੀ ਨੂੰ ਯੂਜ਼ ਕੀਤਾ ਗਿਆ, ਇੱਕ ਰੂਮ ਦੇ ਵਿੱਚ ਇੱਕ ਚਿਪੈਂਜੀ ਨੂੰ ਰੱਖਿਆ ਗਿਆ ਤੇ ਉੱਥੇ ਕਾਫੀ ਸਾਰੇ ਬਾਕਸਿਸ ਰੱਖੇ ਗਏ, 3-4 ਬਾਕਸਿਸ ਰੱਖੇ ਗਏ ਜੋ ਕਿ ਸੇਮ ਹੀ ਸਾਈਜ਼ ਦੇ ਸੀਗੇ। ਤੇ ਇਨਸਾਈਟ ਲਰਨਿੰਗ ਦੇ ਵਿੱਚ ਆਪਾਂ ਇਹ ਦੇਖ ਸਕਦੇ ਹਾਂ ਕਿ ਜੋ ਵੀ ਆਪਣੀ ਲਰਨਿੰਗ ਹੈ ਉਹ ਆਪਣੇ ਦਿਮਾਗ ਤੋਂ ਆਪਣੇ ਅੰਦਰ ਆਉਂਦੀ ਹੈ, ਔਰ ਜੋ ਵੀ ਆਪਾਂ ਸਿੱਖਦੇ ਹਾਂ ਆਪਾਂ ਉਹ ਸੋਸ਼ਲ ਲਰਨਿੰਗ ਹਮੇਸ਼ਾ ਆਪਣੇ ਕੰਮ ਨਹੀਂ ਆਉਂਦੀ, ਬਲਕਿ ਕਈ ਵਾਰ ਆਪਾਂ ਨੂੰ ਆਪਣੇ ਦਿਮਾਗ ਨੂੰ ਵੀ ਵਰਤਣਾ ਪੈਂਦਾ ਹੈ, ਦੈਟ ਇਜ਼ ਇਨਸਾਈਟ ਲਰਨਿੰਗ। ਸੋ ਇਨਸਾਈਟ ਲਰਨਿੰਗ ਦੇ ਵਿੱਚ ਇੱਕ ਚਿਪੈਂਜੀ ਨੂੰ ਲਿੱਤਾ ਗਿਆ, ਉਸਨੂੰ ਇੱਕ ਰੂਮ ਦੇ ਵਿੱਚ ਬੰਦ ਕੀਤਾ ਗਿਆ ਤੇ 3-4 ਸੇਮ ਕਲਰ ਦੇ ਬਾਕਸਿਸ ਤੇ ਸੇਮ ਸਾਈਜ਼ਸ ਦੇ ਬਾਕਸਿਸ ਰੱਖੇ ਗਏ। ਤੇ ਜਦੋਂ ਚਿਪੈਂਜੀ ਨੂੰ ਭੁੱਖ ਲੱਗਦੀ ਹੈ ਤਾਂ ਆਪਣੇ ਆਸ-ਪਾਸ ਜਦੋਂ ਦੇਖਦਾ ਹੈ ਕਿ ਬਿਲਕੁਲ ਵਾਲ ਦੇ ਨਾਲ ਬਿਲਕੁਲ ਇੱਕ ਯੈਲੋ ਕਲਰ ਦੇ ਜਦੋਂ ਆਸ-ਪਾਸ ਆਪਣੇ ਦੇਖਦਾ ਹੈ ਤਾਂ ਬਨਾਨਾਸ ਦੇਖ ਪਾਉਂਦਾ ਹੈ। ਤਾਂ ਜਦੋਂ ਆਪਣੇ ਆਸ-ਪਾਸ ਦੇਖਦਾ ਹੈ ਕਿ ਉਸ ਬਨਾਨਾ ਨੂੰ ਕਿੱਦਾਂ ਅਪਰੋਚ ਕਰ ਸਕੇ, ਕਿਉਂਕਿ ਉਸਦਾ ਹੱਥ ਉਹਨਾਂ ਤੱਕ ਪਹੁੰਚ ਨਹੀਂ ਪਾਉਂਦਾ ਹੈ, ਤਾਂ ਜਿੰਨੇ ਵੀ ਬਾਕਸਿਸ ਰੱਖੇ ਹੁੰਦੇ ਹਨ ਉਹ 1 ਬਾਈ 1 ਉਹ ਬਾਕਸਿਸ ਨੂੰ ਉੱਪਰ ਲਗਾਉਂਦਾ ਹੈ ਤੇ ਉਹ ਆਪਣੇ ਬਨਾਨਾ ਤੱਕ ਪਹੁੰਚ ਪਾਉਂਦਾ ਹੈ। ਤੇ ਇਸ ਤੋਂ ਆਪਾਂ ਸਿੱਖ ਪਾਉਂਦੇ ਹਾਂ ਕਿ ਇੱਕ ਇਨਸਾਈਟ ਲਰਨਿੰਗ ਦਾ ਹੋਣਾ ਵੀ ਬਹੁਤ ਇੰਪੋਰਟੈਂਟ ਹੈ ਤੇ ਹਮੇਸ਼ਾ ਆਪਣੀ ਸੋਸ਼ਲ ਲਰਨਿੰਗ ਹੀ ਆਪਾਂ ਨੂੰ ਕੰਮ ਨਹੀਂ ਆਉਂਦੀ ਹੈਗੀ। ਸਟ੍ਰੈਟਜੀਜ਼ ਆਫ ਲਰਨਿੰਗ, ਸਿੱਖਣ ਦੀ ਕਿਆ ਕਿਆ ਟੈਕਨੀਕਸ ਰਹਿੰਦੀਆਂ ਹਨ। ਸਭ ਤੋਂ ਪਹਿਲਾਂ ਆਉਂਦੀ ਹੈ ਮੈਂਟਲ ਇਮੇਜਰੀ।
ਫਿਰ ਆਉਂਦੀ ਹੈ ਰਿਹਰਸਲ, ਫਿਰ ਆਉਂਦੀ ਹੈ ਆਰਗੇਨਾਈਜੇਸ਼ਨ। ਸਭ ਤੋਂ ਪਹਿਲਾਂ ਮੈਂਟਲ ਇਮੇਜਰੀ ਦੇ ਵਿੱਚ ਆਪਾਂ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਨੇ ਲਰਨ ਕਰਨਾ ਹੈ, ਸਭ ਤੋਂ ਪਹਿਲਾਂ ਆਪਣੇ ਦਿਮਾਗ ਦੇ ਵਿੱਚ ਉਸ ਚੀਜ਼ ਦੀ ਇੱਕ ਇਮੇਜਿਨੇਸ਼ਨ ਬਣਦੀ ਹੈ। ਉਸ ਇਮੇਜਿਨੇਸ਼ਨ ਤੋਂ ਆਪਾਂ ਸਮਝ ਪਾਉਂਦੇ ਹਾਂ ਕਿ ਆਪਣੀ ਅਪਰੋਚ ਕਿਸ ਤਰੀਕੇ ਦੇ ਨਾਲ ਰਹਿ ਸਕਦੀ ਹੈ, ਤੇ ਫਿਰ ਉਸ ਚੀਜ਼ ਨੂੰ ਆਪਾਂ ਬਾਰ-ਬਾਰ ਉਸ ਚੀਜ਼ ਦਾ ਅਭਿਆਸ ਕਰਦੇ ਹਾਂ। ਅਭਿਆਸ ਕਰਨ ਤੋਂ ਬਾਅਦ ਆਪਾਂ ਜਿਹੜਾ ਆਪਣਾ ਇੱਕ ਲਰਨਿੰਗ ਦੇ ਥਰੂ ਆਪਾਂ ਜੋ ਵੀ ਆਪਣੀ ਇੱਕ ਸਟ੍ਰੈਟਜੀ ਆਪਣੇ ਐਕਸ਼ਨ ਦੇ ਵਿੱਚ ਲੈ ਕੇ ਆਉਣੀ ਹੈ, ਉਸ ਚੀਜ਼ ਨੂੰ ਆਪਾਂ ਆਰਗੇਨਾਈਜ਼ ਕਰਦੇ ਹਾਂ, ਤੇ ਆਪਾਂ ਆਪਣੇ ਆਰਗੇਨਾਈਜੇਸ਼ਨ ਦੇ ਅਕੋਰਡਿੰਗਲੀ ਆਪਾਂ ਜੋ ਵੀ ਆਪਾਂ ਮੈਂਟਲ ਲੈਵਲ ਤੇ ਸੋਚ ਰੱਖਿਆ ਹੁੰਦਾ ਹੈ, ਉਸ ਚੀਜ਼ ਦੀ ਇੱਕ ਪਾਰਟਿਕੂਲਰ ਜਿਹੜਾ ਆਪਾਂ ਰਿਹਰਸਲ ਕਰ ਰੱਖੀ ਹੁੰਦੀ ਹੈ, ਉਹ ਆਪਾਂ ਆਪਣੇ ਐਕਸ਼ਨਸ ਦੇ ਵਿੱਚ ਲੈ ਕੇ ਆ ਪਾਉਂਦੇ ਹਾਂ। ਸੋ ਇਸ ਤਰੀਕੇ ਦੇ ਨਾਲ ਆਪਣੀ ਜਿਹੜੀ ਲਰਨਿੰਗ ਹੈ ਉਹ ਇੱਕ ਅਪਰੋਚ ਲੈ ਕੇ ਆ ਪਾਉਂਦੀ ਹੈ, ਤੇ ਆਪਣੀ ਜਿਹੜੀ ਲਰਨਿੰਗ ਹੈ ਉਹ ਆਪਣੀ ਰੈਪੀਟੇਟਿਵ ਲੈਵਲ ਤੇ ਇੱਕ ਐਵਰਗ੍ਰੀਨ ਲਰਨਿੰਗ ਦੇ ਤੌਰ ਤੇ ਆਪਾਂ ਦੇਖ ਸਕਦੇ ਹਾਂ। ਇੱਦਾਂ ਹੀ ਆਪਣਾ ਟੌਪਿਕ ਅੱਜ ਦਾ ਖਤਮ ਹੁੰਦਾ ਹੈ। ਲਰਨਿੰਗ ਦੇ ਬਾਰੇ ਆਪਾਂ ਨੇ ਸਿੱਖਿਆ ਕਿ ਲਰਨਿੰਗ ਆਪਣੀ ਲਾਈਫ ਦਾ ਇੱਕ ਐਵਰਗ੍ਰੀਨ ਐਸਪੈਕਟ ਹੈ ਜੋ ਆਪਣਾ ਲਾਈਫ ਲੌਂਗ ਚੱਲਦਾ ਰਹਿੰਦਾ ਹੈ, ਤੇ ਲਰਨਿੰਗ ਕਦੇ ਵੀ ਰੁਕਦੀ ਨਹੀਂ ਹੈ। ਜਨਮ ਲੈਣ ਤੋਂ ਲੈ ਕੇ ਆਪਣੀ ਡੈਥ ਤੱਕ ਆਪਾਂ ਕੁਛ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਹਾਂ। ਫੇਰ ਮਿਲਦੇ ਹਾਂ ਨਵੇਂ ਟੌਪਿਕ ਦੇ ਨਾਲ, ਮੈਮਰੀ। ਥੈਂਕ ਯੂ।